ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 4 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 22 ਫਰਵਰੀ 2024 11 ਫੱਗਣ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫੋਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਉਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਸ਼ਮਸ਼ੇਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ ਟੀਵੀ 84 ਦੀ ਜਿਹੜੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ ਕਿਉਂਕਿ ਟੀਵੀ 84 ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਔਰ ਜਿਹੜੇ ਨੌਜਵਾਨਾਂ ਨੂੰ ਖਾਸ ਕਰਕੇ ਉਹਨਾਂ ਨੂੰ ਕਾਫੀ ਭਰਪੂਰ ਜਾਣਕਾਰੀ ਮਿਲਦੀ ਹੈ ਜੋ ਕਰੰਟ ਇਸ਼ੂ ਚੱਲ ਰਹੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸ਼ਮਸ਼ੇਰ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਬਾਅਦ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨ ਸੰਘਰਸ਼ ਦੇ ਹਵਾਲੇ ਨਾਲ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਤੇ ਜਿਹੜੇ ਜ਼ੁਲਮਾਂ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਰੋਹ ਵਿੱਚ ਲੈ ਆਉਂਦਾ ਔਰ ਲਗਭਗ 13 ਮਹੀਨੇ ਕਿਸਾਨ ਸੰਘਰਸ਼ ਨੂੰ ਲੀਡ ਕਰਨ ਵਾਲਾ ਸੰਯੁਕਤ ਕਿਸਾਨ ਮੋਰਚਾ ਡੂੰਗੀ ਨੀਂਦ ਵਿੱਚੋਂ ਹੁਣ ਜਾਗਿਆ। ਉਹਨਾਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕੁਝ ਪ੍ਰੋਗਰਾਮ ਦਿੱਤੇ ਨੇ ਔਰ ਬੇਸ਼ੱਕ ਉੱਪਰਲੀ ਨਜ਼ਰ ਨਾਲ ਵੇਖਦਿਆਂ ਇਹ ਕਦਮ ਜਿਹੜੇ ਕਿਸਾਨਾਂ ਦੇ ਹੌਸਲੇ ਬੁਲੰਦ ਕਰਨ ਵਾਲਾ ਹੈ ਪਰ ਪਿਛਲੇ ਸੰਘਰਸ਼ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਰੋਲ ਨੂੰ ਵੇਖਦਿਆਂ ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਔਰ ਨਾਲ ਹੀ ਜਿਸ ਤਰ੍ਹਾਂ ਕਿ ਇਸ ਸੰਬੰਧੀ ਬ੍ਰਿਟਿਸ਼ ਪਾਰਲੀਮੈਂਟ ਵਿੱਚ MP ਤਨਮਨਜੀਤ ਸਿੰਘ ਢੇਸੀ ਹੋਰਾਂ ਨੇ ਵੀ ਸਵਾਲ ਚੱਕਿਆ ਔਰ ਉਹਨਾਂ ਦਾ ਜਿਹੜਾ ਸੁਣਿਆ ਔਰ ਵੀਡੀਓ ਹੈ ਉਹ ਆਪਾਂ ਜਿਹੜੇ ਇਸ ਸੈਗਮੈਂਟ ਦੇ ਐਂਡ ਵਿੱਚ ਚਲਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸ਼ਮਸ਼ੇਰ ਸਿੰਘ ਵਰਜੀਨੀਆ ਵਾਸੀ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀਰ ਸਾਡੇ ਆਲਮੋਸਟ 3 ਦਹਾਕਿਆਂ ਤੋਂ ਜ਼ਿਆਦਾ ਦੇ ਸਹਿਯੋਗੀ ਨੇ। ਨਾਈਸ ਪ੍ਰੋਫੈਸ਼ਨ ਕਰਕੇ ਇੰਜੀਨੀਅਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਗ੍ਰੈਜੂਏਟ ਨੇ ਲੇਕਿਨ ਇਹਨਾਂ ਦੀ ਪੰਥ ਪ੍ਰਤੀ ਸਮਰਪਣ ਭਾਵਨਾ ਆਪਣੇ ਸਟੂਡੈਂਟ ਡੇਜ਼ ਤੋਂ ਹੀ ਰਹੀ ਔਰ ਇੱਥੇ ਆ ਕੇ ਵੀ ਬੇਸ਼ੱਕ ਹਰ ਇੱਕ ਨੂੰ ਸਟਰਗਲ ਕਰਨੀ ਪੈਂਦੀ ਹੈ ਇਹਨਾਂ ਨੇ ਵੀ ਪੂਰੀ ਸਟਰਗਲ ਕੀਤੀ ਪਰ ਥਰੂ ਆਊਟ ਇਸ ਪੀਰੀਅਡ ਦੇ ਖਾਲਿਸਤਾਨ ਦੀ ਮੂਵਮੈਂਟ ਨਾਲ ਪੰਥ ਦੀ ਚੜ੍ਹਦੀ ਕਲਾ ਦੇ ਏਜੰਡੇ ਲਈ ਜਿਹੜਾ ਹੈ ਉਹ ਸਮਰਪਣ ਭਾਵਨਾ ਦੇ ਨਾਲ ਤੁਰੇ ਹੋਏ ਨੇ ਔਰ ਹੁਣ ਵੀ ਜਿੱਥੇ ਉਹ ਇੱਕ ਸਫਲ ਕਾਰੋਬਾਰੀ ਵੀ ਨੇ ਉੱਥੇ ਉਹਨਾਂ ਦੀ ਪੰਥ ਪ੍ਰਤੀ ਔਰ ਸਾਡੇ ਪ੍ਰਤੀ ਸਾਡੇ ਨਾਲ ਉਹਨਾਂ ਦਾ ਇੱਕ ਨਿੱਜੀ ਬੌਂਡਿੰਗ ਵੀ ਹੈ ਔਰ ਟੀਵੀ 84 ਨੂੰ ਉਹ ਐਡਮਾਇਰ ਕਰਦੇ ਨੇ ਕਿਉਂਕਿ ਜਿਹੜਾ ਵੀ ਖਾਸ ਤੌਰ ਤੇ ਪੜ੍ਹਿਆ ਲਿਖਿਆ ਨੌਜਵਾਨ ਆਪਣੀ ਭਰ ਜਵਾਨੀ ਜਿਹਨੇ 80s ਦਾ ਦੌਰ ਦੇਖਿਆ ਉਸ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਾਡੀ ਸਟਰਗਲ ਜਿਹੜੀ ਸੱਚ ਹੱਕ ਇਨਸਾਫ ਤੇ ਆਧਾਰਿਤ ਸੀ ਜੇ ਪਹਿਲਾ ਫੇਜ਼ ਸਾਡਾ 84 ਤੋਂ 94-95 ਤੱਕ ਜਿਹੜਾ ਸਾਡਾ ਲੈਜੀਟੀਮੇਟ ਹੱਕ ਸੀ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਕਿਉਂਕਿ ਅੱਜ ਵੀ ਇੱਕ ਰੁਝਾਨ ਸਿੱਖਾਂ ਦੇ ਇੱਕ ਵਰਗ ਦੇ ਵਿੱਚ ਹੈ ਜਿੱਥੇ ਉਹ ਇਹ ਕਹਿਣ ਦੀ ਕੋਸ਼ਿਸ਼ ਹੁੰਦੀ ਹੈ ਕਿ ਜੀ ਅਸੀਂ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਹੀ ਜਿਹੜਾ ਉਹ ਸੰਘਰਸ਼ ਲੜਨ ਦੇ ਵਿੱਚ ਯਕੀਨ ਰੱਖਦੇ ਹਾਂ। ਬਿਲਕੁਲ
ਸ਼ਾਂਤਮਈ ਤੋਂ ਵੱਡੀ ਕਿਹੜੀ ਹੋਰ ਮਈ ਹੋ ਸਕਦੀ ਹੈ। ਲੇਕਿਨ ਅਸੀਂ ਜਦੋਂ ਇਸ ਗੱਲ ਦੇ ਉੱਤੇ ਗਾਂਧੀ ਵਾਂਗ ਜਾਂ ਬੁੱਧਿਸਟ ਮੰਕਸ ਵਾਂਗ ਪਹਿਰਾ ਦੇਣ ਲੱਗ ਜਾਂਦੇ, ਫਿਰ ਅਸੀਂ ਗੁਰੂ ਸਾਹਿਬਾਨ ਦੀ ਆਈਡੀਓਲੋਜੀ ਤੋਂ ਜਿਹੜਾ ਉਹ ਕਿਨਾਰਾ ਕਰ ਲੈਂਦੇ। ਕਿਉਂਕਿ ਗੁਰੂ ਸਾਹਿਬਾਨ ਤੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਲਗਭਗ 4 ਸਦੀਆਂ ਪਹਿਲਾਂ, ਇਹ ਉਹ ਸ਼ਹਾਦਤ ਹੈ ਜਿਸ ਦੇ ਵਿੱਚ ਜੇ ਅਸੀਂ ਟਾਰਚਰ ਦੇ ਤਰੀਕੇ ਅੱਜ ਵੀ ਦੇਖੀਏ ਔਰ ਉਸ ਜ਼ਮਾਨੇ 'ਚ ਵੀ ਦੇਖੀਏ, ਉਹ ਕੱਲਾ ਸ਼ਰੀਅਤ ਦੇ ਥੱਲੇ ਨਹੀਂ ਸੀ। ਯਾਸਾ ਜਿਹੜਾ ਇੱਕ ਇਹਨਾਂ ਦੇ ਜਿਹੜਾ ਕਬੀਲੇ, ਤੁਰਕ ਕਬੀਲੇ ਸੀ, ਉਹਨਾਂ ਦਾ ਆਪਣਾ ਖਾਨਦਾਨੀ ਚੰਗੇਜ਼ ਖਾਨੀ ਜਿਹੜਾ ਉਹ ਕੋਡ ਸੀ, ਉਹਦੇ ਥੱਲੇ, ਜਿਹਦੇ 'ਚ ਉਹ ਇਹ ਮੰਨਦੇ ਸੀ ਕਿ ਜੇ ਕਿਸੇ ਧਾਰਮਿਕ ਸ਼ਖਸੀਅਤ ਦਾ ਖੂਨ ਧਰਤੀ ਦੇ ਉੱਤੇ ਡਿੱਗੇ ਤੇ ਉਸ 'ਚੋਂ ਹੋਰ ਸ਼ਹੀਦ ਪੈਦਾ ਹੁੰਦੇ ਨੇ। ਇਸ ਲਈ ਟਾਰਚਰ ਦੇ ਤਰੀਕੇ ਇਹ ਸੀ। ਅਦਰਵਾਈਜ਼ ਤਾਂ ਪੋਲੀਟੀਕਲ ਰਿਬੈਲਸ ਦੇ ਲਈ ਜਾਂ ਪੋਲੀਟੀਕਲ ਬਾਗੀਆਂ ਦੇ ਲਈ ਤਾਂ ਤਹਿ ਤੇ ਕਰ ਦੇਣਾ, ਤਲਵਾਰ ਨਾਲ ਸਿਰ ਜਿਹੜਾ ਉਹ ਕਲਮ ਕਰਨਾ, ਇਹੀ ਸਜ਼ਾਵਾਂ ਸੀ। ਸੌਖੀ ਵੀ ਸੀ ਔਰ ਪਬਲਿਕਲੀ ਸਾਰੀ ਦੁਨੀਆ ਇਕੱਠੀ ਕਰਕੇ ਕੀਤੀ ਜਾਂਦੀ ਸੀ, ਬਾਕੀਆਂ ਨੂੰ ਵੀ। ਲੇਕਿਨ ਧਾਰਮਿਕ ਸ਼ਖਸੀਅਤਾਂ ਪ੍ਰਤੀ ਯਾਸਾ ਵਾਲੇ ਇਸ ਗੱਲ ਤੋਂ ਬੜੇ ਜਿਹੜੇ ਘਬਰਾਉਂਦੇ ਸੀ ਵੀ ਖੂਨ ਡੁੱਲਣਾ ਨਹੀਂ ਚਾਹੀਦਾ। ਔਰ ਅਸੀਂ ਦੇਖਦੇ ਹਾਂ ਕਿ 3-4 ਦਿਨ ਜਿਸ ਅੰਦਾਜ਼ ਦੇ ਵਿੱਚ ਗੁਰੂ ਅਰਜਨ ਸਾਹਿਬ ਨੂੰ ਟਾਰਚਰ ਕੀਤਾ ਗਿਆ, ਤੱਤੀ ਤਵੀ ਤੇ ਬਿਠਾਇਆ ਗਿਆ, ਫਿਰ ਅਗਲੇ ਦਿਨ ਜਿਹੜਾ ਸਿਰ ਤੇ ਰੇਤ ਪਾਈ ਗਈ, ਉਹੀ ਗਰਮੀ ਜੂਨ ਦਾ ਮਹੀਨਾ, ਔਰ ਫਿਰ ਤੀਸਰੇ ਦਿਨ ਜਿਹੜਾ ਉਹਨਾਂ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ। ਔਰ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਟਾਰਚਰ ਇਸ ਤੋਂ ਵਸਟ ਕਿ ਫਿਰ ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ, ਫਿਰ ਰਾਵੀ ਦੇ ਹਵਾਲੇ ਕਰ ਦਿੱਤਾ ਗਿਆ। ਹੁਣ ਇਹ ਸਿਖਰ ਸੀ ਉਹ ਸਾਰੇ ਦੀ ਗੁਰੂ ਅਰਜਨ ਸਾਹਿਬ ਵਰਗੀ ਸ਼ਖਸੀਅਤ, ਜਿਨ੍ਹਾਂ ਦੀ ਅੱਜ ਵੀ ਜਦੋਂ ਅਸੀਂ ਸੁਖਮਣੀ ਸਾਹਿਬ ਦਾ ਪਾਠ ਕਰਦੇ ਔਰ ਜੇ ਇਹ ਕਹਿਣਾ ਹੋਏ ਕਿ ਲਗਭਗ ਅੱਧੇ ਦੇ ਨੇੜੇ ਤੇੜੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਹ ਗੁਰੂ ਅਰਜਨ ਸਾਹਿਬ ਦੇ ਮੁਖਾਰਬਿੰਦ ਚੋਂ ਉਚਾਰੀ ਗਈ। ਬੇਸ਼ੱਕ ਇਹ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਹੈ। ਲਗਭਗ 18 ਸਾਲ ਦੀ ਉਮਰ 'ਚ ਗੁਰਗੱਦੀ ਤੇ ਗੁਰੂ ਅਰਜਨ ਸਾਹਿਬ ਵਿਰਾਜਮਾਨ ਹੁੰਦੇ ਨੇ ਔਰ ਲਗਭਗ 42 ਸਾਲ ਦੀ ਉਮਰ ਦੇ ਵਿੱਚ ਉਹ ਸ਼ਹੀਦ ਹੁੰਦੇ ਨੇ। ਉਹਨਾਂ ਨੂੰ ਅਸੀਂ ਸ਼ਹੀਦਾਂ ਦੇ ਸਰਤਾਜ ਕਰਕੇ ਯਾਦ ਕਰਦੇ ਹਾਂ। ਹੁਣ ਇਸ ਤੋਂ ਵੱਡੀ ਹੋਰ ਕੋਈ ਸ਼ਾਂਤਮਈ ਨਹੀਂ ਹੋ ਸਕਦੀ ਜੇ ਅਸੀਂ ਜਿਹੜਾ ਸ਼ਹਾਦਤ ਦੀ ਗੱਲ ਕਰੀਏ। ਤੇ ਫਿਰ ਜਦੋਂ ਇਹ ਹੱਦਾਂ ਟੱਪ ਜਾਂਦੀਆਂ ਨੇ, ਫਿਰ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਲਗਭਗ 11 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਗੁਰਗੱਦੀ ਤੇ ਬੈਠਦੇ ਨੇ ਤੇ ਮੀਰੀ ਪੀਰੀ ਦੀਆਂ 2 ਤਲਵਾਰਾਂ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ, ਕਿ ਹੁਣ ਇਹ ਝੂਠ ਦੇ ਤਖਤ ਤੋਂ ਨਿਕਲਣ ਵਾਲੇ ਹੁਕਮ ਜਿਹੜੇ ਨੇ ਉਹ ਗੁਰੂ ਨਾਨਕ ਦੀ ਉਮਤ ਨਹੀਂ ਮੰਨੇਗੀ। ਸਾਡਾ ਤਖਤ ਅਕਾਲ ਦਾ ਤਖਤ ਹੈ, ਸੱਚ ਹੱਕ ਇਨਸਾਫ ਦਾ ਤਖਤ ਹੈ। ਇਹ ਦੁਨੀਆ ਦੇ ਤਖਤਾਂ ਵਾਲੇ ਤਾਂ ਆਉਂਦੇ ਨੇ, ਮਰ ਜਾਂਦੇ ਨੇ। ਇਹ ਅਕਾਲ, ਕਾਲ ਮੌਤ ਨੂੰ ਕਹਿੰਦੇ ਨੇ, ਅਕਾਲ ਥਰੋਨ ਆਫ ਦਾ ਇਮੋਰਟਲ, ਜਿਹਨੂੰ ਕੋਈ ਨਹੀਂ ਮਾਰ ਸਕਦਾ। ਔਰ ਦਿੱਲੀ ਤਖਤ ਤੋਂ 2 ਫੁੱਟ ਉੱਚਾ ਅਕਾਲ ਤਖਤ, ਮੀਰੀ ਪੀਰੀ ਦੀਆਂ 2 ਤਲਵਾਰਾਂ ਦਾ ਪਹਿਨਣ, ਔਰ ਪਹਿਲਾ ਹੁਕਮ ਅਕਾਲ ਤਖਤ ਤੋਂ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਹੁਣ ਜਿਹੜੇ ਇਸ ਆਈਡੀਓਲੋਜੀ ਦੇ, ਔਰ ਇੱਥੇ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦੇ ਵੇਲੇ ਲਫ਼ਜ਼ ਗੁਰਬਾਣੀ ਦੇ ਵਿੱਚ ਰਾਜ ਜੋਗ ਜਿਨ ਮਾਣਿਓ, ਇਹ ਪੱਟਾਂ ਦੇ ਸਵਈਏ ਨੇ ਕਿ ਗੁਰੂ ਨਾਨਕ ਸਾਹਿਬ ਰਾਜੇ ਵੀ ਨੇ, ਗੁਰੂ ਨਾਨਕ ਸਾਹਿਬ ਜੋਗੀ ਵੀ ਨੇ। ਔਰ ਪੰਜਾਬ ਦੀਆਂ ਲੋਕ ਬੋਲੀਆਂ ਦੇ ਵਿੱਚ ਵੀ ਇਹ ਜਿਹੜਾ ਰਹੀ ਹੈ ਬੋਲੀ ਕਿ ਨਾਨਕ, ਬਾਬਾ ਨਾਨਕ ਸ਼ਾਹ ਫਕੀਰ, ਸਿੱਖ ਕਾ ਗੁਰੂ ਮੁਸਲਮਾਨ ਕਾ ਪੀਰ। ਹੁਣ ਜ਼ਾਹਰ ਹੈ ਕਿ ਵੀ ਇਹ ਜਿਹੜਾ ਰਾਜ ਜੋਗੀ ਹੈ 6ਵੇਂ ਪਾਤਸ਼ਾਹ ਦੇ ਵੇਲੇ ਅਸੀਂ ਮੀਰੀ ਪੀਰੀ ਜਾਂ ਭਗਤੀ ਸ਼ਕਤੀ ਆਮ ਲੋਕਾਂ ਦੀ ਜ਼ੁਬਾਨ ਦੇ ਵਿੱਚ, ਔਰ ਇਹੀ ਜਦੋਂ ਅਸੀਂ ਖਾਲਸਾ ਦੇ ਪ੍ਰਗਟ ਹੋਣ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਤੇ ਫਿਰ 5 ਕਕਾਰੀ ਰੂਪ ਦੇ ਵਿੱਚ ਕਿਰਪਾਨ ਸ੍ਰੀ ਸਾਹਿਬ, ਉਸ ਦਾ ਹਮੇਸ਼ਾ ਜਿਹੜਾ ਉਹ ਗਾਤਰੇ ਹੋਣੀ, ਇਸ ਗੱਲ ਦਾ ਜਿਹੜਾ ਇਸ ਫਲਸਫੇ ਦੀ ਕੰਟੀਨਿਊਟੀ ਸੀ ਜਿਸ ਦੇ ਵਿੱਚ ਬੜਾ ਸਪਸ਼ਟ ਸੀ ਕਿ ਭਾਈ ਚੌਂਕਾਰ ਅਜ਼ ਹਮਾ ਹੀਲਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ
ਕੰਮ ਹੁੰਦਾ ਹੈ। ਔਰ ਮੈਂ ਅਕਸਰ ਇਹਨੂੰ ਦੁਹਰਾਉਂਦਾ ਕਿਉਂਕਿ ਨਵੇਂ ਲੋਕ ਵੀ ਪ੍ਰੋਗਰਾਮ ਨਾਲ ਜੁੜਦੇ ਨੇ। ਬਹੁਤ ਵਾਰ ਕਈਆਂ ਨੂੰ ਇਹ ਰਿਮਾਈਂਡਰ ਵੀ ਦੇਣਾ ਪੈਂਦਾ ਹੈ ਕਿ ਭਾਈ ਐਵੇਂ ਸ਼ਾਂਤੀ 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 ਨਾ ਕਰੀ ਜਾਇਆ ਕਰੋ, ਔਰ ਨਾ ਹੀ ਇਸ ਨੂੰ ਬਿਲਕੁਲ ਜੀ ਪੀਸਫੁਲ, ਕਿਉਂਕਿ ਜਿਸ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਥੱਲੇ ਦੁਨੀਆ ਦੀ ਇੱਕ ਮੋਰਲ ਗਵਰਨੈਂਸ ਹੈ, ਬੇਸ਼ੱਕ ਕੋਈ ਯੂਨਾਈਟਿਡ ਨੇਸ਼ਨਸ ਗਵਰਨਮੈਂਟ ਨਹੀਂ ਹੈ ਕਿ ਜਿਹਦੇ ਕੋਲ ਫੌਜ ਹੈ, ਉਹਨੇ ਆਪਣੇ ਆਰਡਰ ਲਾਗੂ ਕਰਨੇ ਨੇ। ਜਿਸ UN ਦੇ ਚਾਰਟਰ ਤੋਂ ਬਾਅਦ ਇੰਟਰਨੈਸ਼ਨਲ ਲਾਅ ਉਸ ਚੋਂ ਨਿਕਲਦਾ ਹੈ, ਜਿਹਦੇ 'ਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਦੋਂ ਉਸ ਸਾਹਮਣੇ ਮੁਕੱਦਮੇ ਵਾਰ ਕ੍ਰਾਈਮਸ ਦੇ ਔਰ ਜੈਨੂਅਨ ਜਿਹੜੀ ਵਾਇਲੈਂਸ ਹੈ ਇਸ ਦੇ ਖੜੇ ਹੁੰਦੇ ਨੇ, ਤੇ ਉਹਦੇ 'ਚ ਵੀ ਜਿਹੜਾ UN ਚਾਰਟਰ ਦਾ ਪ੍ਰੀਐਂਬਲ ਹੈ, ਜਿਹੜੀ ਭੂਮਿਕਾ ਹੈ ਇਸ ਤੋਂ ਪਹਿਲਾਂ ਕਿ ਵੇਅਰ ਐਜ਼ ਆਏ, ਉਸ ਦੇ ਵਿੱਚ ਅਲਫਾਜ਼ ਨੇ, ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਉਸ ਰਸਤੇ ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਸ ਦੇ ਇਨਸਾਨੀ ਹਕੂਕਾਂ ਦੀ ਰੱਖਿਆ ਹੋਣੀ ਚਾਹੀਦੀ ਹੈ। ਸੋ ਵੀਰ ਸ਼ਮਸ਼ੇਰ ਸਿੰਘ ਉਸ ਦੌਰ 'ਚੋਂ ਆਏ, ਇਹਨਾਂ ਦੇ ਨਾਲ ਨਵਰੂਪ ਸਿੰਘ ਕਾਦੀਆਂ ਜਿਹੜੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸਾਡੇ ਵੱਡੇ ਯੋਧੇ ਹੋਏ, ਉਹਨਾਂ ਸਾਰਿਆਂ ਦਾ ਵੀ ਉਹਨਾਂ ਨੇ ਸਾਥ ਮਾਣਿਆ ਹੋਇਆ। ਔਰ ਇਸ ਦ੍ਰਿੜਤਾ ਦੇ ਨਾਲ ਹੀ, ਔਰ ਜਿਹੜੇ ਉਸ ਪੀਰੀਅਡ ਦੇ ਵਿੱਚ ਸੰਘਰਸ਼ਸ਼ੀਲ ਰਹੇ, ਉਹਨਾਂ ਦੀ ਕਮਿਟਮੈਂਟ ਅੱਜ ਵੀ, ਭਾਵੇਂ ਠੀਕ ਹੈ ਕਈ ਵਾਰ ਵਕਤ ਜਾਂ ਹੋਰ ਤੁਹਾਡੀਆਂ ਘਰੇਲੂ ਜ਼ਿੰਮੇਵਾਰੀਆਂ ਤੁਹਾਨੂੰ ਕਈ ਵਾਰ ਉਨਾ ਵਕਤ ਨਹੀਂ ਦੇਣ ਦਿੰਦੀਆਂ, ਲੇਕਿਨ ਅਸੀਂ ਸਮਝਦੇ ਹਾਂ ਕਿ ਅੱਜ ਜਦੋਂ ਖਾਲਿਸਤਾਨ ਦੀ ਗੱਲ, ਉਹ ਖਾਲਿਸਤਾਨ ਰੈਫਰੈਂਡਮ ਰਾਹੀਂ ਹੋਏ, ਉਹ ਪੰਜਾਬ ਵਿਚਲੇ ਇਨਸਾਫ ਮਾਰਚਾਂ ਰਾਹੀਂ ਹੋਏ ਜਾਂ ਖਾਲਿਸਤਾਨੀ ਆਜ਼ਾਦੀ ਮਾਰਚ ਰਾਹੀਂ ਹੋਏ, ਤਾਂ ਸਾਨੂੰ ਕਦੇ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿੱਥੋਂ ਤੱਕ ਅੱਜ ਸਟਰਗਲ ਆਈ ਹੈ, ਔਰ ਇਹ ਵਰ੍ਹਾ ਜਿਹੜਾ ਜਿਸ 2024 'ਚ ਅਸੀਂ ਦਾਖਲ ਹੋਏ ਹਾਂ, ਜੂਨ 84 ਦੇ ਘੱਲੂਘਾਰੇ ਨੂੰ ਵੀ 40 ਸਾਲ ਹੋ ਜਾਣੇ ਨੇ ਇਸ ਵਰੇ, ਔਰ ਨਵੰਬਰ 84 ਦੀ ਨਸਲਕੁਸ਼ੀ ਨੂੰ ਵੀ 40 ਸਾਲ ਹੋ ਜਾਣੇ ਨੇ। ਔਰ ਇਸ ਨੂੰ ਲੈ ਕੇ ਬਹੁਤ ਸਾਰੀਆਂ ਥਾਵਾਂ ਤੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ। ਸਾਡੇ ਆਸਟ੍ਰੇਲੀਆ ਦੇ ਵੀਰਾਂ ਭੈਣਾਂ ਵੱਲੋਂ ਵੀ ਉਹ ਡਿਸਕਸ ਕਰ ਰਹੇ ਨੇ ਕਿ ਕਿਸ ਕਿਸਮ ਦਾ ਪ੍ਰੋਗਰਾਮ ਉਲੀਕਿਆ ਜਾਏ। ਹਾਲਾਂ ਜਿਹੜਾ ਇਹ ਦੁਨੀਆ ਭਰ ਦੇ ਵਿੱਚ ਇਸ ਦੇ ਉੱਤੇ ਫੋਕਸ ਹੋਏਗਾ, ਪਰ ਮੈਂ ਅਗੇਨ ਇਸ ਦੇ ਉੱਤੇ ਐਮਫੇਸਾਈਜ਼ ਕਰਨਾ ਚਾਹੁੰਦਾ ਵੀ ਕਈ ਵਾਰ ਅਸੀਂ ਕਿਸੇ ਚੀਜ਼ ਨੂੰ ਕਮੈਮੋਰੇਟ ਕਰਨ ਜਾਂ ਰਿਮੈਂਬਰ ਕਰਨ ਜਾਂ ਸ਼ਹੀਦੀ ਸਮਾਗਮ ਕਰਨ ਦੇ ਵਿੱਚ, ਇਹ ਬਹੁਤ ਚੰਗੀ ਗੱਲ ਹੈ ਰਿਮਾਈਂਡਰ ਦੇ ਤੌਰ ਤੇ, ਬਿਲਕੁਲ, ਪਰ ਇੱਕ ਰਿਚੁਅਲ ਨਹੀਂ ਬਣ ਜਾਣਾ ਚਾਹੀਦਾ। ਜਦੋਂ ਅਸੀਂ ਜੂਨ 84 ਨੂੰ ਯਾਦ ਕਰਦੇ, ਫਿਰ ਸਾਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹ ਸਾਰੇ ਯੋਧੇ ਸਿੰਘ ਜਿਹੜੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜੇ, ਉਹਨਾਂ ਨੇ ਚਰਖਾ ਨਹੀਂ ਕੱਤਿਆ ਹੈ ਅਕਾਲ ਤਖਤ ਤੇ ਬਹਿ ਕੇ, ਔਰ ਫਿਰ ਉਹਨਾਂ ਦੀ ਪ੍ਰੇਰਨਾ ਦੇ ਨਾਲ ਅਗਲੇ 10 ਸਾਲ ਜਿਸ ਲੈਵਲ ਦੇ ਉੱਤੇ ਸਾਡਾ ਸੰਘਰਸ਼ ਪਹੁੰਚਿਆ, ਇੱਕ ਇਹਦੇ ਬਾਵਜੂਦ ਕਿ ਕਿਸੇ ਮੁਲਕ ਦੀ ਹਮਾਇਤ ਨਹੀਂ ਹੈ, ਇਹਦੇ ਬਾਵਜੂਦ ਕਿ ਕੋਈ ਜਿਹੜਾ ਆਲ ਆਫ ਏ ਸਡਨ ਲਾਈਕ ਏ ਸ਼ੌਕ ਜੂਨ 84 ਦਾ ਘੱਲੂਘਾਰਾ ਵਾਪਰਦਾ, ਪਰ 10 ਸਾਲ ਹਕੂਮਤ ਨੂੰ ਵਾਹਣੀ ਪਾ ਰੱਖਿਆ। ਇਹ ਛੋਟਾ ਨਹੀਂ ਹੈ, ਇਹ ਸਾਡਾ ਗੋਲਡਨ ਦੌਰ ਹੈ ਜਿਸ ਦੇ ਵਿੱਚ ਘੱਲੂਘਾਰਾ ਵਰਤਾਉਣ ਵਾਲੀ ਪ੍ਰਾਈਮ ਮਿਨਿਸਟਰ, ਫੌਜੀ ਚੀਫ ਔਰ ਕਿੰਨੇ ਹੋਰ ਜਿਹੜੇ ਨੇ, ਉਹਨਾਂ ਨੂੰ ਸਜ਼ਾ ਯਾਫਤਾ ਕਰਕੇ ਜਿਹੜਾ ਗੁਰਬਾਣੀ ਦਾ ਫਰਮਾਨ ਕਿ ਪਾਪੀ ਕੋ ਡੰਡ ਦਿਓ ਹੈ ਜੈਕਾਰ ਕੀਓ ਧਰਮੀਆਂ ਕਾ, ਇਸ ਨੂੰ ਬੁਲੰਦ ਰੱਖਿਆ। ਔਰ ਇਹ ਮੈਂ ਇਸ ਲਈ ਵੀ ਇਸ ਦੇ ਉੱਤੇ ਜਿਹੜਾ ਹੈ ਉਹ ਗੱਲ ਕੀਤੀ ਹੈ ਕਿ ਅੱਜ ਜਦੋਂ ਅਸੀਂ ਇੱਕ ਬੇਬਸੀ ਜਿਹੀ ਦੇ ਆਲਮ 'ਚ ਹੈ, ਜੋ ਕੁਛ ਸ਼ੰਭੂ ਔਰ ਦੂਸਰੇ ਬਾਰਡਰ ਦੇ ਉੱਤੇ, ਖਨੌਰੀ ਬਾਰਡਰ ਦੇ ਉੱਤੇ ਹੁੰਦਾ ਹੈ, ਔਰ ਬਿਲਕੁਲ ਬੇਬਸੀ ਜਿਹੀ ਦਾ ਆਲਮ ਇੱਕ ਵੱਡੇ ਤਬਕੇ ਦਾ, ਔਰ ਉਹਨਾਂ ਦਾ ਵੀ ਨੌਜਵਾਨ ਵੀ ਇਹ ਕਹਿ ਰਹੇ ਨੇ ਕਿ ਜੋ ਉਹਨਾਂ ਨੇ ਸਾਨੂੰ ਕਿਹਾ, ਜੋ ਜਿਵੇਂ ਉਹਨਾਂ ਨੇ ਜ਼ੁਲਮ ਕੀਤੇ ਆ ਕੇ, ਔਰ ਇੱਕ ਅੱਜ ਆਪਣਾ ਟੈਸਟੀਮਨੀ ਦੇ ਰਿਹਾ ਸੀ ਕਿ ਉਹ ਪੱਟ ਦੇ ਉੱਤੇ ਜਿਹੜੇ ਉਹ ਹਮਲਾ ਕਰਨ ਵਾਲੇ ਗੁੰਡੇ ਨੇ ਆ ਕੇ ਕਹਿੰਦੇ ਨੇ ਵੀ ਅਸੀਂ ਤਾਂ ਤੁਹਾਡੀਆਂ ਕੁੜੀਆਂ ਵਿਆਹੁਣੀਆਂ ਨੇ, ਚੁੱਕ ਕੇ ਲਿਜਾਣੀਆਂ ਨੇ। ਸੋ ਜਦੋਂ ਇਸ ਲੈਵਲ ਤੱਕ ਹੋ ਤਾਂ ਤੁਸੀਂ ਕਹੋ ਜੀ ਅਸੀਂ ਤਾਂ ਬਸ ਉਹ ਸ਼ਾਂਤਮਈ ਦਾ ਪਾਠ ਪੜ੍ਹਿਆ ਹੋਇਆ, ਉਹੀ ਮੰਤਰ ਜਪੀ ਜਾਣਾ, ਤੇ ਉਹ ਬਥੇਰਾ ਇਹ ਸਾਰੇ ਤੋਂ ਜਿਹੜਾ ਅਲਟੀਮੇਟਲੀ ਧਰਮ ਯੁੱਧ ਮੋਰਚੇ ਤੋਂ ਵੱਡਾ ਕੋਈ ਮੋਰਚਾ ਨਹੀਂ ਸੀ, ਉਸ ਖਿੱਤੇ ਦਾ ਹੀ ਕੋਈ ਮੋਰਚਾ ਨਹੀਂ ਸੀ। ਜਿਸ ਗਾਂਧੀ ਦੇ ਕੁਇਟ ਇੰਡੀਆ ਮੂਵਮੈਂਟ ਨੂੰ ਬਹੁਤ ਵੱਡੀ ਮੂਵਮੈਂਟ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਜਾਂਦਾ ਹੈ, ਅੰਗਰੇਜ਼ੋ ਭਾਰਤ ਛੱਡੋ, ਉਹਦੇ 'ਚ ਸਿਰਫ 42,000 ਗ੍ਰਿਫਤਾਰੀਆਂ ਹੋਈਆਂ ਸੀ,
ਲੇਕਿਨ ਜਦੋਂ ਅਸੀਂ ਧਰਮ ਯੁੱਧ ਮੋਰਚੇ ਦੀ ਗੱਲ ਕਰਦੇ ਹਾਂ 82 ਤੋਂ 84 ਜਦੋਂ ਜੂਨ ਦੇ ਪਹਿਲੇ ਹਫਤੇ ਹਮਲਾ ਕੀਤਾ ਜਾਂਦਾ 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ। ਹੁਣ ਤੁਸੀਂ ਆਬਾਦੀ ਵਾਈਜ਼ ਭਾਰਤ ਦੇ 33 ਕਰੋੜ ਚੋਂ 42,000 ਦਾ ਨਿਕਲਣਾ, ਉਹ ਵੀ ਜਦੋਂ ਗਾਂਧੀ ਪੀਕ ਤੇ ਸੀ 1942 ਤੱਕ ਪਹੁੰਚਦੇ ਆ, ਉਹ ਪੂਰਾ ਰਾਸ਼ਟਰਪਿਤਾ ਉਹਨੂੰ ਬਣਾਇਆ ਹੋਇਆ ਸੀ, ਪਿਓ ਬਣਾਇਆ ਹੋਇਆ ਸੀ। ਤੇ ਜੇ ਉਹਨਾਂ ਦਾ ਔਰ ਸਾਰੇ ਭਾਰਤ ਚੋਂ ਇੰਨੇ ਨਿਕਲਦੇ ਨੇ ਤੇ ਇੱਥੇ ਛੋਟੀ ਜਿਹੀ ਸਿੱਖ ਕੌਮ ਚੋਂ 2 ਲੱਖ ਬੰਦਾ ਜਿਹੜਾ ਉਹ ਆਪਣੇ ਆਪ ਨੂੰ ਲਿਆ ਕੇ ਗ੍ਰਿਫਤਾਰੀ ਲਈ ਪੇਸ਼ ਕਰਦਾ ਹੈ, ਜੇਲ੍ਹਾਂ 'ਚ ਰੱਖਿਆ ਜਾਂਦਾ ਹੈ। ਉਸ ਤੋਂ ਵੱਡੀ ਹੋਰ ਕਿਹੜੀ ਪੀਸਫੁਲ ਮੂਵਮੈਂਟ ਹੋ ਸਕਦੀ ਹੈ? ਔਰ ਉਹਦੇ 'ਚ ਵੀ ਕੋਈ ਭਾਰਤ ਨੂੰ ਤੋੜਨ ਦੀ ਲਾਈਨ ਨਹੀਂ ਸੀ। ਅਨੰਦਪੁਰ ਦਾ ਮਤਾ ਇੱਕ ਜੈਨੂਇਨ ਫੈਡਰਲ ਸਟਰਕਚਰ ਦੀ ਗੱਲ ਕਰਦਾ ਸੀ, ਪਰ ਉਸ ਦਾ ਜਵਾਬ ਔਰ ਇਹ ਜਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਇਹ ਕਿਸਾਨ ਮਿਨੀਮਮ ਸਪੋਰਟ ਪ੍ਰਾਈਸ ਜਾਂ ਬਾਕੀ ਜਿਹੜੀਆਂ ਨੇ ਕਮਿਸ਼ਨਾਂ ਦੀ ਗੱਲ ਔਰ ਦੂਸਰੇ ਤੀਸਰੇ ਕਰ ਰਿਹਾ ਹੈ ਕਿ ਜੀ ਇਹ ਜਿਹੜੀ ਰਿਪੋਰਟ ਹੈ ਸਵਾਮੀਨਾਥਨ ਕਮਿਸ਼ਨ ਰਿਪੋਰਟ ਹੋਏ ਦੂਸਰਾ ਹੋਏ, ਜੇ ਤੁਸੀਂ ਅਨੰਦਪੁਰ ਸਾਹਿਬ ਦਾ ਮਤਾ ਧਿਆਨ ਨਾਲ ਪੜ੍ਹੋ ਜੀ, ਉਹ ਇਕਨੋਮਿਕਲ ਹੱਕਾਂ ਦੇ ਉੱਤੇ, ਕਿਉਂਕਿ ਇਹ ਵੱਖਰੀ ਕਹਾਣੀ ਹੈ ਅੱਜ ਕਿ ਵੀ ਜਦੋਂ ਅਸੀਂ ਕਿਸਾਨ ਮੂਵਮੈਂਟ ਦੀ ਲੀਡਰਸ਼ਿਪ ਦੀ ਗੱਲ ਕਰਦੇ ਹਾਂ, ਪਹਿਲਾਂ ਜਿਸ ਅੰਦਾਜ਼ ਦੇ ਵਿੱਚ ਜਿਹੜਾ ਹੈ ਉਹ ਪੰਦੇਰ ਔਰ ਡੱਲੇਵਾਲ ਉਹਨਾਂ ਨੇ ਆਪਣੇ ਲੈਵਲ ਤੇ ਲੀਡ ਕਰਨ ਦੀ ਕੋਸ਼ਿਸ਼ ਕੀਤੀ, ਹੁਣ ਉਹ 42 ਜਥੇਬੰਦੀਆਂ ਵਾਲਾ ਸੰਯੁਕਤ ਕਿਸਾਨ ਮੋਰਚਾ ਫੇਰ ਨਿਕਲ ਆਇਆ। ਹਾਲਾਂ ਇਹ 2 ਸਾਲ 'ਚ ਇੱਕ ਜੈਨੂਇਨ ਸਵਾਲ ਹੈ, ਤੁਸੀਂ ਵੀ ਕਿਹਾ ਕਿ ਵੀ ਕਿੱਥੇ ਸੁੱਤੇ ਹੋਏ ਸੀ। ਬਿਲਕੁਲ। ਹੁਣ ਜਦੋਂ ਇਹ ਮੋਰਚਾ ਜਿਹੜਾ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਰਿਹਾ ਔਰ ਜਦੋਂ ਇਹਨੂੰ ਫਤਹ ਕਰਨ ਦੀ ਪੂਰੇ ਜਿਹੜਾ ਉਹ ਜਿੱਤ ਦੇ ਸ਼ਾਦਿਆਨੇ ਵਜਾਉਂਦੇ ਆ ਦਿੱਲੀ 'ਚੋਂ ਵਾਪਸ ਆਏ ਕਿ ਜੀ ਮੋਰਚਾ ਫਤਹ ਹੋ ਗਿਆ, ਜਿੱਤ ਗਏ, ਉਦੋਂ ਵੀ ਇਹਨਾਂ ਨੂੰ ਉਹ ਦੀਪ ਸਿੱਧੂ ਹੋਏ ਜਾਂ ਦੂਸਰੇ ਜੈਨੂਇਨ ਲੋਕ ਸੀ ਕਿ ਵੀ ਅਜੇ ਇੱਥੋਂ ਮਤ ਉੱਠੋ, ਇਹ ਠੀਕ ਹੈ ਕਾਨੂੰਨ ਵਾਪਸ ਲੈਣ ਦੀ ਗੱਲ ਜ਼ਬਾਨੀ ਕਲਾਮੀ ਜਾਂ ਪਾਰਲੀਮੈਂਟ ਜਾਂ ਦੂਜੇ ਤੀਜੇ ਰਾਹੀਂ ਇਹਨਾਂ ਨੇ ਕਰ ਲਈ ਹੈ, ਪਰ ਜਿਹੜੀਆਂ ਇਸ ਨਾਲ ਸੰਬੰਧਿਤ ਬਾਕੀ ਪਾਰਟ ਹੈ ਕਿ ਭਈ ਜਿਹੜੀ ਅਸਲੀ ਸਵਾਮੀ ਉਹ ਤਾਂ ਜੈਸੇ ਥੇ ਵਾਲੀ ਗੱਲ ਹੋਈ ਵੀ ਪਹਿਲਾਂ ਹੀ ਲੁੱਟ ਖਸੁੱਟ ਜਾਂ ਆਤਮ ਹੱਤਿਆਵਾਂ ਜਾਂ ਦੂਸਰੀਆਂ ਚੱਲ ਰਹੀਆਂ ਸੀ, ਉਹਨਾਂ ਨੇ ਕਾਨੂੰਨ ਲਿਆਂਦੇ, ਉਹਨਾਂ ਨੇ ਵਾਪਸ ਕਰ ਲਏ। ਉਹਦੇ ਚੇਂਜ ਕੀ ਹੋਈ ਕਿ ਭਾਈ ਤੁਸੀਂ ਤੁਹਾਡਾ 700-800 ਬੰਦਾ ਮਰਿਆ ਹੈ, ਉਹਨਾਂ ਦੇ ਲਈ ਜੇ ਤੁਸੀਂ ਕਹਿੰਦੇ ਹੋ ਜੀ ਅਸੀਂ ਯਾਦਗਾਰ ਬਣਾਉਣੀ, ਕੰਪਨਸੇਸ਼ਨ, ਹਜ਼ਾਰਾਂ ਕਿਸਾਨਾਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਹੋਏ ਨੇ, ਉਹਨਾਂ ਨੂੰ ਪ੍ਰੋਪਰਲੀ ਵਾਪਸ ਲੈਣ ਦੀ ਗੱਲ, ਜਿਹੜੇ ਕਰਜ਼ੇ ਸੀ ਕਿਸਾਨਾਂ ਦੇ ਭਾਈ ਉਹ ਜਿਹੜੇ ਹੋਰ ਇਹਨਾਂ ਦੇ ਅੰਬਾਨੀ ਅਡਾਨੀ ਨਸਲ ਦੇ ਅਮੀਰ ਨੇ ਜਿਨ੍ਹਾਂ ਦੇ hundreds of millions of dollars ਇੱਕ ਲੀਕ ਮਾਰ ਕੇ ਕਰਜ਼ੇ ਮਾਫ ਕਰਤੇ ਜਾਂਦੇ ਨੇ, ਉਹ ਕਰਜ਼ੇ ਮਾਫੀ ਦਾ ਜਿਹੜਾ ਹੈ ਉਹ ਪ੍ਰੋਪਰ ਰੱਖੋ ਭਵਿੱਖ ਦੇ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਦੀ ਲਾਈਨ ਨੂੰ ਜਿਹੜਾ ਹੈ। ਲੇਕਿਨ ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਤਾਂ ਸੀ ਕਿ ਵੀ ਉਹ ਤਾਂ ਪਹਿਲਾਂ ਹੀ ਜਦੋਂ ਹੁਣ ਉਹਨੇ ਕੀ ਨਾਂ ਹੈ ਉਹਦਾ ਮਨਦੀਪ ਪੂਨੀਆ ਜਿਹੜਾ ਜਾਟ ਜਰਨਲਿਸਟ ਹੈ, ਉਹਨੇ ਤਾਂ ਇਹਨਾਂ ਦੇ ਸਾਰੇ ਪੋਲ ਖੋਲੇ ਹੋਏ ਨੇ ਆਪਣੇ ਆਪਣੇ ਲੈਵਲ ਤੇ, ਸਾਰਿਆਂ ਨੇ ਜਿਹੜੇ ਨੇ ਉਹ ਕਨੈਕਸ਼ਨ ਬਣਾਏ ਹੋਏ ਸੀ। ਇਹ ਤਾਂ ਸਿੱਖ ਕੌਮ ਦੀ ਸਪਿਰਿਟ ਬਾਹਰ ਚੱਲ ਰਹੀ ਮੂਵਮੈਂਟ ਦਾ ਦਬਾਅ ਖਾਲਿਸਤਾਨ ਦੀ ਗੱਲ ਦਾ ਕਿ ਇਹ ਉਹਨਾਂ ਦੀਆਂ ਏਜੰਸੀਆਂ ਔਰ ਖਾਸ ਤੌਰ ਤੇ ਈਵਨ ਸਿੱਖ ਫੌਜ ਦੇ ਵਿੱਚ ਵੀ ਬੇਚੈਨੀ ਜਿਹੜੀ ਇੱਕ ਜਿਹਦਾ ਬਾਰਡਰ ਤੇ ਭਰਾ ਬੈਠਾ ਬਾਪੂ ਜਿਹੜਾ ਉਹ ਸ਼ਹੀਦ ਹੋ ਰਿਹਾ ਕਿਸਾਨ ਮੋਰਚੇ ਦੇ ਵਿੱਚ, ਤੇ ਉਹਨਾਂ ਨੂੰ ਲੱਗਾ ਕਿ ਵੀ ਔਰ ਥਰਡਲੀ ਜਿਹੜੀ ਇੱਕ ਬੜੀ ਅੱਛੀ ਬੋਨ ਹੋਮੀ ਸਿੱਖ ਕੌਮ ਔਰ ਵੈਸਟਰਨ ਯੂਪੀ ਔਰ ਹਰਿਆਣੇ ਦੇ ਜਾਟਾਂ ਵਿਚਾਲੇ ਬਣ ਰਹੀ ਸੀ, ਔਰ ਈਵਨ ਜਿਹੜਾ ਦਲਿਤ ਸਮਾਜ ਜਾਂ ਦੂਸਰੇ ਜਿਨ੍ਹਾਂ ਨੂੰ ਅਹਿਸਾਸ ਹੀ ਨਹੀਂ ਸੀ ਕਿ ਸਿੱਖ ਹੋਣ ਦਾ ਮਤਲਬ ਸੰਗਤ ਤੇ ਪੰਗਤ ਦੀ ਬਰਾਬਰੀ ਦਾ, ਇਹ ਸਾਰੇ ਫੈਕਟਰ ਸਨ ਜਿਨ੍ਹਾਂ ਨੇ ਉਹਨਾਂ ਨੂੰ ਮਜਬੂਰ ਕੀਤਾ। ਲੇਕਿਨ ਔਰ ਕਮੇਟੀ ਵੀ ਬਣਾਈ ਗਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਜਾਂ ਮਿਨੀਮਮ ਸਪੋਰਟ ਪ੍ਰਾਈਸ ਨੂੰ ਲੈ ਕੇ। ਹੁਣ ਇਹ ਪੁੱਛਿਆ ਜਾ ਸਕਦਾ ਹੈ, ਇਹ ਤਾਂ ਆਉਂਦੇ ਇਹਨਾਂ ਨੂੰ ਲੱਗਾ ਕਿ ਜੀ ਅਸੀਂ ਜਿਹੜਾ ਰਾਜੇਵਾਲ ਇਲੈਕਸ਼ਨਾਂ ਆ ਗਈਆਂ ਅਸੈਂਬਲੀ ਦੀਆਂ, ਆਪਣਾ ਜਿੱਤੋਂ ਕਿਵੇਂ ਜ਼ਮਾਨਤਾਂ ਆਪਣੀਆਂ ਮੁੜ ਕੇ ਜ਼ਬਤ ਕਰਾਈਆਂ, ਸੋ ਪੋਲੀਟੀਕਲ ਪਾਵਰ ਤਾਂ ਉਹਨੂੰ ਬਣਨ ਹੀ ਨਹੀਂ ਦਿੱਤਾ। ਪਰ ਉਹ ਵੀ ਸਮਝ ਆਇਆ ਕਿ ਭਾਈ ਇੱਕ ਤਬਕੇ ਨੂੰ ਲੱਗਦਾ ਸੀ ਵੀ ਚਲੋ ਪੋਲੀਟੀਕਲ ਪਾਵਰ ਗ੍ਰੈਬ ਕਰ ਲਈਏ ਫਿਰ ਕਿਸਾਨਾਂ ਦਾ ਭਲਾ ਕਰਾਂਗੇ, ਪਰ 2 ਸਾਲ ਇਹ ਕਿੱਥੇ ਰਹੇ ਗਵਾਚੇ। ਇਹਨਾਂ ਨੂੰ ਕਿਉਂ ਨਹੀਂ ਨਜ਼ਰ ਆਇਆ ਕਿ ਜੇ 32-33 ਮੀਟਿੰਗਾਂ ਜੇ ਉਹਨਾਂ ਦੀਆਂ ਕਮੇਟੀ ਨੇ ਕੀਤੀਆਂ ਵੀ ਨੇ ਉਹਦਾ ਰਿਜ਼ਲਟ ਕੀ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀ ਕਿ ਜਿੰਨੀ ਵੱਡੀ ਇਹ ਸਟਰਗਲ ਜਿਸ ਲੈਵਲ ਦੇ ਉੱਤੇ ਇਹ ਲੜੀ ਜਾਣੀ ਹੈ, ਇਹ ਜਿਹੜੇ ਆ ਸਰਵਣ ਸਿੰਘ ਪੰਧੇਰ ਜਾਂ ਜਗਜੀਤ ਸਿੰਘ ਡੱਲੇਵਾਲ ਦੇ ਵੱਸ ਦਾ ਰੋਗ ਨਹੀਂ ਹੈ ਕਿ ਉਹਨਾਂ ਦਾ ਪੂਰਾ ਸਟਰਕਚਰ ਦੂਜਾ, ਉਹਨਾਂ ਨੇ ਬੜੀ ਕਲੈਵਰਲੀ ਆਈਸੋਲੇਟ ਵੀ ਕੀਤਾ
ਜਿਵੇਂ ਉਹਨਾਂ ਨੇ ਹਰਿਆਣੇ ਦੀ ਅੰਨੀ ਤਾਕਤ ਵਰਤੀ, ਉਹਦੇ 'ਚ ਕੱਲੀ ਪੁਲਿਸ ਜਾਂ ਐਡਮਿਨਿਸਟ੍ਰੇਸ਼ਨ ਤੱਕ ਹੀ ਨਹੀਂ ਹੈ, ਕਿਵੇਂ ਪੈਰਾਮਿਲਟਰੀ ਫੋਰਸਿਸ ਔਰ ਈਵਨ ਅਗਨੀਵੀਰ ਦੇ ਨਾਂ ਥੱਲੇ, ਕਿਉਂਕਿ ਜਿਹੜਾ ਇਹਨਾਂ ਨੇ ਕਰਤੂਤ ਸ਼ੰਭੂ ਬਾਰਡਰ ਤੇ ਕੀਤੀ ਜਿਹਦੇ ਵਿੱਚ ਦਰਜਨਾਂ ਨੌਜਵਾਨ ਲਾਪਤਾ ਨੇ ਜੀ, ਔਰ ਇਹ ਸਾਰੀ ਜਿਹੜੀ ਆ ਉਹਦੇ 'ਚੋਂ ਆਰਐਸਐਸ ਦੀ ਇਨਫਿਲਟ੍ਰੇਸ਼ਨ ਟੋਟਲ ਜਿਸ ਲੈਵਲ ਦੇ ਉੱਤੇ, ਔਰ ਉਦੋਂ ਵੀ ਜੇ ਇਹ 2 ਸਾਲਾਂ 'ਚ ਭਾਰਤੀ ਕਿਸਾਨ ਮੋਰਚੇ ਨੇ ਉਹਨਾਂ ਜਿਹੜੇ ਸਮਝੌਤੇ ਦੀਆਂ ਟਰਮ ਸੀ, ਹਾਲਾਂਕਿ ਸਮਝੌਤਾ ਤਾਂ ਇਹਨਾਂ ਨੂੰ ਸਦਕੇ ਨਹੀਂ ਸੀ ਕੀਤਾ ਹੋਇਆ, ਉਹ ਤਾਂ ਵਨ ਵੇ ਐਲਾਨੀਆਂ ਹੀ ਸੀ ਉਹਦਾ ਮੋਦੀ ਦਾ, ਪਰ ਤੁਸੀਂ ਉਸ ਦੇ ਉੱਤੇ ਕਿਹੜਾ ਫਾਲੋ ਅਪ ਕੀਤਾ ਜੀ 2 ਸਾਲਾਂ 'ਚ ਕਿ ਵੀ ਕਮੇਟੀਆਂ ਦੀਆਂ ਰਿਪੋਰਟਾਂ 'ਚੋਂ ਕੀ ਨਿਕਲਿਆ, ਮਿਨੀਮਮ ਸਪੋਰਟ ਪ੍ਰਾਈਸ 'ਚੋਂ ਕੀ ਨਿਕਲਿਆ। ਇਹ 2 ਯੋਧੇ ਜਿਹੜੇ ਨੇ ਡੱਲੇਵਾਲ ਔਰ ਪੰਦੇਰ, ਜਿਹੜੇ ਜ਼ਾਹਰ ਹੈ ਅੰਮ੍ਰਿਤਧਾਰੀ ਸਿੰਘ ਨੇ ਸਿੱਖੀ ਵਿਸ਼ਵਾਸ ਨਾਲ ਅਕਾਲ ਤਖਤ ਤੇ ਅਰਦਾਸ ਕਰਕੇ ਨਿਕਲ ਆਏ ਕਿ ਭਾਈ ਦੇਖੀ ਜਾਏਗੀ। ਇਹਨਾਂ ਨੂੰ ਵੀ ਲੱਗਦਾ ਸੀ ਕਿਸਾਨ ਮੋਰਚੇ ਨੂੰ ਕਿ ਵੀ ਜਿਵੇਂ ਇਹਨਾਂ ਨੇ ਧੋਖਾ ਜਾਂ ਦੂਜਾ ਕੀਤਾ, ਕਿਸਾਨ ਤਾਂ ਇਹਨਾਂ ਤੋਂ ਵੱਧ ਹੈ ਹੀ ਸੀ, ਲੇਕਿਨ ਇਹਨਾਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਪੰਜਾਬ ਦੀ ਮਿੱਟੀ ਦੇ ਵਿੱਚ, ਜਿਹਨੂੰ ਅਕਸਰ ਜਦੋਂ ਮੈਂ ਸਰ ਕਪੂਰ ਸਿੰਘ ਹੋਰਾਂ ਦੇ ਇਹ ਲਫ਼ਜ਼ ਦੁਹਰਾਉਂਦਾ ਹੈ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਉਹਦੀ ਟਿਊਨਿੰਗ ਕੀਤੀ ਜਾਂਦੀ, ਉਹਨੂੰ ਸੁਰ ਕੀਤਾ ਜਾਂਦਾ, ਪਰ ਖਾਲਸਾ ਇੱਕ ਐਸਾ ਸਾਜ਼ ਹੈ ਜਿਹਦੀ ਟਿਊਨਿੰਗ 10 ਪਾਤਸ਼ਾਹੀਆਂ ਨੇ ਕੀਤੀ ਹੋਈ ਹੈ। ਠੀਕ ਸੁਰ ਦੇ ਉੱਤੇ ਉਂਗਲ ਰੱਖਣ ਦੀ ਲੋੜ ਹੈ, ਇਹਨੇ ਗੁੰਜਾਰਾਂ ਪਾਉਣੀਆਂ ਨੇ। ਹੁਣ ਪੰਦੇਰ ਜਾਂ ਡੱਲੇਵਾਲ ਜਦੋਂ ਇਹਨਾਂ ਨੇ ਕਾਲ ਦਿੱਤੀ ਔਰ ਜਿਸ ਜੋਸ਼ੋ ਖਰੋਸ਼ ਦੇ ਨਾਲ ਨੌਜਵਾਨ ਨਿਕਲੇ, 8-10 ਹਜ਼ਾਰ ਬੰਦਿਆਂ ਦਾ ਇਕੱਠ ਖਨੌਰੀ ਔਰ ਸ਼ੰਭੂ, ਔਰ ਇਹ ਵੱਧਦਾ ਚਲਾ ਗਿਆ। ਇਹਨਾਂ ਨੂੰ ਵੀ ਵਕਤ ਪਾ ਦਿੱਤਾ ਕਿ ਵੀ ਇਹ ਤਾਂ ਜੀ ਹੁਣ ਹੈ ਤਾਂ ਇਹ ਸਾਰੇ ਛੋਟੀਆਂ ਫੀਫਡਮਸ ਬਣਾਈਆਂ ਹੋਈਆਂ ਨਾ, ਆਪਣੀਆਂ ਜ਼ਗੀਰਾਂ ਬਣਾਈਆਂ ਹੋਈਆਂ ਨੇ। ਉਹਨੂੰ ਲੱਗਾ ਵੀ ਇਹ ਕਿੱਥੋਂ ਆ ਗਏ, ਲੇਕਿਨ ਉਹ ਵੀ ਖੜੇ ਤਮਾਸ਼ਾ ਦੇਖ ਉੱਥੋਂ ਕਰ ਰਹੇ ਸੀ ਜੀ ਅਸੀਂ ਮੰਗਾਂ ਦੇ ਨਾਲ ਹੈ, ਅਸੀਂ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਜਿਹੜਾ ਉਹ ਰੋਸ ਮਾਰਚ ਕਰਾਂਗੇ, ਅਸੀਂ ਇੱਥੇ ਕਰਾਂਗੇ ਉੱਥੇ। ਬਈ ਤੁਹਾਨੂੰ ਤੁਹਾਡੇ ਭਰਾ ਜਿਹੜੇ ਕੱਲ ਤੱਕ ਇਹ ਵੀ ਜਿਹੜੀਆਂ ਦੋਨੋਂ ਜਥੇਬੰਦੀਆਂ ਨੇ ਮੇਨ ਉਸ ਸਿਸਟਮ ਦਾ ਹਿੱਸਾ ਸੀ, ਜਿਨ੍ਹਾਂ ਨੇ 13 ਮਹੀਨੇ ਜਿਹੜਾ ਉੱਥੇ ਕੈਂਪ ਕੀਤਾ ਦਿੱਲੀ ਦੇ ਵਿੱਚ। ਸੋ ਜਦੋਂ ਹੁਣ ਕਿਉਂਕਿ ਜਿਸ ਲੈਵਲ ਦੇ ਉੱਤੇ ਜ਼ੁਲਮ ਢਾਇਆ, ਹਰਿਆਣੇ ਦੀ ਪੁਲਿਸ ਨੇ, ਸੁਰੱਖਿਆ ਦਸਤਿਆਂ ਨੇ, ਲਾਈਵ ਐਮਨੀਸ਼ਨ ਵੀ ਇਸਤੇਮਾਲ ਕੀਤਾ ਗਿਆ, ਔਰ ਨਤੀਜੇ ਦੇ ਤੌਰ ਤੇ ਜਿੰਨਾ ਰੋਹ ਦੁਨੀਆ ਭਰ 'ਚ ਜਾਗਿਆ ਔਰ ਜਿੰਨਾ 13 ਮਹੀਨਿਆਂ ਦੇ ਦੌਰਾਨ ਪਬਲਿਸਿਟੀ ਨਹੀਂ ਸੀ ਮਿਲੀ, ਪਿਛਲੇ ਅਸੀਂ ਦੇਖਦੇ ਹਾਂ ਕਿ 3-4 ਦਿਨਾਂ ਦੇ ਵਿੱਚ ਇਸ ਘਟਨਾ ਤੋਂ ਪਹਿਲਾਂ ਵੀ, ਔਰ ਜਦੋਂ ਇਹਨਾਂ ਨੇ ਬਲੌਕ ਕੀਤਾ ਸ਼ੰਭੂ ਔਰ ਇੱਕ ਲੇਅਰ ਦਾ ਬੈਰੀਕੇਡ, ਦੂਜੇ ਦਾ ਵੱਡੀਆਂ ਕਿੱਲਾਂ ਔਰ ਕੀ ਲਾ ਕੇ ਲਾਇਆ, ਸੋ ਇਹਨਾਂ ਨੂੰ ਵੀ ਫਿਕਰ ਪੈ ਗਿਆ ਵੀ ਇਹ ਤਾਂ ਲੀਡਰਸ਼ਿਪ ਹੀ ਨਿਕਲ ਜਾਏਗੀ ਇੱਥੋਂ। ਔਰ ਨਤੀਜੇ ਦੇ ਤੌਰ ਤੇ ਹੁਣ ਉਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕਰਕੇ ਔਰ ਇਹ ਜਿਹੜੀਆਂ ਨੇ ਮੰਗਾਂ ਜਿਹੜੀਆਂ ਉਹ ਕਿਹਾ ਕਿ ਜੀ ਅਸੀਂ 26 ਫਰਵਰੀ ਨੂੰ ਜਿਹੜਾ ਉਹ ਰੱਖਾਂਗੇ ਇੱਕ ਕੁਇਟ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜੀ ਹੈ ਡੇ। ਹੁਣ ਕਿਉਂਕਿ ਇਹ ਸਾਰਾ ਜਿਹੜਾ ਜਦੋਂ ਅਸੀਂ ਸਬਸਿਡੀਜ਼ ਔਰ ਦੂਸਰਿਆਂ ਦਾ ਦੇਖਦੇ ਹਾਂ, ਇਹਦੀਆਂ ਜਿਹੜੀਆਂ ਜੜ੍ਹਾਂ ਨੇ ਕੱਲੀਆਂ ਭਾਰਤ ਤੱਕ ਹੀ ਨਹੀਂ ਨੇ, ਇਹ ਜਿਹੜੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀਆਂ ਸ਼ਰਤਾਂ ਨੇ ਜਿਹਦੇ ਤੁਸੀਂ ਸਬਸਿਡੀ ਨਹੀਂ ਦੇ ਸਕਦੇ, ਉਹਨਾਂ ਦੀ ਜਿਹੜੀ ਹੈ 26 ਫਰਵਰੀ ਨੂੰ ਕਿਸੇ ਇੰਟਰਨੈਸ਼ਨਲ ਸਿਟੀ ਦੇ ਵਿੱਚ, ਪਤਾ ਨਹੀਂ ਦੁਬਈ 'ਚ ਜਾਂ ਕਿੱਥੇ, ਇਹਨਾਂ ਦੀ ਮੀਟਿੰਗ ਹੋ ਰਹੀ ਹੈ। ਸੋ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਜੀ ਇਹ ਅਸੀਂ ਉਸ ਦਿਨ ਪ੍ਰੋਟੈਸਟ ਕਰ ਰਹੇ ਹਾਂ ਕਿ ਇਹ ਭਾਰਤ ਨੂੰ ਕਹਿਣਾ ਵੀ ਤੁਸੀਂ WTO 'ਚੋਂ ਬਾਹਰ ਆਓ। ਇਸੇ ਤਰ੍ਹਾਂ ਜਿਹੜਾ 23 ਫਰਵਰੀ ਦਾ ਦਿਨ ਉਹਨਾਂ ਨੇ ਐਲਾਨਿਆ ਕਿ ਜੀ ਇਹ ਬਲੈਕ ਡੇ ਦੇ ਤੌਰ ਤੇ ਸਾਰੇ ਭਾਰਤ ਭਰ 'ਚ ਹੋਏਗਾ ਕਿ ਫਾਰਮਰ ਦੀ ਡੈਥ ਹੋਈ 21 ਸਾਲਾ ਸ਼ੁਭਕਰਨ ਸਿੰਘ, ਉਸ ਦੀ ਯਾਦ ਦੇ ਵਿੱਚ ਜਿਹੜਾ ਹੈ ਫਿਰ ਕਿ ਜੀ ਇਹ ਜਿਹੜਾ ਨੈਕਸਟ 2 ਦਿਨਾਂ ਬਾਅਦ ਟਰੈਕਟਰ ਲਿਆ ਕੇ ਸਾਰੇ ਹਾਈਵੇਜ਼ ਔਰ ਦੂਸਰੇ ਇੱਕ ਅੱਧਾ ਹਾਈਵੇ ਖੁੱਲ੍ਹਾ ਰਹੇ ਔਰ ਬਾਕੀ ਜਿਹੜਾ ਉਸ ਨੂੰ ਕੀਤਾ ਜਾਏ। ਔਰ 14 ਮਾਰਚ ਨੂੰ ਦਿੱਲੀ ਦੇ ਵਿੱਚ ਮਹਾ ਪੰਚਾਇਤ ਰੱਖੀ ਹੈ, ਜਿਹੜੇ ਫਰਦਰ ਫੈਸਲੇ ਉਦੋਂ ਤੱਕ ਵੈਸੇ ਹੀ ਇਲੈਕਸ਼ਨ ਕੋਡ ਲਾਗੂ ਹੋ ਜਾਣਾ ਜਾਂ ਦੂਜੇ, ਪਰ ਇਹ ਜਿਹੜੀ ਇਹਨਾਂ ਦੀ ਸਾਂਝੀ ਪ੍ਰੈਸ ਕਾਨਫਰੰਸ ਜਿਹਦੇ 'ਚ ਉਹ ਸਾਰੇ ਜਿਹੜੇ ਚਿਹਰੇ ਨਜ਼ਰ ਆਏ ਜਿਹੜੇ ਉਸ ਪੀਰੀਅਡ ਦੇ ਵਿੱਚ ਸੀ ਔਰ ਇਸ ਦੌਰ ਦੇ ਵਿੱਚ ਭਗੌੜੇ ਰਹੇ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਕਿ ਵੀ ਬਲਬੀਰ ਸਿੰਘ ਰਾਜੇਵਾਲ, ਯੁੱਧਵੀਰ ਸਿੰਘ, ਦਰਸ਼ਨਪਾਲ ਵੀ ਨਿਕਲ ਆਇਆ, ਕਾਮਰੇਡ ਰਮਿੰਦਰ ਪਟਿਆਲਾ, ਔਰ ਇਹਨਾਂ ਸਾਰਿਆਂ ਦਾ ਸਰਗਣਾ ਜੋਗਿੰਦਰ ਉੱਲੂ ਰਾਹਾ, ਇਹ ਸਾਰੇ ਜਿਹੜੇ ਨੇ ਉਸ ਪ੍ਰੈਸ ਕਾਨਫਰੰਸ ਦਾ ਹਿੱਸਾ ਸੀ। ਸੋ ਚਲੋ ਕਈਆਂ ਨੂੰ ਇਹ ਲੱਗਾ ਕਿ ਜੀ ਚਲੋ ਇਹ ਆ ਗਏ, ਥੋੜਾ ਜਿਹਾ ਹੋ ਗਿਆ। ਮੈਂ ਸਮਝਦਾ ਵੀ ਖਬਰਦਾਰੀ ਦੀ ਲੋੜ ਹੈ, ਕਿਉਂਕਿ ਇਸ ਸਾਰੇ 5-6 ਦਿਨ ਦੇ ਪੀਰੀਅਡ ਦੇ ਵਿੱਚ ਜੋ ਕੁਝ ਹੋਇਆ
ਇਸ ਨੂੰ ਤੁਸੀਂ ਮਹਿਜ਼ ਇੱਕ ਅੜੀ ਜਾਂ ਜ਼ਿੱਦ ਉਹਨਾਂ ਨੂੰ ਕਹੋ ਜੀ, ਜੇ ਇਹਨਾਂ ਨੂੰ ਪਤਾ ਨਹੀਂ, ਆਪਣੀ ਤਾਕਤ ਦਾ ਅਹਿਸਾਸ ਨਹੀਂ ਸੀ ਤੇ ਜਾਣ ਦਾ ਫੈਸਲਾ ਕਿਉਂ ਕੀਤਾ। ਹੁਣ ਜੇ ਇਹ ਕਾਰਵਾਈ ਇਹਨਾਂ ਨੇ ਨਾ ਕੀਤੀ ਹੁੰਦੀ ਕਿ ਭਾਈ ਉਹਨਾਂ ਨੇ ਅਰਦਾਸਾ ਸੋਧ ਕੇ ਆਏ, ਪੰਜਾਬ ਦੀ ਜਵਾਨੀ ਨਾ ਆਂਦੀ, ਤੇ ਸੰਯੁਕਤ ਕਿਸਾਨ ਮੋਰਚੇ ਨੇ ਇਹ ਸਾਰੀ ਜਿਹੜੀਆਂ ਹੁਣ ਨੌਟੰਕੀ ਵਾਲੀਆਂ ਇਵੈਂਟਸ ਰੱਖੀਆਂ ਨੇ, ਮਹਾਂ ਪੰਚਾਇਤ ਤੋਂ ਬਾਅਦ ਦੀ ਗੱਲ ਹੈ ਕਿ ਵੀ ਇਹ ਇਹਨਾਂ ਨੇ ਕਰਨਾ ਸੀ ਜਾਂ ਇਹ ਇਵੇਂ ਹੀ ਹੁੰਦਾ। ਮੈਂ ਅੱਜ ਹੀ ਭਾਈ ਨਰਿੰਦਰ ਸੂਰ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਹੁਣ ਅਸੀਂ ਕੱਲ ਸਾਕਾ ਨਨਕਾਣਾ ਸਾਹਿਬ ਦੀ ਗੱਲ ਕੀਤੀ, ਕੱਲਾ ਭਾਈ ਲਛਮਣ ਸਿੰਘ ਧਾਰੋਵਾੜੀ ਨੇ ਆਪਣੇ 150 ਸਿੰਘਾਂ ਦੇ ਨਾਲ ਨਹੀਂ ਸੀ ਜਾਣਾ, 3 ਥਾਵਾਂ ਤੋਂ ਜਥੇ ਤੁਰੇ ਹੋਏ ਸੀ। ਔਰ ਉਦੋਂ ਤੱਕ ਸ਼੍ਰੋਮਣੀ ਕਮੇਟੀ ਜਾਂ ਮਾਸਟਰ ਤਾਰਾ ਸਿੰਘ ਜਿਹੜੇ ਵੀ ਉੱਥੇ ਅੰਮ੍ਰਿਤਸਰ, ਉਹਨਾਂ ਨੂੰ ਇਹ ਭਿਣਕ ਪੈ ਚੁੱਕੀ ਸੀ ਕਿ ਵੀ ਮਹੰਤ ਨਰੈਣੂ ਨੇ ਗੁੰਡੇ ਇਕੱਠੇ ਕੀਤੇ ਹੋਏ ਨੇ ਅੰਦਰ ਔਰ ਉੱਥੇ ਖੂਨ ਖਰਾਬਾ ਹੋਏਗਾ। ਸੋ 3 ਜਥੇ ਜਿਹੜੇ ਅੱਡ ਅੱਡ ਡਾਇਰੈਕਸ਼ਨਾਂ ਚੋਂ ਉਹਨਾਂ ਨੇ ਨਨਕਾਣਾ ਸਾਹਿਬ ਆ ਕੇ ਮਿਲਣਾ ਸੀ ਔਰ ਫਿਰ ਉਹ ਸਾਰੇ 600-700 ਦਾ ਜਥਾ ਅੰਦਰ ਜਾਣਾ ਸੀ। ਉਹਨਾਂ ਨੇ ਫੌਰਨ ਕਿਸੇ ਬੰਦੇ ਨੂੰ ਘਲਾਇਆ ਅੰਮ੍ਰਿਤਸਰੋਂ ਟ੍ਰੇਨ ਦੇ ਉੱਤੇ, ਉਦੋਂ ਕੋਈ ਫੋਨ ਜਾਂ ਦੂਜੇ ਤੇ ਨਹੀਂ ਸੀ ਸੁਨੇਹੇ ਦੇਣ ਵਾਲੇ, ਕਿ ਵੀ ਜਥਿਆਂ ਨੂੰ ਰੋਕ ਦਿਓ, ਉਹਨਾਂ ਨੂੰ ਕਹੋ ਵੀ ਅਜੇ ਜਦੋਂ ਤੱਕ ਪੰਥ ਫੈਸਲਾ ਨਹੀਂ ਕਰਦਾ, ਅਸੀਂ ਜਦੋਂ ਵੀ ਕਰਾਂਗੇ ਪੰਥਕ ਇਕੱਠ ਰੱਖਾਂਗੇ, ਉੱਥੇ ਜਿਹੜਾ ਖੂਨ ਖਰਾਬਾ ਕਰਨ ਦਾ ਮਹੰਤ ਦਾ ਇਰਾਦਾ ਹੈ। ਹੁਣ 2 ਜਥਿਆਂ ਤੱਕ ਤਾਂ ਸੁਨੇਹਾ ਪਹੁੰਚਿਆ, ਉਹ ਰੁਕ ਗਏ ਕਿ ਜੀ ਪੰਥ ਨੇ ਦਿੱਤਾ ਮੈਸੇਜ। ਹੁਣ ਜਦੋਂ ਤੱਕ ਇਹਨਾਂ ਦੇ ਜਥਿਆਂ ਨੂੰ ਮੈਸੇਜ ਮਿਲਦਾ ਭਾਈ ਲਛਮਣ ਸਿੰਘ ਧਾਰੋਵਾੜੀ ਵਾਲਿਆਂ ਨੂੰ, ਇਹ ਆਲਰੇਡੀ ਆਪਣੇ ਫਾਈਨਲ ਪੜਾਅ ਤੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸਾ ਸੋਧ ਕੇ ਨਿਕਲ ਚੁੱਕੇ ਸੀ। ਮੈਸੇਜ ਹਾਲਾਂਕਿ ਗੁਰਦੁਆਰਾ ਸਾਹਿਬ ਐਂਟਰ ਕਰਨ ਤੋਂ ਪਹਿਲਾਂ ਇਹਨਾਂ ਨੂੰ ਮਿਲ ਗਿਆ ਔਰ ਇਹ ਜਿਹੜਾ ਈਵਨ ਹੁਕਮਨਾਮਾ ਵੀ ਜਦੋਂ ਉਹਨਾਂ ਨੇ ਲਿਆ ਕਿ ਮਹਾਰਾਜ ਅਸੀਂ ਜਾ ਰਹੇ ਹਾਂ ਅੰਗ ਸੰਗ ਸਹਾਈ ਹੋਣਾ, ਤੇ ਇਹੀ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਔਰ ਇਸ ਉਹਨਾਂ ਨੂੰ ਨਜ਼ਰ ਆ ਗਿਆ ਹੈ। ਹੁਣ ਜਦੋਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਹੀ ਉਹ ਮੈਸੇਜ ਮਿਲਦਾ ਹੈ ਆ ਕੇ, ਉਹ ਕਹਿੰਦੇ ਨੇ ਜੀ ਪੰਥ ਦਾ, ਭਾਈ ਲਛਮਣ ਸਿੰਘ ਕਹਿੰਦੇ ਨੇ ਕਿ ਭਾਈ ਹੁਣ ਤਾਂ ਅਸੀਂ ਅਰਦਾਸਾ ਸੋਧਿਆ ਹੋਇਆ, ਜੋ ਵੀ ਹੋਏਗਾ ਅਸੀਂ ਦਰਸ਼ਨ ਕਰਕੇ ਵਾਪਸ ਜੇ ਮੁੜ ਸਕੇ ਮੁੜਾਂਗੇ, ਨਹੀਂ ਤਾਂ ਜਿਵੇਂ ਗੁਰੂ ਨੂੰ ਪਾਉਂਦਾ। ਔਰ ਮੈਂ ਭਾਈ ਸਾਹਿਬ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਜੇ ਇਹ ਸ਼ਹਾਦਤਾਂ ਨਾ ਹੁੰਦੀਆਂ ਤੇ ਕੋਈ ਸੋਚ ਸਕਦਾ ਸੀ ਕਿ ਨਨਕਾਣਾ ਸਾਹਿਬ ਦਾ ਕਬਜ਼ਾ ਕਮਿਸ਼ਨਰ ਅਗਲੇ ਦਿਨ ਚਾਬੀਆਂ ਪੰਥ ਦੇ ਪੈਰਾਂ 'ਚ, ਸ਼ਹੀਦੀਆਂ ਹੋਈਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸੋ ਕਈ ਵਾਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਆਟੋਮੈਟਿਕਲੀ, ਬੇਸ਼ੱਕ ਇਹ ਹੁੰਦਾ ਜੀ ਕਿਸੇ ਡਿਸਪਲਿਨ 'ਚ ਨਹੀਂ ਜੀ ਕਿਸੇ 'ਚ ਨਹੀਂ ਹੈ। ਹੁਣ ਜੇ ਸਰਵਣ ਸਿੰਘ ਪੰਧੇਰ ਜਾਂ ਜਗਜੀਤ ਸਿੰਘ ਡੱਲੇਵਾਲ ਇਹ ਕਾਲ ਦੇ ਕੇ ਇਸ ਪਾਸੇ ਧਿਆਨ, ਬਹੁਤ ਸਰਕਾਰ ਨੂੰ ਵੀ ਲੱਗਦਾ ਸੀ ਵੀ ਅਸੀਂ ਤਾਂ ਨਿਬੇੜ ਦਿੱਤੀ ਕਿਸਾਨ ਮੂਵਮੈਂਟ, ਹਾਂਜੀ ਉਹ ਜਿਹੜੀ ਹੈ ਹੁਣ ਹੋਰ ਕੋਈ ਢੰਗ ਤਰੀਕਾ ਲੱਭ ਰਹੇ ਸੀ ਕਿ ਵੀ ਸਾਨੂੰ ਜਰਾ ਮੈਜੋਰਟੀ ਮਿਲ ਜਾਏ ਅਗਲੀ ਵਾਰੀ 400 ਸੀਟਾਂ ਜਾਂ ਦੂਜੀ ਫਿਰ ਇਹਨਾਂ ਨੂੰ ਰਗੜਾਂਗੇ ਚੰਗੀ ਦਾ। ਸਕ੍ਰਿਪਟ ਤਾਂ ਉਹਨਾਂ ਨੇ ਲਿਖੀ ਹੋਈ ਸੀ, ਜੋ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਪੰਜਾਬ 'ਚ, ਜਿਵੇਂ ਲੀਰੋ ਲੀਰ ਕੀਤਾ ਸਾਰੀ ਪੂਰੇ ਜਿਹੜੇ ਵੀ ਸੰਘਰਸ਼ੀ ਲੋਕ ਸੀ। ਲੇਕਿਨ ਐਨ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਦੋਨਾਂ ਦੀ ਕਮਾਂਡ ਥੱਲੇ ਜਦੋਂ ਨੌਜਵਾਨ ਨਿਕਲੇ ਔਰ ਉਹ ਹਾਲਾਤ ਬਣੇ ਜਿਵੇਂ ਕਿ ਜਦੋਂ ਫਿਰ ਸਾਕਾ ਨਨਕਾਣਾ ਸਾਹਿਬ ਹੋ ਗਿਆ, ਫਿਰ ਪਿੱਛੇ ਕੌਣ ਰਹਿ ਸਕਦਾ ਸੀ। ਫਿਰ ਤਾਂ ਉਹ ਸਾਰੀ ਸਪਿਰਿਟ ਨੇ ਜਿਹੜਾ ਹੈ, ਉਹ ਸ਼ਹਾਦਤਾਂ ਜ਼ਰੂਰ ਹੋਈਆਂ ਲੇਕਿਨ ਉਹਦੇ ਚੋਂ ਜਿਹੜੀ ਹੈ ਉਹ ਕੁਰਬਾਨੀ ਨਿਕਲੀ। ਮੈਂ ਸਮਝਦਾ ਇਸੇ ਤਰ੍ਹਾਂ ਜੇ ਅੱਜ 21 ਸਾਲਾ ਸ਼ੁਭਕਰਨ ਸਿੰਘ ਦੀ ਸ਼ਹਾਦਤ ਨੂੰ ਲੈ ਕੇ ਕਿਸਾਨ ਮੋਰਚੇ ਨੇ ਕਿਹਾ ਜੀ ਮਰਡਰ ਕੇਸ ਰਜਿਸਟਰ ਕਰੋ ਖੱਟੜ ਦੇ ਖਿਲਾਫ, ਔਰ ਅਨਿਲ ਵਿਜ ਉਹਨਾਂ ਦਾ ਹੋਮ ਮਿਨਿਸਟਰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਏ, ਉਹਨਾਂ ਦੀ ਭੈਣ ਨੂੰ ਨੌਕਰੀ ਦਿੱਤੀ ਜਾਏ, ਇਹ ਸਾਰੀਆਂ ਮੰਗਾਂ ਜਿਹੜੀਆਂ ਨੇ ਇਹ ਹੋਈਆਂ ਨੇ। ਔਰ ਇਹਦੇ ਨਾਲ ਜਿਹੜਾ ਇਹ ਅਸੀਂ ਸਮਝਦੇ ਹਾਂ ਵੀ ਜਿੱਥੇ ਇੱਕ ਪੋਜ਼ਿਟਿਵ ਗੱਲ ਹੈ ਵੀ ਅਲਟੀਮੇਟਲੀ ਇਹ ਸਾਰੇ ਚੋਂ ਇਹਨਾਂ ਦੀ ਮਜਬੂਰੀ ਬਣੀ ਜੁਆਇਨ ਕਰਨਾ, ਪਰ ਇਹਨਾਂ ਤੋਂ ਖਬਰਦਾਰੀ ਦੀ ਲੋੜ ਵੀ ਹੈ। ਹੁਣ ਟਕੈਤ ਸਾਹਿਬ ਵੀ ਆ ਗਏ, ਉਹ ਹੁਣ ਉਹ ਪੱਗ ਬੰਨ੍ਹ ਕੇ ਰੱਖਦਾ ਗੋਲ ਪੂਰੀ ਐਨ ਇਹ ਦੱਸਣ ਦੇ ਲਈ ਕਿ ਵੀ ਉਹਨੇ ਇਹ ਵੀ ਕਿਹਾ ਹਮ ਵੀ ਗੁਰਦੁਆਰਾ ਬਣਾएंगे ਆਪਣੇ गाँव में। ਸੋ ਚਲੋ ਚੰਗੀ ਗੱਲ ਹੈ, ਆ ਗਏ, ਦੇਰ ਆਏ ਦਰੁਸਤ ਆਏ ਤਾਂ ਨਹੀਂ ਮੈਂ ਕਹਿ ਸਕਦਾ ਕਿਉਂਕਿ ਇਹ ਪਤਾ ਨਹੀਂ ਹੈ ਵੀ ਇਹਨਾਂ ਨੇ ਕਰਨਾ ਕੀ ਹੈ। ਪਰ ਇਸ ਸਾਰੇ ਘਟਨਾਕ੍ਰਮ ਚੋਂ ਦੁਨੀਆ ਭਰ ਦੇ ਵਿੱਚ ਜਿਹੜੀ ਰੋਸ ਦੀ ਲਹਿਰ ਆਈ ਹੈ ਉਹਦਾ ਅਸੀਂ ਪ੍ਰਗਟਾਵਾ ਦੇਖ ਸਕਦੇ ਹਾਂ। ਸਾਡੇ ਵੀਰ ਮਨਵੀਰ ਸਿੰਘ ਹੋਰਾਂ ਨੇ ਸਾਨੂੰ ਇਨਫੋਰਮੇਸ਼ਨ ਵੀ ਭੇਜੀ ਹੈ ਕਿ 24 ਫਰਵਰੀ ਨੂੰ ਯਾਨੀ ਕਿ ਸੈਚਰਡੇ ਮੌਂਟਰੀਅਲ ਸਿੱਖ ਸੰਗਤ ਗੁਰਦੁਆਰਾ ਕਮੇਟੀਆਂ ਤੇ ਪੰਥਕ ਆਰਗੇਨਾਈਜੇਸ਼ਨਾਂ ਵੱਲੋਂ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਔਰ ਬਾਕੀ ਸਿੰਘਾਂ ਦੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਜੋ ਉਹਨਾਂ ਨਾਲ ਵਾਪਰ ਰਿਹਾ ਬੰਦੀ ਸਿੰਘਾਂ ਦਾ ਮੁੱਦਾ ਜੋ ਕੌਮੀ ਇਨਸਾਫ ਮੋਰਚੇ 'ਚ ਹੈ ਔਰ ਕਿਸਾਨਾਂ ਦਾ ਮੁੱਦਾ, ਇਹਨਾਂ ਤਿੰਨਾਂ ਮੁੱਦਿਆਂ ਦੇ ਉੱਤੇ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਆਟਵਾ ਦੇ ਵਿੱਚ ਜਿਹੜੀ ਹੈ ਉਹ ਰੈਲੀ ਹੋਣ ਜਾ ਰਹੀ ਹੈ।
ਇਸੇ ਤਰ੍ਹਾਂ ਜਿਹੜਾ ਵਾਸ਼ਿੰਗਟਨ ਡੀਸੀ ਸਾਡੇ ਪੇਕਿਆਂ ਤੋਂ ਵੀ ਖਬਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਸਾਰੇ ਇਕੱਠ ਹੋਣੇ ਨੇ, ਕਾਰ ਰੈਲੀ ਵੀ ਹੈ ਔਰ ਮਾਰਚ ਦੀ ਬਿਗਨਿੰਗ ਦੇ ਵਿੱਚ ਅਗੇਨ ਪ੍ਰੋਟੈਸਟ ਦੀ ਲਾਈਨ ਰੱਖੀ ਹੋਈ ਹੈ। ਉਹਦੀ ਡਿਟੇਲ ਜਦੋਂ ਆਏਗੀ ਅਸੀਂ ਡਿਸਕਸ ਕਰਾਂਗੇ। ਸਟਾਕਟਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਵੀ ਸਾਡੇ ਕੋਲ ਜਾਣਕਾਰੀ ਆਈ ਹੈ ਕਿ ਸੰਡੇ ਸਾਰੇ ਕੈਲੀਫੋਰਨੀਆ ਦੀਆਂ ਪ੍ਰਮੁੱਖ ਗੁਰਦੁਆਰਾ ਕਮੇਟੀਆਂ ਜਥੇਬੰਦੀਆਂ ਉਹ ਜਿਹੜੀਆਂ ਨੇ ਜੁਆਇਨ ਕਰ ਰਹੀਆਂ ਔਰ ਉਸ ਦੇ ਵਿੱਚ ਫਰਦਰ ਉਹਦੀ ਸਟ੍ਰੈਟਜੀ ਜਿਹੜੀ ਹੈ ਉਹ ਹੋਏਗੀ। ਔਰ ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ ਕੈਨੇਡਾ ਦੀ ਫੋਰਨ ਮਿਨਿਸਟਰ ਮੈਲਾਨੀਆ ਜੋਲੀ ਮਿਨਿਸਟਰ ਆਫ ਫੋਰਨ ਅਫੇਅਰਸ ਉਹਨਾਂ ਨੂੰ ਚਿੱਠੀ ਵੀ ਲਿਖੀ ਗਈ ਹੈ, ਡਿਟੇਲ 2 ਪੇਜਿਸ ਦਾ। ਕੈਨੇਡਾ ਮਸਟ ਕੰਡੈਮ ਇੰਡੀਆਜ਼ ਵਾਇਲੈਂਟ ਕ੍ਰੈਕਡਾਊਨ ਅਗੇਂਸਟ ਫਾਰਮਰ ਐਕਟਿਵਿਸਟ। ਔਰ ਇਹ ਸਾਰਾ ਤਾਂ ਚੱਲ ਰਿਹਾ, ਪਰ ਨਾਲ ਦੀ ਨਾਲ ਜਿਹੜੀ ਜ਼ੁਲਮ ਦੀ ਕਹਾਣੀ ਹੈ ਉਸ 'ਚੋਂ ਅਸੀਂ ਦੇਖਦੇ ਹਾਂ ਕਿ ਪ੍ਰਵੀਨ ਹੋਰਾਂ ਵੱਲੋਂ ਇੱਕ ਟਵੀਟ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਦਾ ਹਰਿਆਣਾ ਪੁਲਿਸ has today posted a notice outside the home of Bharati Kisan Union Shaheed Bhagat Singh leader Amarjeet Modi stating that he should not participate in this movement without the permission of the police. Otherwise, his property could be attached and his bank accounts could be seized. ਹੁਣ ਇਹ ਸ਼ੁਰੂ ਕਰ ਲਿਆ ਹਰਿਆਣਾ 'ਚ। ਅੱਗੇ ਵੀ ਖਬਰਾਂ ਆ ਰਹੀਆਂ ਵੀ ਇੱਕ ਪਾਸੇ ਤਾਂ ਉਹ ਰਮਣੀਕ ਮਾਨ ਨਾਂ ਦਾ ਟਾਊਟ ਜਿਹੜਾ ਮਨਜਿੰਦਰ ਸਿਰਸੇ ਦਾ ਜੁੜਵਾਂ ਭਰਾ, ਉਹਨਾਂ ਨੇ ਹਰਿਆਣਾ ਕਮੇਟੀ ਦੇ ਉੱਤੇ ਕਬਜ਼ਾ ਕਰਕੇ ਬਿਠਾਇਆ। ਗੁਰਦੁਆਰਿਆਂ ਨੂੰ ਵੀ ਉਹਨੇ ਡੱਕਿਆ ਕਿ ਵੀ ਕੋਈ ਲੰਗਰ ਕੋਈ ਰਸਦ ਨਹੀਂ ਜਾਣੀ ਚਾਹੀਦੀ। ਜਿਵੇਂ ਸੈਂਟਰਲ ਦਸਤਿਆਂ ਨੂੰ ਗੁਰਦੁਆਰਾ ਪੰਜੋ ਖਰਾ ਸਾਹਿਬ ਔਰ ਮੰਜੀ ਸਾਹਿਬ ਅੰਬਾੜੇ 'ਚ ਜਿਹੜਾ ਉਹ ਸਿੱਖ ਨੌਜਵਾਨਾਂ ਨੇ ਫੜਿਆ ਕਿ ਉਹ ਗੁਰਦੁਆਰਿਆਂ ਦੀਆਂ ਸਰਾਵਾਂ ਦੇ ਵਿੱਚ ਰਿਹਾਇਸ਼ੀ ਕਮਰਿਆਂ 'ਚ ਰਹਿ ਕੇ ਨਸ਼ੇ ਦਾ, ਤੰਬਾਕੂ, ਡਰੱਗ, ਸ਼ਰਾਬ ਦਾ ਇਸਤੇਮਾਲ ਕਰ ਰਹੇ ਸੀ। ਹੁਣ ਉਹ ਲੁਕਿਆ ਵੀ ਫਿਰਦਾ ਹੈ। ਇੱਕ ਜਿਪਸੀ ਉਹਨੂੰ ਹੋਰ ਲੈ ਲਈ, ਉਹਨੇ ਕਿਹਾ ਜੀ ਬਾਹਰ ਬੈਠੇ ਖਾਲਿਸਤਾਨੀਆਂ ਨੇ ਮੇਰੇ ਖਿਲਾਫ ਸ਼ੋਅ ਕੀਤਾ ਤੇ ਮੇਰੀ ਜਾਨ ਨੂੰ ਬੜਾ ਖਤਰਾ ਹੈ। ਔਰ ਉਹ ਸਾਰਾ ਪਾਰਟ ਤਾਂ ਚੱਲ ਹੀ ਰਿਹਾ ਸੀ। ਹੁਣ ਇਹ ਜਿਹੜਾ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ ਕਿ ਭਾਈ ਹੁਣ ਉਹਨਾਂ ਨੇ ਸਿੱਧਾ ਕਿਸਾਨ ਲੀਡਰਾਂ ਨੂੰ ਇਹ ਕਿਹਾ ਕਿ ਜੇ ਤੁਸੀਂ ਕਿਸਾਨ ਮੂਵਮੈਂਟ ਦੇ ਵਿੱਚ ਪਾਰਟਿਸਿਪੇਟ ਕਰੋਗੇ ਤੇ ਤੁਹਾਡੀ ਪ੍ਰਾਪਰਟੀ ਕਨਫਿਸਕੇਟ ਕੀਤੀ ਜਾਏਗੀ ਔਰ ਬੈਂਕ ਅਕਾਊਂਟ ਜਿਹੜੇ ਨੇ ਤੁਹਾਡੇ ਉਹ ਪਹਿਲਾਂ ਫਰੀਜ਼ ਫਿਰ ਸੀਜ਼ ਕੀਤੇ ਜਾਣਗੇ। ਔਰ ਸਾਡੇ ਕੋਲ ਇਹ ਵੀ ਜਾਣਕਾਰੀ, ਕਿਉਂਕਿ ਇੱਕ ਅੱਧੀ ਵੀਡੀਓ ਵੀ ਸਾਡੇ ਕੋਲ ਆਈ ਜਿਹਦੇ ਥੱਲੇ ਹੈ ਵੀ ਕਿਵੇਂ ਉਹਨਾਂ ਨੇ ਡਾਇਰੈਕਟਲੀ ਫਾਇਰ ਜਿਹੜਾ ਹੈ। ਔਰ ਜਦੋਂ ਅਸੀਂ ਮੇਵਾਤ ਦੇ ਜ਼ੁਲਮਾਂ ਦੀ ਗੱਲ ਕਰਦੇ ਕਿ ਕਿਵੇਂ ਉੱਥੇ ਮੁਸਲਮਾਨਾਂ ਦੇ ਖਿਲਾਫ ਜ਼ੁਲਮ ਕੀਤੇ ਗਏ ਔਰ ਬੁਲਡੋਜ਼ ਉਹਨਾਂ ਦੇ ਘਰ ਕੀਤੇ ਗਏ। ਔਰ ਉਸ ਦਾ ਹੀ ਐਸਪੀ ਹੈ ਨਰਿੰਦਰ ਬਿਜਰਾਨੀ। 21 ਫਰਵਰੀ ਨੂੰ ਜਦੋਂ ਇਹ ਦੁਪਹਿਰ ਦੇ ਵੇਲੇ ਇਹੀ ਖਨੌਰੀ ਬਾਰਡਰ ਦਾ ਇੰਚਾਰਜ ਸੀ ਜਿਹਨੇ ਆਪਣੇ ਰਿਵਾਲਵਰ, ਕਿਉਂਕਿ ਲਾਈਵ ਐਮੂਨੀਸ਼ਨ ਵੀ ਯੂਜ਼ ਹੋਇਆ ਹੈ, ਪਲਾਸਟਿਕ ਬੁਲੇਟਸ ਹੈ, ਰਬਰ ਬੁਲੇਟਸ ਹੈ, ਟੀਅਰ ਗੈਸ ਸ਼ੈਲ ਤੱਕ ਮੌਜੂਦ ਨਹੀਂ ਹੈ। ਇਹਨੇ ਨਰਿੰਦਰ ਬਿਜਰਾਨੀ ਐਸਪੀ ਮੇਵਾਤ ਨੇ ਆਪਣੇ ਰਿਵਾਲਵਰ ਦੇ ਨਾਲ ਫਾਇਰਿੰਗ ਕੀਤੀ ਹੈ ਔਰ ਪੀਸਫੁਲ ਫਾਰਮਰਸ ਦੇ ਉੱਤੇ। ਉਹਦੇ 'ਚ ਜਿਹੜਾ 21 ਸਾਲਾ ਨੌਜਵਾਨ ਜਿਹੜੇ ਸ਼ਹੀਦ ਹੋਏ ਨੇ। ਔਰ ਇਹ ਸਾਰੇ ਦੇ ਚਲਦੇ ਆ ਇਹ ਵੀ ਸਾਹਮਣੇ ਆਇਆ ਹੈ ਔਰ ਇਹ ਖਬਰ ਕਾਫੀ ਪ੍ਰੋਮੀਨੈਂਟਲੀ ਆਈ ਹੈ ਕਿ ਜਿਹਨੂੰ ਇਹਨੇ ਮਨੋਹਰ ਲਾਲ ਖੱਟੜ ਨੇ ਹੁਣ ਅਗਲਾ ਡੀਜੀਪੀ, ਕਿਉਂਕਿ ਇਹ ਜਿਹੜੇ ਸੀਨੀਅਰ ਆਫੀਸਰ ਹੁੰਦੇ ਨੇ IPS, ਉਹਨਾਂ ਦੀ ਲਿਸਟ ਭੇਜੀ ਜਾਂਦੀ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਕੋਲ। ਉਹ ਪੂਰਾ ਪੈਨਲ ਹੁੰਦਾ ਹੈ, ਉਹਦੇ 'ਚੋਂ ਫਿਰ ਸਿਲੈਕਟ ਕੀਤਾ ਜਾਂਦਾ ਔਰ ਫਿਰ ਇਹ ਜੂਨੀਅਰ ਮੋਸਟ ਜਿਹੜਾ ਸੀ ਉਹਨਾਂ ਸਾਰਿਆਂ ਤਿੰਨਾਂ ਦੇ ਪੈਨਲ 'ਚੋਂ, ਜਿਹਨਾਂ 'ਚ ਇੱਕ ਮੁਸਲਮਾਨ ਨਾਮ ਵਾਲਾ ਵੀ ਹੈ, ਇਹ ਸ਼ਤਰੂਜੀਤ ਕਪੂਰ। ਅਗੇਨ ਇਸ ਗੱਲ ਦਾ ਧਿਆਨ ਰਹੇ, ਮਨੋਹਰ ਲਾਲ ਖੱਟੜ ਪੰਜਾਬੀ ਖੱਤਰੀ ਮੁਲਤਾਨੀ ਹਿੰਦੂ ਫੁੱਲ ਆਫ ਹੇਟਡ ਸਿੱਖਾਂ ਨਾਲ, ਔਰ ਇਹ ਕਪੂਰ ਇਹ ਵੀ ਉਸੇ ਦਾ। ਉਹਨੂੰ ਨੈਕਸਟ DGP ਜਿਹੜਾ ਲਾਇਆ ਗਿਆ ਹਰਿਆਣੇ ਦਾ ਔਰ ਇਹ ਸਟੇਟ ਗਵਰਨਮੈਂਟ ਨੇ ਕਿਹਾ। ਔਰ ਇਸ ਦੇ ਉੱਤੇ ਪੂਰਾ ਆਰਟੀਕਲ ਹੈ ਕਿ ਵੀ ਇਹ ਸ਼ਤਰੂਜੀਤ ਕਪੂਰ ਇਹਦੇ ਨਾਲ ਇਹਦਾ ਕੀ ਨੇੜੇ ਦਾ ਸੰਬੰਧ ਹੈ ਖੱਟੜ ਦਾ, ਔਰ ਕਿਵੇਂ ਇਹ ਜੂਨੀਅਰ ਹੋਣ ਦੇ ਨਾਤੇ ਵੀ ਇਹ 1990 ਬੈਚ ਦਾ ਆਫਿਸਰ ਹੈ, ਸਭ ਤੋਂ ਜੂਨੀਅਰ ਸੀ ਔਰ ਇਹ ਉਹਨੇ ਅਪਾਇੰਟ ਕੀਤਾ ਹੈ। ਹਾਲਾਂ ਇਹ ਜਦੋਂ ਜਾਟ ਰਿਜ਼ਰਵੇਸ਼ਨ ਦੇ ਵੇਲੇ ਐਜੀਟੇਸ਼ਨ ਹੋਈ ਔਰ ਇੱਕ ਦੋ ਹੋਰ ਮੁੱਦਿਆਂ ਤੇ ਇਹ ਕਲੰਕਤ ਸੀ, ਉਦੋਂ ਇਹਨੂੰ ਰਿਜ਼ਾਈਨ ਜਿਹੜਾ ਟ੍ਰਾਂਸਫਰ ਕੀਤਾ ਗਿਆ ਸੀ। ਲੇਕਿਨ ਇਹਦੇ ਬਾਵਜੂਦ ਕਿਉਂਕਿ ਜਿਹੜੇ
ਇਹਦੇ ਹੋਰ 2 ਆਫੀਸਰ ਸੀ ਇਸ ਤੋਂ ਸੀਨੀਅਰ ਸੀ, ਉਹਨਾਂ ਨੂੰ ਸੁਪਰਸੀਡ ਕੀਤਾ ਗਿਆ। ਸੋ ਇਹ ਜਦੋਂ ਅਸੀਂ ਕਿਉਂਕਿ ਇਹਦੇ 'ਚ ਇਕੱਲਾ ਇਹ ਕਿਸਾਨ ਮੂਵਮੈਂਟ ਨਾਲ ਡੀਲ ਕਰਨਾ ਹੀ ਨਹੀਂ ਹੈ, ਇਸ ਸਾਲ 'ਚ ਹੀ ਇਲੈਕਸ਼ਨਾਂ ਪਾਰਲੀਮੈਂਟ ਦੀਆਂ ਵੀ ਨੇ, ਹਰਿਆਣਾ ਅਸੈਂਬਲੀ ਦੀਆਂ ਚੋਣਾਂ ਵੀ ਡਿਊ ਨੇ, ਔਰ ਇਹ ਸਾਰਾ ਪਾਰਟ ਜਿਹੜਾ ਹੈ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਇਹਨਾਂ ਦੀ ਆਉਣ ਵਾਲੇ ਪੀਰੀਅਡ ਦੇ ਵਿੱਚ ਸਿੱਖਾਂ ਦੇ ਖਿਲਾਫ ਪੂਰੀ ਨਸਲਕੁਸ਼ੀ ਦੀ ਲਾਈਨ ਉਸ 'ਚੋਂ ਉਹਨਾਂ ਨੂੰ, ਔਰ ਜਿਹੜਾ ਬਾਰ-ਬਾਰ ਤੁਸੀਂ ਉਹਨਾਂ ਦੇ ਇਸ ਵੇਲੇ IT ਸੈੱਲ ਬੀਜੇਪੀ ਦਾ ਔਰ ਦੂਸਰੇ ਦਾ ਦੇਖ ਸਕਦੇ ਹੋ ਕਿ ਸਿੱਖਾਂ ਦੇ ਲਈ ਕਿਵੇਂ ਨਫ਼ਰਤ ਜਿਹੜੀ ਹੈ ਉਹ ਫੈਲਾਈ ਜਾ ਰਹੀ ਹੈ, ਬੜੇ ਸਿਸਟਮੈਟਿਕ ਅੰਦਾਜ਼ ਦੇ ਵਿੱਚ ਉਹ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ, ਔਰ ਲੋਕਾਂ ਨੂੰ ਨਵੰਬਰ 84 ਵਾਲਾ ਸਬਕ ਸਿੱਖਾਂ ਨੂੰ ਸਿਖਾਉਣ ਦੀ ਗੱਲ ਕੀਤੀ ਜਾ ਰਹੀ ਹੈ। ਔਰ ਇਸ ਦੇ ਉੱਤੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਬਿਗਨਿੰਗ ਦੇ ਵਿੱਚ ਕਿ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਤਨਮਨਜੀਤ ਸਿੰਘ ਢੀਸੀ ਉਹਨਾਂ ਨੇ ਸਵਾਲ ਚੁੱਕਿਆ ਜਿਹੜੇ ਗਵਰਨਮੈਂਟ ਸਾਈਡ ਹੈ, ਔਰ 2 ਨੁਕਤੇ ਉਹਦੇ 'ਚ ਉਹਨਾਂ ਨੇ ਲਿਆਂਦੇ। ਉਹਨਾਂ ਨੇ ਕਿਹਾ ਕਿ ਭਾਈ ਇਸ ਤਰ੍ਹਾਂ 21 ਸਾਲਾ ਕਿਸਾਨ ਦੀ ਡੈਥ ਹੋਈ ਹੈ ਵਿਦ ਦਾ ਬੁਲਟ, ਔਰ ਗਵਰਨਮੈਂਟ ਨੇ ਕਨਫਰਮ ਕੀਤਾ ਬਹੁਤ ਸਾਰੇ ਜ਼ਖਮੀ ਨੇ, ਔਰ ਪੀਸਫੁਲ ਜਿਹੜਾ ਪ੍ਰੋਟੈਸਟ ਦਾ ਰਾਈਟ ਸੀ ਉਸ ਨੂੰ ਉਹਨਾਂ ਨੇ ਸੁਪਰੈਸ ਕੀਤਾ। ਔਰ ਦੂਸਰਾ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਈਵਨ ਟਵਿੱਟਰ ਨੇ ਜਿਹਨੂੰ ਹੁਣ ਐਕਸ ਕਹਿੰਦੇ ਨੇ, ਇਹ ਕਿਹਾ ਵੀ ਕਿਵੇਂ ਉਹਨਾਂ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਨੇ ਪ੍ਰੈਸ਼ਰ ਬਿਲਡ ਕੀਤਾ ਕਿ ਜੇ ਤੁਸੀਂ ਉਹ ਜਿਹੜੇ ਪ੍ਰੋ ਫਾਰਮਰ ਟਵੀਟ ਨੇ ਉਹ ਨਾ ਹਟਾਏ ਤੇ ਅਸੀਂ ਤੁਹਾਡੇ ਬੰਦਿਆਂ ਨੂੰ ਇੰਪ੍ਰਿਜ਼ਨ ਕਰਾਂਗੇ, ਜੇਲ੍ਹ 'ਚ ਡੱਕਾਂਗੇ। ਔਰ ਉਹਨੇ ਕਿਹਾ ਕਿ ਭਾਈ ਇਹ ਇਸ ਤੋਂ ਵੱਡੀ ਹੋਰ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਕੀ ਛਾਪਾ ਹੋ ਸਕਦਾ ਹੈ। ਔਰ ਇਸ ਦੇ ਉੱਤੇ, ਔਰ ਇਸ ਗੱਲ ਦਾ ਧਿਆਨ ਰਹੇ ਜਦੋਂ ਉੱਥੇ ਕਿਸਾਨ ਮੂਵਮੈਂਟ ਚੱਲ ਰਹੀ ਹੈ, ਇਸ ਵੇਲੇ 8-9 ਯੂਰਪ ਦੇ ਮੁਲਕਾਂ ਦੇ ਵਿੱਚ ਵੀ, ਜਿਨ੍ਹਾਂ ਦੇ ਵਿੱਚ ਫਰਾਂਸ ਹੈ, ਜਰਮਨੀ ਹੈ, ਇਟਲੀ ਹੈ, ਉਵੇਂ ਹੀ ਟਰੈਕਟਰ ਲੈ ਕੇ ਰਾਜਧਾਨੀਆਂ ਸੜਕਾਂ ਤੇ ਆਏ ਨੇ। ਔਰ ਈਵਨ ਇਟਲੀ ਜਾਂ ਫਰਾਂਸ ਦੇ ਹਵਾਲੇ ਨਾਲ ਮੈਂ ਕਿਤੇ ਦੇਖ ਰਿਹਾ ਸੀ ਕਿ ਵੀ ਕਿਸਾਨਾਂ ਨੇ ਸੜਕ ਸਾਰੀ ਪੁੱਟ ਕੇ ਉਹਦੇ 'ਚ ਮਿੱਟੀ ਪਾ ਕੇ ਜਿਹੜੀ ਹੈ ਸਰਦੀਆਂ ਦੀਆਂ ਫਸਲਾਂ ਵੀ ਉਹਦੇ 'ਤੇ ਸੜਕ 'ਤੇ ਹੀ ਬੀਜ ਦਿੱਤੀਆਂ। ਸੋ ਉਹ ਵੀ ਬੈਠੇ ਨੇ। ਤੇ ਇੱਥੇ ਤਾਂ ਕਿਸੇ ਨੇ ਨਹੀਂ ਹੋਇਆ ਵੀ ਉਹਨਾਂ ਦੇ ਉੱਤੇ ਤੁਸੀਂ ਗੋਲੀਆਂ ਚਲਾਓ ਔਰ ਕੰਡੇ ਉਹ ਜਿਹੜਾ ਕਿੱਲਾਂ ਗੱਡੋ ਔਰ ਉਹਨਾਂ ਨੂੰ ਲਾਈਵ ਐਮਨੀਸ਼ਨ ਨਾਲ ਮਾਰੋ। ਸੋ ਉਹ ਜਿਹੜਾ ਤਨਮਨਜੀਤ ਸਿੰਘ ਢੇਸੀ ਦੇ ਸਵਾਲ ਦੇ ਜਵਾਬ 'ਚ ਗਵਰਨਮੈਂਟ ਸਾਈਡ ਨੇ ਉਹਨੂੰ ਕੰਸਰਨ ਵਾਲੀ ਗੱਲ ਦੱਸਿਆ, ਔਰ ਉਹਨੇ ਕਿਹਾ ਜੀ ਅਸੀਂ ਆਪਣੀ ਰਿਲੇਟਿਵ ਮਿਨਿਸਟਰੀ ਨੂੰ, ਜ਼ਾਹਰ ਹੈ ਫੋਰਨ ਅਫੇਅਰਸ ਹੀ ਹੈ, ਇਹ ਹਦਾਇਤ ਕਰਾਂਗੇ ਕਿ ਇਸ ਨੂੰ ਮੁੱਦੇ ਨੂੰ ਚੁੱਕਣ। ਔਰ ਸੈਗਮੈਂਟ ਦੀ ਕਲੋਜ਼ਿੰਗ ਤੋਂ ਪਹਿਲਾਂ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ 1-2 ਮਿੰਟ ਦਾ ਉਹ ਸਵਾਲ ਔਰ ਗਵਰਨਮੈਂਟ ਰਿਸਪੌਂਸ ਹੈ। Tandasi. Thank you very much. Madam Deputy Speaker, many of my Slough constituents, including members of the Sikh community and local gurdwaras, have written to me regarding their serious concerns about the safety of protesting farmers in their attempt to march towards the Indian capital, New Delhi. Yesterday, a protester was killed during a reported standoff with the police, wherein the cause of death was, and I quote, a bullet wound to the head. The Punjab Health Minister confirmed that a second boy had also sustained a bullet wound, but luckily he has survived, with another 13 being treated for injuries in hospitals. And today the BBC have reported that Twitter admitted to being compelled against their wishes to take down legitimate posts and accounts of activists. So does the Leader of the House agree with me that freedom of expression and the safety of protesters and their human rights must be protected? And what representations has the government made to its Indian counterparts to that effect? Leader. Well, thank the honourable gentleman for raising this very serious situation. Of course, the government does support the right to protest and to be able to do so in safety. I shall make sure that the Foreign Office have heard his concerns and ask the relevant minister to get in touch with his office.
FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਟਵਿੱਟਰ ਜਿਸ ਨੂੰ ਹੁਣ ਐਕਸ ਕਿਹਾ ਜਾਂਦਾ ਹੈ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਜਿਹੜੇ ਭਾਰਤ ਸਰਕਾਰ ਦੇ ਦਬਾਅ ਹੇਠ ਕਿਸਾਨ ਮੋਰਚੇ ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਟਵੀਟ ਨੇ ਉਹ ਬਲੌਕ ਕੀਤੇ ਨੇ ਔਰ ਇਹ ਹਾਲ ਹੀ ਵਿੱਚ ਭਾਰਤ ਵਿੱਚ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਦਾ ਹੈ ਜਿਹੜਾ ਇਹ ਸਿਚੁਏਸ਼ਨ ਬਣੀ ਹੋਈ ਹੈ ਜਾਂ ਹਾਲ ਹੈ। ਸੋ ਕਿਸਾਨ ਸੰਘਰਸ਼ ਦੇ ਹੱਕ ਵਿੱਚ ਕੁਝ ਲੋਕ ਮਜ਼ਬੂਤੀ ਨਾਲ ਖੜੇ ਹਨ, ਜਿਨ੍ਹਾਂ ਵਿੱਚ ਦਲਿਤ ਲੀਡਰ ਚੰਦਰਸ਼ੇਖਰ ਆਜ਼ਾਦ, ਸਤਪਾਲ ਮਲਿਕ ਅਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਸ਼ਾਮਿਲ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ, ਟਵਿੱਟਰ ਜਿਸ ਨੂੰ ਹੁਣ ਐਕਸ ਕਹਿੰਦੇ ਨੇ, ਉਹਦੇ ਮਾਲਕ ਐਲਨ ਮਸਕ ਨੇ, ਜਿਹਨੇ ਸ਼ਾਇਦ $44 ਬਿਲੀਅਨ 'ਚ ਇਹ ਖਰੀਦਿਆ। ਉਹਨੇ ਅਜੇ 4-5 ਦਿਨ ਪਹਿਲਾਂ ਹੀ ਇਹ ਕਲੇਮ ਕੀਤਾ ਸੀ ਕਿ ਜੀ ਮੈਂ ਇਸ ਲਈ ਇਹਨੂੰ ਖਰੀਦਿਆ ਤਾਂ ਕਿ ਮੈਂ ਜਿਹੜਾ ਸਿਵਲਾਈਜੇਸ਼ਨਲ ਚੇਂਜ ਹੈ ਉਸ ਦੇ ਵਿੱਚ ਆਪਣਾ ਰੋਲ ਅਦਾ ਕਰ ਸਕਾਂ। ਅੱਛਾ, ਹੁਣ ਇੱਕ ਪਾਸੇ ਤਾਂ ਇਸ ਕਿਸਮ ਦੇ ਦਾਅਵੇ, ਔਰ ਮੈਂ ਉਦੋਂ ਵੀ ਇਸ ਨੂੰ ਰਿਡੀਕਿਊਲ ਕਰਦਿਆਂ ਕਿਹਾ ਸੀ ਕਿ ਤੇਰਾ ਮਕਸਦ ਤਾਂ ਸਿਰਫ ਪੈਸੇ ਬਣਾਉਣਾ ਹੈ। ਉਹ ਚੁੱਪ ਰਹਿ ਕੇ ਬਣਨ, ਬੋਲ ਕੇ ਬਣਨ, ਰੋ ਕੇ ਬਣਨ, ਚੀਕਾਂ ਮਾਰ ਕੇ ਬਣਨ, ਹੱਸ ਕੇ ਬਣਨ, ਤੇਰਾ ਇਸ ਤੋਂ ਬਿਨਾਂ ਹੋਰ ਤੇਰਾ ਕੋਈ ਮੰਤਵ ਨਹੀਂ ਹੈ। ਔਰ ਇਹ ਗੱਲ ਦਾ ਪ੍ਰਗਟਾਵਾ ਉਹਨੇ ਹੁਣ ਖੁਦ ਹੀ ਕੀਤਾ ਹੈ। ਔਰ ਇਹ ਸਾਨੂੰ ਤਾਂ ਹੁਣ ਕੋਈ ਸ਼ਿਕਵਾ ਸ਼ਿਕਾਇਤ ਨਹੀਂ ਹੈ। ਅਸੀਂ ਤਾਂ ਜੂਨ 2020 ਤੋਂ ਸਾਡਾ TV 84 ਉੱਥੇ ਬਲੌਕ ਹੈ ਪੂਰੀ ਤਰ੍ਹਾਂ। ਔਰ ਜਦੋਂ ਵੀ ਕੋਈ ਇਸ ਕਿਸਮ ਦੀ ਈਵਨ ਕੋਈ ਇਵੈਂਟ ਹੁੰਦੀ ਹੈ ਉਸ ਤੋਂ ਬਾਅਦ ਤਾਂ ਫੋਲੋ ਅਪ ਹੁੰਦੇ ਆ। ਹੁਣ ਇਸ ਕਿਸਮ ਦੇ ਵੀ ਚੈਨਲ ਨੇ ਅਮਰੀਕਾ ਜਾਂ ਬਾਹਰ ਦੇ, ਜਿਹੜੇ ਪਹਿਲਾਂ ਬੜੇ ਨਿਊਟਰਲ ਰਹਿੰਦੇ ਸੀ ਕਿ ਜੀ ਅਸੀਂ ਨਾ ਖਾਲਿਸਤਾਨ ਦੇ ਫਾਰ ਹਾਂ ਨਾ ਅਗੇਂਸਟ ਹੈ, ਅਸੀਂ ਤਾਂ ਨਿਊਟਰਲ ਰਿਪੋਰਟਿੰਗ ਕਰਦੇ ਹਾਂ। ਉਹ ਵੀ ਜਦੋਂ ਸਾਰੇ ਉੱਥੋਂ ਬਲੌਕ ਹੋਏ ਤਾਂ ਉਹਨਾਂ ਨੂੰ ਲੱਗਾ ਕਿ ਜੀ ਹੁਣ ਤਾਂ ਜਿਹੜੀ ਮਾਰਕੀਟ ਹੀ ਡਾਇਸਪੋਰਾ ਵਾਲੀ ਆ ਹੁਣ ਖੁੱਲ੍ਹ ਕੇ ਖਾਲਿਸਤਾਨੀ ਬਣ ਗਏ। ਸੋ ਇਸ ਸਾਰੇ ਦੇ ਚੱਲਦੇ ਆ। ਔਰ ਸਾਨੂੰ ਕਈ ਕਹਿਣਗੇ ਹੁਣ ਵੀ ਕਿ ਜੀ ਤੁਸੀਂ ਵੀ ਟਵਿੱਟਰ ਦੇ ਉੱਤੇ ਆਓ, ਤੇ ਫਲਾਣੇ ਦੀ ਇੰਨੀ ਫੋਲੋਇੰਗ, ਦੂਜੀ ਤੁਸੀਂ ਆਓਗੇ ਇੰਨੀ ਫੋਲੋਇੰਗ। ਤੇ ਮੈਂ ਕਿਹਾ ਜੀ ਅਸੀਂ ਇਹਨਾਂ ਦੀ ਪਹਿਲਾਂ ਉਹਨਾਂ ਦੀ ਗੁਲਾਮੀ ਦੇ ਖਿਲਾਫ ਲੜ ਰਹੇ ਹਾਂ, ਫਿਰ ਇੱਥੇ ਮੂੰਹ ਚੁੱਕ ਕੇ ਦੇਖਾਂਗੇ ਜੀ ਕਦੋਂ ਇਹਨਾਂ ਨੇ ਬਲੌਕ ਕਰਤਾ, ਕਦੋਂ ਜਿਹੜਾ ਇਹਨਾਂ ਨੇ ਡਿਲੀਟ ਕਰਤਾ, ਅਕਾਊਂਟ ਸਸਪੈਂਡ ਕਰਤਾ। ਹੁਣ ਫਾਰਮਰ ਐਜੀਟੇਸ਼ਨ ਜਿਹੜੀ ਪਿਛਲੇ 5-6 ਦਿਨਾਂ ਦੇ ਵਿੱਚ ਦੁਨੀਆ ਦੇ ਸਾਹਮਣੇ ਆਈ, ਉਹਦੇ 'ਚ ਤਾਂ ਕੋਈ ਮਜ਼ਹਬ ਦਾ ਐਲੀਮੈਂਟ ਨਹੀਂ ਹੈ, ਉਹਦੇ 'ਚ ਕੋਈ ਖਾਲਿਸਤਾਨ ਦਾ ਐਲੀਮੈਂਟ ਨਹੀਂ ਹੈ, ਉਹਦੇ 'ਚ ਕੋਈ ਸੈਪਰੇਟਿਜ਼ਮ ਦਾ ਐਲੀਮੈਂਟ ਨਹੀਂ ਹੈ। ਦੁਨੀਆ ਦੇ 8-9 ਹੋਰ ਮੁਲਕਾਂ 'ਚ ਵੀ ਜਿਵੇਂ ਮੈਂ ਜ਼ਿਕਰ ਕੀਤਾ ਹੈ ਇਸ ਵੇਲੇ ਕਿਸਾਨ ਮੂਵਮੈਂਟਸ ਆਈਆਂ ਨੇ, ਹਰ ਇੱਕ ਦੀਆਂ ਲੈ ਦੇ ਕੇ ਹੈ ਤਾਂ ਮੰਦਹਾਲੀ ਹੈ ਕਿਸਾਨ ਦੀ ਕਿ ਭਾਈ ਉਹ ਜਿਹਨੂੰ ਕਦੇ ਉਹਨੇ ਧਨੀ ਰਾਮ ਚਾਤਰਕ ਨੇ ਕਿਸਾਨ ਦੀ ਹਾਲਤ ਨੂੰ ਬਿਆਨਦਿਆਂ ਇੱਕ ਉਹ ਨਜ਼ਮ ਕਹੀ ਸੀ, ਵੱਡੀ ਉਹਦੀ ਨਜ਼ਮ ਹੈ, ਪਰ ਇੱਕ ਮੈਨੂੰ ਹਮੇਸ਼ਾ ਹੀ ਉਸ ਦਾ ਕਪਲੇਟ ਯਾਦ ਰਹਿੰਦਾ ਹੈ ਕਿ ਕੱਕਰੀ ਰੁੱਤ ਸਿਆਲ ਦੀ, ਧਰਤੀ ਸੁੰਨ ਮਸਾਣ, ਖਲਕਤ ਸੁੱਤੀ ਅੰਦਰੀ, ਨਿੱਗੀਆਂ ਬੁਕਲਾਂ ਤਾਣ,
इस वेले जां जागदे तारे विच असमान, जां कोई करदा भगत जन खूह उत्ते इशनान, जां एक किस्मत दा बली जाग रहा किसान। कि जदों सारी दुनिया गरम रजाइयां दे विच सुत्ती हुंदी है ते किसान जिहड़ा है वो जाग के वो जिहड़े सुत्ते ने उन्हां दे ढिड भरन दा फिक्र करके लगा हुंदा है, वो भी गड़े मार हो जाए, मींह पै जाए तां ना पै तां। ते अज जदों मॉडर्न टैक्नोलॉजी वाले कहंदे हुण तां किसानां दे कोल जी देखो ट्रैक्टर आ गए, दूजे आ गए, हुण तुसीं उस सारे च भी देखो भी उस तो भी बदतर हालत। उदों तां चलो तुसीं बीज के रब दे उत्ते छੱਡ दिंदे सी भी कदों मींह पैना, तुहाडे कोल कोई फ्री टाइम दा हुंदा सी। हुण कोई भी किसान किसी भी मुल्क का किते भी उन्होंने राउंड द ईयर किते फर्टिलाइजर्स ने, किते वाटर है, किते इलैक्ट्रिसिटी दा है, किते कोई बीज लियाने ने, देखना है वो दूजा। सो वो राउंड द ईयर और उन्होंने कोई जिहड़ी है उसकी राहत नहीं है। और मैनू सर कपूर सिंह होरां दा याद है कि भी वो मैंबर पार्लीमेंट रहे 1962 तो 1977 तक। 1962 तो 1977 नहीं जी, शायद 1957 तो 1962 चाइना वार दे वेले वो मैंबर पार्लीमेंट सगे, उन्होंने नेहरू नूं चंगा ठिठ कीता सी। 62 सी और शायद 57 चो बने सी और 50 जिहड़ा 63 दी बिगनिंग च उन्हां दी टर्म मुक्की होएगी। और उहदे च उन्होंने कहा कि भी जदों ये बना रहे सी कि जी किसान नूं मिनीमम सपोर्ट प्राइस या दूजा की देना है, तो जिहड़ा उन्हां दा कमीशन दा सी साउथ इंडिया दा सी जिहदा कोई खेतीबाड़ी नाल कोई संबंध भी नहीं सी, तो उन्हें कैलकुलेट किया कि जी इन्ने दा बीज पेगा, इन्ना क दा जिहड़ा वो बिजली दा बिल होएगा, तो इन्ने दा जिहड़ा उहदी हर होएगा दूसरा कि भी इहनूं कैलकुलेट। कहंदा भी जदों मैं उहनूं कहा, मैं कहा जी जिहड़ा टब्बर सारा काम करेगा सवेर तो शाम तक जां उन्हां दी उजरत कित्थे? कहंदा उन्होंने तो काम करना ही था। मतलब तुसी ईवन उहदी कैलकुलेशन और जिन्हों स्वामीनाथन नूं एक पासे तो भारत रतन दिता तो उहदी रिपोर्ट रोल के रख दी। स्वामीनाथन दा यही रिपोर्ट दा क्रक्स यही है जिहदे च उन्हें कहा कि जिन्नी किसान दी लागत है, हुण लागत दे विच तुहाडी जमीन दी फर्टिलिटी भी जा रही है, वाटर लैवल भी जिन्हों सारा समाज सफर कर रहा है, पर तुसी घट्टो घट्ट जिहड़ा तुहाडी इनपुट है खर्चा है और उस इनपुट दे विच जिहड़े 3 जी 2 जी फुल टाइम लगे हुए ने उन्हां दी उजरत भी उहदे च शामिल करो। उस दे उत्ते सी कि बई वो तां उहदी लागत है और उहदे ते तुसी 50% उन्हां नूं प्रॉफिट दिओ ताकि वो अपना जीवन जिहड़ा है वो चंगी तरह बसर कर सकन। और लेकिन एटीट्यूड तो यह सी कि काम तो उन्होंने करना ही था। इसका मतलब यह है भी वो नहीं है उन तो इन्ने क ही रखो। और यही हाल इन्हां मुल्कां जे सबसिडियां ना होण, इत्थे भी बड़ी स्ट्रोंग फार्मर लॉबी है, इंश्योरेंस दियां स्कीमां ने, दूसरियां ने, हालां फिर भी जिहड़ा छोटा फार्मर इत्थे सर्वाइव नहीं करता, इसलिए वड्डे वड्डे ने दूजे और उहदे च भी कई बार क्राइसिस हुंदा है लै दे के। और ये जिहड़े यूरोप के मुल्क ने जां जिथे कि हुण ये वर्ल्ड ट्रेड ऑर्गेनाइजेशन के थल्ले वड्डियां मंडियां, वड्डे दलाल, वड्डे लोग आ गए, इन्हां सारिਆਂ ने वो कंट्रोल किया होया है। और इस दे उत्ते हुण ट्रैक्टर लैके सड़कों के उत्ते निकले ने फार्मर भी यूरोप के, उत्थे किसी उन्हां दे हाई कोर्ट ने नहीं कहा कि जी ट्रैक्टर तो जिहड़ा है ये कोई वाहन थोड़ी है, व्हीकल थोड़ी है, तुसीं इहदा इस्तेमाल नहीं कर सकते। अज कह रहा सी कहंदा ट्रैक्टर किसान दा दूसरा बेटा है, बिल्कुल पुत्तर है बई वो तां उहदे च ही जिउंदा है, उहदे च ही रहिंदा है, उहदे च ही वो मंडियां च जांदा है, उहदे चों ही वो फसल लैंदा, उहदे च ही मेलिਆਂ च जांदा है, उहदे ते ही उहने प्रोटेस्ट ते भी आना। हुण इस सारे दे चलदे आ फार्मर्स दे नाल, क्योंकि एक तबका जरूर 13 महीने दी दिल्ली दीयां बरूहां ते किसान मूवमेंट दी देण होया भी जिहड़ा हमदर्दी करदा, जिहनूं ये इशू समझ आना शुरू होया। अदरवाइज उदों भी जिहड़े इन्हां दे IT सैल का प्रचार तो यही सी कि जी देखो ये तो काजू खाते ने, गॉगल्स लगे हैं जी, इन्होंने मुंडे कुड़ियां ने फटियां जीना पाई हुई हैं, बड़े खुशहाल ने, बड़े प्रॉस्परस ने, ये तो किसान लगता नहीं। किसी ने कहा कहना तुहानूं किसान वो जिहदी कमर झुकी होए, पतली मैली लुंगी बन्नी होए, हाथ च दाती फड़ी होए, वो तुहाडे लई किसान है। हुण इस सारे दे चलदे आ क्योंकि ये जो जिवें सरकार पोर्ट्रे कर रही है वो सिखां नूं ही टारगेट कर रही है, पंजाब नूं ही उस पासे धक रही है जिहदे चों उन्हां ने
ਪਾਰਲੀਮੈਂਟ ਦੀ ਅਗਲੀ ਵਿਕਟਰੀ ਕੱਢਣੀ ਹੈ। ਤੇ ਉਹਨਾਂ ਨੂੰ ਇਹ ਲੱਗਦਾ ਵੀ ਹੁਣ ਟਵਿੱਟਰ ਇਹਦੇ 'ਚ ਕੋਈ ਸ਼ੱਕ ਨਹੀਂ, ਜਿਹਨੂੰ ਐਕਸ ਕਹਿੰਦੇ ਨੇ, ਹੁਣ ਇਹ ਇੱਕ ਮੈਸੇਜ ਦੇਣ ਦਾ ਸਾਧਨ ਹੈ। ਔਰ ਇਹੀ ਐਲਨ ਮਸਕ ਜਿਹੜਾ ਸਿਵਲਾਈਜੇਸ਼ਨਲ ਚੇਂਜ ਦੀ ਗੱਲ ਕਰਦਾ ਹੈ, ਅੱਜ ਉਹਨਾਂ ਦੇ ਆਪਣੇ ਟਵਿੱਟਰ ਹੈਂਡਲ ਤੇ, ਔਰ ਇਹ ਸਟੋਰੀ ਗਲੋਬਲ ਹੈ। ਤਨਮਨਜੀਤ ਸਿੰਘ ਢੇਸੀ ਨੇ ਪਾਰਲੀਮੈਂਟ 'ਚ ਵੀ ਇਸ ਤੇ ਸਵਾਲ ਪੁੱਛਿਆ। BBC ਇੰਗਲਿਸ਼ ਨਿਊਜ਼ ਦੀ ਉਹਨਾਂ ਦੀ ਹੈਡਲਾਈਨ ਹੈ, ਇੰਡੀਆ ਫਾਰਮਰਸ ਪ੍ਰੋਟੈਸਟ, ਐਕਸ ਐਡਮਿਟਸ ਟੂ ਟੇਕਿੰਗ ਡਾਊਨ ਪੋਸਟ ਐਂਡ ਅਕਾਊਂਟ। ਇਹ ਐਕਸ ਨੇ ਆਪਣੇ ਹੈਂਡਲ ਤੇ ਕਿਹਾ ਕਿ ਵੀ ਸੋਸ਼ਲ ਮੀਡੀਆ ਮੇਜਰ ਐਕਸ ਹੈਜ਼ ਐਡਮਿਟਡ ਟੂ ਟੇਕਿੰਗ ਡਾਊਨ ਅਕਾਊਂਟਸ and posts related to the ongoing farmers protest in India. The site has claimed it took down the pages after Indian government sent them executive orders कि भारत सरकार ने सरकारी हुक्म भेजे। The order were subject to potential penalties including imprisonment. X said in a statement that it disagreed with these actions. उन्होंने कहा जी असी भावें ਸਹਿਮਤ ਨਹੀਂ ਹੈ, ਲੇਕਿਨ ਇਹ ਸਾਨੂੰ ਨੋਟਿਸ ਆਏ ਕਿ ਭਾਈ ਤੁਹਾਨੂੰ ਇਹਨਾਂ ਨੂੰ ਇਹ ਪੋਸਟਾਂ ਜਿਹੜੀਆਂ ਨੇ ਉਹਨਾਂ ਨੂੰ ਬਲੌਕ ਕਰੋ, ਸਸਪੈਂਡ ਕਰੋ, ਨਹੀਂ ਤਾਂ ਅਸੀਂ ਕੈਦ ਕਰਾਂਗੇ ਤੁਹਾਡੇ ਬੰਦਿਆਂ ਨੂੰ ਔਰ ਇਹ ਜਿਹੜਾ ਜੁਰਮਾਨਾ ਵੀ ਲਾਵਾਂਗੇ। ਔਰ ਉਹਨਾਂ ਨੇ ਕਿਹਾ ਜੀ ਅਸੀਂ ਭਾਵੇਂ ਇਹਦੇ ਹੱਕ 'ਚ ਨਹੀਂ, ਔਰ ਅਸੀਂ ਇਸ ਦੇ ਉੱਤੇ ਦਾ ਪਲੇਟਫਾਰਮ ਆਲਸੋ ਸੈਡ ਇਟ ਹੈਡ ਲੀਗਲੀ ਚੈਲੰਜਡ ਦਾ ਗਵਰਨਮੈਂਟਸ ਬਲੌਕਿੰਗ ਆਰਡਰਸ ਵਿਦਾਊਟ ਸਪੈਸੀਫਾਈਂਗ ਵਿਚ ਕੋਰਟ ਦੇ ਹੈਡ ਪਟੀਸ਼ਨ। ਇਹ ਝੂਠ। ਉਹ ਕਹਿੰਦੇ ਜੀ ਅਸੀਂ ਚੈਲੰਜ ਕਰਤਾ। ਕਿਹੜੇ ਕੋਰਟ 'ਚ ਤੁਸੀਂ ਚੈਲੰਜ ਕੀਤਾ ਜੀ? ਇੰਡੀਆ ਦੇ ਵਿਦਨ। ਹਾਲਾਂ ਉਹਨਾਂ ਨੇ ਕਿਹਾ ਕਿ ਜੀ ਸਾਡੀ ਉਹ ਪੋਸਟਾਂ ਜਿਹੜੀਆਂ ਉਹਨਾਂ ਪਾਈਆਂ ਨੇ ਇੰਡੀਆ 'ਚ ਨਹੀਂ ਦੇਖੀਆਂ ਜਾਣਗੀਆਂ, ਬਾਹਰ ਦੇਖੀਆਂ ਜਾਣਗੀਆਂ। ਹੁਣ ਮਨਦੀਪ ਪੁਨੀਆ ਨੇ ਕਿਹਾ ਜੀ ਸਾਡਾ, ਔਰ ਜਿਹੜੇ ਯੂਟਿਊਬਰ ਇੱਕ ਤਾਂ ਨੇ ਪ੍ਰੋਮਿਨੈਂਟ ਲੋਕ ਜਿਨ੍ਹਾਂ ਦੀਆਂ ਪੋਸਟਾਂ ਤੁਸੀਂ ਬਲੌਕ ਕੀਤੀਆਂ ਨੇ, ਆਮ ਵਿਚਾਰੇ ਜਿਹੜੇ ਹੁਣ ਕਿਉਂਕਿ ਇਹਦੇ ਤੇ ਤੁਹਾਡੀਆਂ ਕਿੰਨੀਆਂ ਲਾਈਕਸ ਹੋਈਆਂ, ਕਿੰਨੇ ਵਿਊਅਰਸ ਨੇ, ਉਹਦੇ ਥੱਲੇ ਤੁਹਾਡੇ ਪ੍ਰੋਗਰਾਮਾਂ 'ਚੋਂ ਐਡਾਂ ਪਾਉਂਦੇ ਨੇ YouTube ਵਾਲੇ ਜਾਂ ਦੂਜੇ, ਤੇ ਤੁਹਾਡੀ ਰੋਟੀ ਰੋਜ਼ੀ ਵੀ ਉਹਦੇ ਤੋਂ। ਕਿੰਨੇ ਸਾਰੇ ਉਹ ਨੇ ਜਿਹੜੇ ਇਹ 'ਚੋਂ ਨਿਕਲੇ ਪਿਛਲੀ ਕਿਸਾਨ ਮੂਵਮੈਂਟ 'ਚੋਂ, ਉਹਨਾਂ ਨੂੰ ਵੀ ਬਲੌਕ ਕੀਤਾ ਹੋਇਆ। ਔਰ ਇਹ ਪੂਰੀ ਸਟੋਰੀ ਜਿਹੜੀ ਹੈ, ਇਹ ਹੁਣ ਜਿਹਨਾਂ ਨੂੰ ਬਲੌਕ ਕੀਤਾ ਉਹਨਾਂ 'ਚ ਬਹੁਤ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਅਕਾਊਂਟ ਨੇ। ਇੰਡੀਅਨ ਗਵਰਨਮੈਂਟ ਮਾਰਕ ਕਰਦੀ ਹੈ ਵੀ ਆਹ ਬੰਦ ਕਰ ਦਿਓ, ਆਹ ਬੰਦ। ਈਵਨ SGPC ਜਿਨ੍ਹਾਂ ਨੇ ਗੁਰਪੁਰਬ ਦੀਆਂ ਵਧਾਈਆਂ ਦਾ ਟਵੀਟ ਪਾਏ ਉਹਨੂੰ ਵੀ ਬਲੌਕ ਕਰਤਾ, ਕਿਉਂਕਿ ਉਹਦੇ 'ਚ ਉਹਨਾਂ ਨੇ ਫਾਰਮਰ ਐਜੀਟੇਸ਼ਨ ਔਰ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਹਮਾਇਤ ਕੀਤੀ ਸੀ। ਇਸ ਦੇ ਉੱਤੇ ਈਵਨ ਸ਼੍ਰੋਮਣੀ ਕਮੇਟੀ ਦਾ ਜਿਹੜਾ ਵੀ ਪ੍ਰੈਸ ਨੋਟ ਆਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਜ਼ ਲੌਜਡ a strong objection regarding withholding of its 2 tweets on X at the behest of central government. SGPC received a notice from X stating that a legal removal demand has been received from Government of India with a claim that its contents were in violation of Information Technology Act 2000 ਕਿ ਜੀ ਤੁਸੀਂ IT Act 2000 ਨੂੰ ਵਾਇਲੇਟ ਕੀਤਾ ਹੈ। ਉਹਨਾਂ ਨੇ ਕਿਹਾ ਜੀ in one of the tweets SGPC had shown solidarity with the protesting farmers and had urged the government to resolve their issue instead of using force against them. ਕਿ ਅਸੀਂ ਕੁਛ ਨਹੀਂ ਸੀ ਉਹਦੇ 'ਚ ਕਿਹਾ ਸੀ ਵੀ ਅਸੀਂ ਹਮਾਇਤ ਕਰਦੇ ਹਾਂ, ਤੇ ਸਰਕਾਰ ਨੂੰ ਕਿਹਾ ਸੀ ਵੀ ਜ਼ਬਰ ਜ਼ੁਲਮ ਦਾ ਸਹਾਰਾ ਨਾ ਲਓ, ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਮੁੱਦੇ ਨੂੰ ਹੱਲ ਕਰੋ। ਔਰ ਦੂਸਰਾ ਜਿਹੜਾ ਸੀ ਉਹਨਾਂ ਨੇ ਕਿਹਾ another tweet pertained to a congratulatory message part of ਅਰਦਾਸ offered at Golden Temple on the occasion of ਪ੍ਰਕਾਸ਼ ਪੁਰਬ of ਗੁਰੂ ਨਾਨਕ ਦੇਵ ਜੀ। ਉਹਨਾਂ ਨੇ ਕਿਹਾ ਜੀ ਆ ਜਿਹੜਾ ਸਾਡਾ ਸੀ ਦੂਸਰਾ ਟਵੀਟ ਉਹਨੂੰ ਵੀ ਉਹਨਾਂ ਨੇ ਕੀਤਾ ਔਰ ਇਹ ਹਾਈਲੀ ਕੰਡੈਮਨੇਬਲ ਹੈ ਔਰ ਇਹ ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਕੁਝ ਜਿਹੜੀਆਂ ਹਮਾਇਤ ਵਾਲੀਆਂ ਗੱਲਾਂ ਨੇ ਉਹ ਵੀ ਸਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ। ਚੰਦਰ ਸ਼ੇਖਰ ਆਜ਼ਾਦ ਇਸ ਵੇਲੇ ਦਲਿਤ ਭਾਈਚਾਰੇ 'ਚੋਂ ਇੱਕ ਉਭਰਦਾ ਹੋਇਆ ਇਮਾਨਦਾਰ ਧੜੱਲੇਦਾਰ ਲੀਡਰ ਹੈ। ਇਹ ਠੀਕ ਹੈ ਕਿ ਕਾਂਸ਼ੀ ਰਾਮ ਨੇ ਸ਼ੁਰੂਆਤ ਕੀਤੀ ਬਹੁਜਨ ਸਮਾਜ ਪਾਰਟੀ ਦੀ, ਪਰ ਜਿਵੇਂ ਉਹ ਸਾਰੇ ਜਿਹਦੇ 'ਚ ਕਾਂਸ਼ੀ ਰਾਮ ਦਾ ਸਪਸ਼ਟ ਕਹਿਣਾ ਸੀ ਕਿ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ, ਤੇ ਜਿਵੇਂ ਮਾਇਆਵਤੀ ਨੇ ਉਸ ਕਿਸ਼ਤੀ ਨੂੰ ਡੋਬਿਆ ਬਹੁਜਨ ਸਮਾਜ ਪਾਰਟੀ ਦੀ ਜਾਂ ਕਾਂਸ਼ੀ ਰਾਮ ਦੀ ਉਸ ਸੋਚ ਦੀ, ਉਹ ਸਭ ਦੇ ਸਾਹਮਣੇ ਹੈ। ਉਹ ਕਰਪਟ ਬੀਬੀ ਜਿਹਨੇ BJP ਦੇ ਥੱਲੇ ਜਿਹੜਾ ਉਹ ਸਾਰਾ ਕੁਝ ਹੀ ਕੁਰਬਾਨ ਕਰਤਾ ਹੈ, ਆਪਣਾ ਭਣੇਵੇਂ ਕਿ ਭਤੀਜੇ ਨੂੰ ਅੱਗੇ ਲਿਆਂਦਾ। ਲੇਕਿਨ ਚੰਦਰ ਸ਼ੇਖਰ ਆਜ਼ਾਦ ਉਸ ਭਾਈਚਾਰੇ 'ਚੋਂ ਨਿਕਲ ਕੇ ਫਿਊਚਰ ਦੀ ਆਵਾਜ਼ ਹੈ, ਧੜੱਲੇਦਾਰ ਹੈ, ਪਹੁੰਚ ਜਾਂਦਾ ਹਰ ਥਾਂ ਤੇ। ਪਿਛਲੇ ਕਿਸਾਨ ਮੋਰਚੇ ਵੇਲੇ ਵੀ ਸੀ, ਉਹਦੀ ਟਵੀਟ ਜਿਹੜੀ ਹੈ ਸਾਨੂੰ ਜਿਹੜੀ ਹੈ ਉਹ ਫਾਰਵਰਡ ਕੀਤੀ ਹੈ ਉੱਥੋਂ ਹੀ ਜਾਟ ਕਿਸਾਨ ਲੀਡਰਾਂ ਨੇ।
ਚੰਦਰਸ਼ੇਖਰ ਆਜ਼ਾਦ ਨੇ ਹਿੰਦੀ ਦੇ ਵਿੱਚ ट्वीट ਕੀਤਾ है, सिख कौम ने देश के लिए बहुत कुर्बानियां दी हैं, सेवा भाव में विश्व में सिखों का नाम है, किसान आंदोलन में सिखों को बदनाम किया जा रहा है, उन्हें खालिस्तानी और देशद्रोही कहा जा रहा है, शांतिपूर्ण तरीके से आंदोलन कर रहे हमारे सिख भाइयों पर आंसू गैस, पैलेट गन, छरों, रबर बुलेट, पानी की बौछार से हमले किए जा रहे हैं। पुलिस की गोली से सीधे सिर में गोली लगने से एक नौजवान किसान भाई की दुखद मृत्यु भी हो गई है। इसे कतई बर्दाश्त नहीं किया जाएगा। सिख भाइयों को अकेला मत समझना, हम अपने सिख भाइयों के साथ मजबूती से खड़े हैं। वाहिगुरु जी का खालसा, वाहिगुरु जी की फतेह। ये बड़ा स्ट्रॉन्ग ट्वीट है और मैं समझदा भी अल्टीमेट जी ब्राह्मणवाद के खिलाफ लड़ाई है, ये सानू किसान, मजदूर, दलित, शेड्यूल कास्ट, लूट राई, बैकवर्ड क्लास, OBC जिन्हों कोई भी नहीं टाइटल आया है, वो भी जेडे दबे कुचले ने, और एक छोटा जिहा वर्ग जिन्हें कब्जा किया है, और जदों ये फिर बदनाम करते हैं फिर कहेंगे जी ये तो 2% ने और फलाने। इस दे उत्ते मारकंडे काटजू ने ट्वीट किया है, जो लोग कह रहे हैं कि सिर्फ पंजाब के लोगों को दिक्कत है, उन्हें बता दें कि आज़ादी के लिए फांसी पर चढ़ने वाले 121 लोगों में से 93 पंजाबी थे। उम्र कैद काटने वाले 2626 लोगों में से 2147 पंजाबी थे। तो अंग्रेज भी कह सकते थे कि जब बाकी देश को गुलामी से कोई समस्या नहीं है तो पंजाब के लोगों को ज्यादा दिक्कत क्यों है? उन्होंने कहा जी हाँ तुसी 2626 चो 2147 काले पानी बैठे ने कैदा उम्र कैद कट रहे ने, 121 चो जेडे 93 सिख फांसियां ते चढ़ जाते हैं। अंग्रेज भी कह सकते सी भी तो इन्हां तुहानू काहदी दिक्कत है? बाकी तो सारियां ने 200 साल तो इनू जेड़ा वो माता दा प्रसाद समझ के खा रहे हैं कि भी दिल्ली ईश्वर हो, ईश्वर हो, दिल्ली दा बादशाह ही रब है। और इसी तरह असी अज जदों सतपाल मलिक जेड़ा गवर्नर रहा जम्मू कश्मीर दा, हालां असी उस पार्ट नूं दा सपोर्ट नहीं करते जिथे कि उन्हें आर्टिकल 370 उत्थों खत्म करन नूं जायज़ ठहराया, पर इहदे कोई शक नहीं है कि पिछली किसान मूवमेंट दे वेले भी उसने खुल के उदों मेघालय दा गवर्नर सी ये कहा सी कि जी मैं मोदी नूं और इन्हां नूं कहा कि भी सिखों से पंगा मत लो, इन्होंने किसी को छोड़ा नहीं है जो इनके पीछे खाम खा इनको तंग करता है। इन्होंने ने क्या कहना, मैंने तो बताया कि मेरे मित्र अरुण नेहरू ने मुझे बताया था कि इंदिरा गांधी ने ये काम किया हमले करने का, फिर इतनी घबराई हुई थी कि उसने मृत्युंजय यज्ञ भी करवाया लेकिन सिखों ने उसे छोड़ा नहीं। और यही गल ईवन हुण जिहड़ी किसान स्ट्रगल चल रही है उस बारे भी उन्होंने एक मैं इंटरव्यू च देख रहा सी, उहदे च उन्होंने कहा भी ये सिख पेजेंट्री जिहड़े सिख कामे ने, किसान ने, ये सब तो टफ लोग ने, ये जिस गल दे पिछे पै जाण पिछे हटदे नहीं है, इन्हां दे उत्ते जुल्म मत करो और ये तुहानू बहुत महंगा पैगा। और लगातारता नाल वो दस भी रहा भी अंबानी अडानी किवें करप्ट ने, मोदी किवें करप्ट है। ये विदन दो जिहड़े हार्डकोर RSS दी सपोर्ट वाले लोग रहे ने, सतपाल मलिक और सुब्रमण्यम स्वामी, ये खुल के घट्टो घट्ट मोदी अमित शाह के खिलाफ तो बोलते हैं, मोदी के खास तौर पर। हुण अज जिहड़ा है, हालां सतपाल मलिक पिछले 4-5 दिन तो बीमार है, हॉस्पिटल च है, उहदे घर दे उत्ते जिहड़ा है J&K एक्स गवर्नर सत्यपाल मलिक क्राइज फाउल एज CBI सर्चेज हिज प्रेमिसेस वाइल ही वाज, उन्हें चार्ज लाया सी मेघालय गवर्नर हुंदे भी करप्शन किस लैवल ते है। हुण वो हस्पताल दे बैड ते पिया है तो ਉਹਦਾ ਉਹ ਕਿਰਾਏ ਦੇ ਫਲੈਟ 'ਚ ਰਹਿੰਦਾ ਹੈ ਔਰ ਉਹਦੀ ਆਈਡੀਓਲੋਜੀ ਰਾਮ ਮਨੋਹਰ ਲੋਹੀਆ, ਜੈ ਪ੍ਰਕਾਸ਼ ਨਰਾਇਣ ਚੌਧਰੀ, ਚਰਨ ਸਿੰਘ ਦੇ ਵੀ ਬੜਾ ਨੇੜੇ ਰਿਹਾ। ਜਾਟ ਹੈ ਪੱਕਾ लेकिन बेबाक है और ਉਹਦੇ ਛਾਪੇ शुरू हो गए और उन्हें कहा मैं डरदा डुरदा नहीं ਇਹਨਾਂ ਛਾਪਿਆਂ ਤੋਂ ਵੀ मैं ਤਾਂ 4 ਮੇਰੇ ਕੋਲ ਕੁਰਤੇ ਪਜਾਮੇ ਹੁੰਦੇ ਨੇ और ਇੱਕੋ ਹੀ सूटकेस ਹੁੰਦਾ ਕਿਰਾਏ ਦੇ ਮਕਾਨ 'ਚ ਮੈਂ ਰਹਿੰਦਾ ਸਾਰੀ ਉਮਰ। मैं एक पैसा ਜਿਹੜਾ ਸਿਆਸਤ 'ਚ MP ਵੀ मिनिस्टर भी मैं कदे कोई नहीं किया, पर तुसी अंदाजा ला सकते हो कि किस हद तक इस वेले स्टेट मशीनरी सच की आवाज़ नूं दबाण लई जा रही है।
ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Longland City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਹੋਰ 9 ਸਾਥੀਆਂ ਦੀ ਰਿਹਾਈ ਨੂੰ ਲੈ ਕੇ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਮਾਤਾ ਬਲਵਿੰਦਰ ਕੌਰ ਜੀ ਅਤੇ ਦੂਸਰੇ 9 ਸਾਥੀਆਂ ਦੇ ਰਿਸ਼ਤੇਦਾਰਾਂ ਵੱਲੋਂ ਦਰਬਾਰ ਸਾਹਿਬ ਦੇ ਬਾਹਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਔਰ ਉੱਥੇ ਬੈਠੇ ਹੋਏ ਨੇ। ਔਰ ਇਸ ਤੋਂ ਪਹਿਲਾਂ ਇਹਨਾਂ ਵੱਲੋਂ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਗਈ, ਜਿਸ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਔਰ ਵੀ ਸ਼ਾਮਲ ਹੋਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ 2 ਦਿਨ ਪਹਿਲਾਂ ਆਪਣਾ ਸੈਗਮੈਂਟ ਜਿਹੜਾ ਐਕਸਕਲੂਸਿਵਲੀ ਜੋ ਕੁਝ ਪੰਜਾਬ ਤੋਂ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵਾਪਰ ਰਿਹਾ ਜੀ, ਕਿਵੇਂ, ਕਿਉਂਕਿ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਮਾਰਚ 18 ਤੋਂ ਹੁਣ ਤੱਕ ਆਲਮੋਸਟ ਸਾਲ ਹੋ ਗਿਆ ਔਰ 1 ਸਾਲ ਬਾਅਦ ਜਿਹੜਾ ਉਸ ਨੂੰ ਰਿਵਿਊ ਕੀਤਾ ਜਾਂਦਾ ਉਹਨਾਂ ਦੇ ਛੱਡੇ ਜਾਣ ਦੇ ਚਾਂਸ, ਕਿਉਂਕਿ ਇਸ ਸਾਰੇ ਪੀਰੀਅਡ 'ਚ ਕੋਈ ਵੀ ਹੋਰ ਕੇਸ ਜਿਹੜਾ ਲਾਇਆ। ਔਰ NSA ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਹਾਲਾਂ ਵਾਕਿਆ ਤੇ ਜਿਹੜੇ ਨੇ ਉਹ ਕਈ ਥਾਈਂ ਕਿਹਾ ਗਿਆ ਜੀ ਇੱਥੇ ਇਹ ਸਪੀਚ ਕੀਤੀ, ਇੱਥੇ ਇਹ ਕੀਤੀ, ਲੇਕਿਨ ਉਸ ਦਾ ਕੋਈ ਪ੍ਰੋਪਰ ਫੋਲੋਅਪ ਨਹੀਂ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਜਿਵੇਂ ਭਾਈ ਅਮਰਿਤਪਾਲ ਸਿੰਘ ਉਹਨਾਂ ਨੇ ਆਪਣੇ ਸੈੱਲ 'ਚ ਨੋਟ ਕੀਤਾ ਕਿ ਉਹਨਾਂ ਨੇ ਬਿਜਲੀ ਦੇ ਔਰ ਦੂਸਰੇ ਮਹਿਕਮੇ ਦੀ ਕੁਝ ਰਿਪੇਅਰ ਦੇ ਬਹਾਨੇ ਲਿਆ ਕੇ ਕੈਮਰੇ ਇੰਸਟਾਲ ਕੀਤੇ। ਉਹਨਾਂ ਨੇ ਉਹ ਕੈਮਰੇ ਫੜੇ, ਡਿਪਟੀ ਨੂੰ ਸੱਦ ਕੇ ਪ੍ਰੋਪਰ ਉਹ ਸਾਰੇ ਜਿਹੜੇ ਨੇ ਉਹ ਸਬੂਤ ਪੇਸ਼ ਕੀਤੇ ਔਰ ਅਗਲੇ ਦਿਨ 300-400 ਪੁਲਿਸੀਆਂ ਦੀ ਧਾੜ ਨੇ ਆ ਕੇ ਜਿਹੜਾ ਬਹੁਤ ਸਾਰਾ ਸਮਾਨ ਰੱਖ ਕੇ ਕਿ ਜੀ ਇਹ ਫਲਾਣਾ, ਇਹ ਵਾਕੀ ਟਾਕੀ ਤੇ ਇਹ ਮੈਸੇਜ ਦੇਣ ਵਾਲਾ ਤੇ ਇਹ ਕੈਮਰਾ ਤੇ ਫਲਾਣਾ ਤੇ ਢਿਮਕਾ, ਇਸ ਕਿਸਮ ਦਾ ਸਮਾਰਟ ਵਾਚ, ਇਹ ਸਾਰੇ ਉਹਨਾਂ ਦੇ ਉੱਤੇ ਪਾਈ। ਔਰ ਇਹ ਸਾਰੇ ਉਸ ਤੋਂ ਬਾਅਦ ਜਿਹੜੇ ਇਸ ਵੇਲੇ 10 ਸਿੰਘ ਭਾਈ ਅਮਰਿਤਪਾਲ ਸਿੰਘ ਦੇ ਨਾਲ 9 ਹੋਰ ਸਾਥੀ ਸਿੰਘ ਨੇ, ਉਹਨਾਂ ਨੂੰ ਜਿਹੜਾ ਉਹ ਪਹਿਲਾਂ ਵੀ ਇਹ ਖਬਰ ਆਈ ਸੀ ਕੁਛ ਅਰਸਾ ਪਹਿਲਾਂ ਕਿ ਭਾਈ ਉਹਨਾਂ ਨੂੰ ਖਾਣੇ ਦੇ ਵਿੱਚ ਤੰਬਾਕੂ ਔਰ ਹੋਰ ਕੁਛ ਐਸਾ ਰਲਾ ਕੇ ਦਿੱਤਾ ਜਾ ਰਿਹਾ, ਉਹਨਾਂ ਦੀ ਸਿਹਤ ਠੀਕ ਨਹੀਂ ਹੈ। ਔਰ ਇਸ ਦੇ ਉੱਤੇ ਕਿ ਭਾਈ ਹੁਣ ਇਨਫ ਇਜ਼ ਇਨਫ, ਉਹਨਾਂ ਨੇ ਕਾਲ ਦਿੱਤੀ ਭਾਈ ਅਮਰਿਤਪਾਲ ਸਿੰਘ ਹੋਰਾਂ ਨੇ ਕਿ ਜੀ ਅਸੀਂ ਭੁੱਖ ਹੜਤਾਲ ਤੇ ਜਾ ਰਹੇ ਹਾਂ। ਫਿਰ ਇਹ ਵੀ ਸਾਹਮਣੇ ਆਇਆ ਕਿ ਕਿਵੇਂ ਇੱਕ ਸਿੰਘ ਦੀ ਉਹਨੂੰ ਫੋਰਸ ਫੀਡ ਕਰਦੇ ਆ, ਉਸ ਦੀ ਜੀਭ ਜਿਹੜੀ ਹੈ ਉਹ ਕੱਟੀ ਗਈ। ਹੁਣ ਇਹ ਜਦੋਂ ਉਹਨਾਂ ਨੇ ਆਵਾਜ਼ ਦਿੱਤੀ, ਉਹਨਾਂ ਨੇ ਭਾਈ ਅਮਰਿਤਪਾਲ ਸਿੰਘ ਉਹਨਾਂ ਨੇ ਕਿਹਾ ਵੀ ਅਸੀਂ ਬੜੇ ਬੁਰੇ ਹਾਲਾਤਾਂ 'ਚ ਇੱਥੇ 1 ਸਾਲ ਤੋਂ ਰਹੇ
ਲੇਕਿਨ ਅਸੀਂ ਕੌਮ ਲਈ ਤੁਰੇ ਹਾਂ, ਅਸੀਂ ਕੋਈ ਗਿਲਾ ਸ਼ਿਕਵਾ ਨਹੀਂ ਕਰਦੇ, ਇਸ ਲਈ ਅਸੀਂ ਕੋਈ ਇਹ ਖਬਰਾਂ ਨਹੀਂ। ਪਰ ਹੁਣ ਇਹ ਹੱਦ ਹੋ ਗਈ ਹੈ, ਹੁਣ ਅਸੀਂ ਇਸ ਦੇ ਵਿੱਚ ਨਹੀਂ ਰਹਿਣਾ, ਸਾਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਏ। ਉਹਨਾਂ ਨੇ ਕਿਹਾ ਜੀ ਇਸ ਭੁੱਖ ਹੜਤਾਲ ਦੇ ਚੱਲਦੇ ਜੇ ਸਾਡੀ ਕਿਸੇ ਦੀ ਵੀ ਸ਼ਹੀਦੀ ਹੁੰਦੀ ਹੈ ਤਾਂ ਸਾਨੂੰ ਪੰਜਾਬ ਲਿਜਾ ਕੇ ਸੰਸਕਾਰ ਕੀਤਾ। ਸੋ ਇਹ ਬੜੀ ਭਾਵਕ ਹਾਲਤ ਪੂਰੀ ਡਿਫਾਈਨੈਂਸ ਸੀ ਕਿ ਵੀ ਅਸੀਂ ਕੋਈ ਡਰਦੇ ਨਹੀਂ, ਅਸੀਂ ਆਪ ਕੌਮ ਦੇ ਇਸ ਰਸਤੇ ਨੂੰ ਚੁਣਿਆ ਔਰ ਅਸੀਂ ਇਸ ਦੇ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਾਂ। ਜ਼ਾਹਰ ਹੈ ਵੀ ਇਸ ਨੇ ਕੌਮ ਨੂੰ ਇੱਕ ਬਿਲਕੁਲ ਵੰਗਾਰ ਪਾਈ। ਇਹ ਵੱਖਰੀ ਕਹਾਣੀ ਹੈ ਕਿ ਇੱਕੋ ਵੇਲੇ ਇੰਨੇ ਇਸ਼ੂ ਚੱਲ ਰਹੇ ਨੇ, ਕੌਮੀ ਇਨਸਾਫ ਮੋਰਚਾ ਪਹਿਲਾਂ ਹੀ ਚੱਲ ਰਿਹਾ ਸੀ, ਕਿਸਾਨ ਮੋਰਚੇ ਵੱਲ ਬਹੁਤਿਆਂ ਦਾ ਧਿਆਨ ਚਲਾ ਗਿਆ, ਲਗਭਗ ਉਸੇ ਟਾਈਮ ਫਰੇਮ 'ਚ ਹੀ ਆਇਆ। ਲੇਕਿਨ ਫਿਰ ਵੀ ਗੈਰਤਮੰਦ ਗੁਰਸਿੱਖਾਂ ਨੇ, ਅਣਖੀ ਸਿੱਖ ਜਥੇਬੰਦੀਆਂ ਨੇ ਔਰ ਖਾਸ ਤੌਰ ਤੇ ਮੈਂ ਜਿਵੇਂ ਕਿਹਾ ਸੀ ਕਿ ਮਾਤਾ ਬਲਵਿੰਦਰ ਕੌਰ ਜੀ, ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ, ਉਹਨਾਂ ਨੂੰ ਜਦੋਂ ਮੈਂ ਦੇਖਦਾ ਹਾਂ, ਉਹਨਾਂ ਦੀ ਆਵਾਜ਼ ਔਰ ਉਹਨਾਂ ਦੀ ਉਹ ਬੜਕ ਜਿਹੜੀ ਇੱਕ ਸੱਚਮੁੱਚ ਸਿੰਘਣੀਆਂ ਵਾਲੀ ਹੈ, ਤੇ ਮੈਨੂੰ ਹਮੇਸ਼ਾ ਇਹ ਆਉਂਦਾ ਵੀ ਇਹ ਮਾਈ ਭਾਗੋ ਦੀ ਧਰਤੀ ਦੀਆਂ ਜਾਈਆਂ ਹੀ ਇਸ ਕਿਸਮ ਦੇ ਰੋਲ ਮਾਡਲ ਹੋ ਸਕਦੀਆਂ। ਸੋ ਇੱਕ ਪੂਰਾ ਫੁੱਲ ਫਲੈਜ ਜਥੇਬੰਦੀਆਂ ਦਾ ਡੈਲੀਗੇਸ਼ਨ, ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਕੋਈ ਘਣਸ਼ਾਮ ਥਿਊਰੀ ਲਾਇਆ ਹੋਇਆ, ਉਹਨਾਂ ਨੇ ਇੰਨਾ ਕੁਛ ਸਾਡੇ ਤੇ ਫੋਰਸ ਕੀਤਾ ਗਿਆ। ਇਹ ਇੱਕ ਅੰਡਰਸਟੈਂਡਿੰਗ ਹੁੰਦੀ ਸੀ ਹਮੇਸ਼ਾ, ਅੰਮ੍ਰਿਤਸਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਕਿਸੇ ਸਿੱਖ ਨੂੰ ਹੀ ਲਾਇਆ ਜਾਂਦਾ ਸੀ ਆਲਵੇਜ਼, ਕਿਉਂਕਿ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਹੋ ਕੇ ਹਟਦੀਆਂ ਨੇ, ਜਿਹੜੀ ਪਹਿਲੀ ਨੋਟੀਫਿਕੇਸ਼ਨ ਪਹਿਲੀ ਮੀਟਿੰਗ ਹੁੰਦੀ ਹੈ ਅਹੁਦੇਦਾਰ ਚੁਣੇ ਜਾਣ ਵਾਲੀ, ਉਹਦੇ 'ਚ ਡੀਸੀ ਸ਼ਾਮਲ ਹੁੰਦਾ। ਸੋ ਹਮੇਸ਼ਾ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ, ਇਹ ਹੁਣ ਮੈਨੂੰ ਹੈਰਾਨੀ ਹੋਈ ਦੇਖ ਕੇ ਵੀ ਕੋਈ ਘਣਸ਼ਾਮ ਜਿਹੜਾ ਹੈ ਉਹ ਲਿਆ ਕੇ ਲਾਇਆ। ਔਰ ਇਹ ਸਾਰਾ ਡੈਲੀਗੇਸ਼ਨ 2 ਦਿਨ ਪਹਿਲਾਂ ਉਹਨਾਂ ਨੂੰ ਮਿਲੇ, ਜਿਨ੍ਹਾਂ 'ਚ ਉਹਨਾਂ ਦੇ ਭਾਈ ਅੰਮ੍ਰਿਤਪਾਲ ਸਿੰਘ ਦੇ ਪੇਰੈਂਟਸ ਵੀ, ਦੂਸਰੇ ਜਿਹੜੇ 9 ਉਹਨਾਂ ਦੇ ਨਾਲ NSA ਥੱਲੇ ਡੱਕੇ ਹੋਏ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਹਿਯੋਗੀ, ਉਹ ਵੀ, ਔਰ ਬਾਕੀ ਉਹਨਾਂ ਦਾ ਭਗਵਾਨ ਸਿੰਘ ਸਿਆਲਕਾ ਸ਼੍ਰੋਮਣੀ ਕਮੇਟੀ ਦਾ ਵਕੀਲ ਔਰ ਬਹੁਤ ਸਾਰੇ। ਔਰ ਉਹਨਾਂ ਨੇ ਡੀਸੀ ਨੂੰ ਕਿਹਾ, ਕਿਉਂਕਿ NSA ਵੀ ਡੀਸੀ ਦੇ ਆਰਡਰ ਥੱਲੇ ਹੈ, ਜਿਹਨੇ ਜਾ ਕੇ ਡਿਬਰੂਗੜ੍ਹ ਮਿਲਣਾ ਉਹ ਵੀ ਡੀਸੀ ਦੀ ਪਰਮਿਸ਼ਨ ਨਾਲ ਹੀ ਮਿਲ ਸਕਦਾ ਹੈ। ਔਰ ਇਹ ਜਿਹੜਾ ਜਦੋਂ NSA ਲਾਇਆ ਜਾਂਦਾ ਹੈ, ਇਹ ਬੇਸ਼ੱਕ ਸਾਈਨ ਫਾਈਨਲੀ ਰਾਸ਼ਟਰਪਤੀ ਦੇ ਹੁੰਦੇ ਨੇ, ਰਿਕਮੈਂਡੇਸ਼ਨ ਪੰਜਾਬ ਸਰਕਾਰ ਦੀ ਹੁੰਦੀ ਹੈ ਜਿਹੜੀ ਉਹਨਾਂ ਨੇ ਕੀਤੀ। ਹੁਣ ਸਵਾਲ ਇਹ ਹੈ ਕਿ ਭਾਈ 1 ਸਾਲ ਆਲਮੋਸਟ ਪੂਰਾ ਹੋ ਗਿਆ, ਕੋਈ ਤੁਹਾਡੇ ਕੋਲ ਸਬੂਤ ਨਹੀਂ, ਤੁਸੀਂ ਕੋਈ ਉਹਨਾਂ ਨੂੰ ਕਿਸੇ ਹੋਰ ਕੇਸ 'ਚ ਟਰਾਇਲ ਦੇ ਉੱਤੇ ਨਹੀਂ ਲੈ ਕੇ ਗਏ, ਜਿਹਦੀ ਉਹਨਾਂ ਨੂੰ ਫਿਰ ਰੱਖਿਆ ਕਿਉਂ ਹੋਇਆ? ਔਰ ਜੇ ਹੈ ਤਾਂ ਉਹਨਾਂ ਨੂੰ ਪੰਜਾਬ ਦੀ ਜੇਲ੍ਹ 'ਚ ਲਿਆਓ, ਅੱਗੋਂ ਜੇ ਕੋਈ ਹੈ ਤਾਂ ਉਹਨਾਂ ਤੇ ਟਰਾਇਲ ਚਲਾਓ। ਸੋ ਡੀਸੀ ਨੇ ਵੀ ਕਿਹਾ ਕਿ ਜੀ ਠੀਕ ਹੈ, ਮੈਂ ਫਾਰਵਰਡ ਕਰ ਦਿਆਂਗਾ ਇਹ ਉਹ, ਪਰ ਉਹਦਾ ਰਵੱਈਆ ਉਦੋਂ ਵੀ ਇਸ ਕਿਸਮ ਦਾ ਹੀ ਸੀ। ਹੁਣ ਜਦੋਂ ਕਿ ਔਰ ਮਾਤਾ ਜੀ ਨੇ ਉਦੋਂ ਵੀ ਜਦੋਂ ਮਿਲਣ ਤੋਂ ਬਾਅਦ ਡੀਸੀ ਨੂੰ ਪ੍ਰੈਸ ਕਾਨਫਰੰਸ ਦੇ ਸਾਹਮਣੇ ਆਏ ਸੀ, ਉਹਨਾਂ ਨੇ ਕਿਹਾ ਸੀ ਵੀ ਅਸੀਂ 24 ਘੰਟੇ ਦਾ ਨੋਟਿਸ ਦਿੱਤਾ ਹੈ, ਨਹੀਂ ਤਾਂ ਅਸੀਂ ਵੀ ਭੁੱਖ ਹੜਤਾਲ ਤੇ ਬੈਠਾਂਗੇ। ਔਰ ਇਹ ਵੀ ਖਬਰ ਮੈਂ ਕਿਤੇ ਦੇਖੀ ਕਿ ਈਵਨ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸਿੰਘਣੀ ਵੀ ਜਿਹੜੀ ਹੈ ਉਹ ਭੁੱਖ ਹੜਤਾਲ ਤੇ ਬੈਠ ਗਏ। ਪਰ ਇਹਨਾਂ ਨੇ ਪੂਰਾ ਜਿਹੜਾ ਅੱਜ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਤੇ ਜਿਹਦੇ ਚ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਤੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ, ਉਹ ਵੀ ਔਰ ਹੋਰ ਵੀ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਜੁਆਇਨ ਕੀਤਾ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕੀਤੀ ਗਈ। ਔਰ ਹਰਮੰਦਰ ਸਾਹਿਬ ਦੇ ਬਾਹਰ ਹੀ ਜਿਹੜਾ ਪਲਾਜ਼ਾ ਵਾਲੀ ਸਾਈਡ ਤੇ ਉਹ ਬੈਠੇ। ਲੇਕਿਨ ਹੁਣ ਜਿਵੇਂ ਹੈ ਕਿ ਸ਼ਾਇਦ ਉਹ ਇਨਕਨਵੀਨੀਅੰਟ ਹੋਏ ਉਹਨਾਂ ਲਈ ਵੀ, ਸੰਗਤ ਲਈ ਵੀ, ਤੇ ਹੈਰੀਟੇਜ ਸਟਰੀਟ ਜਿੱਥੋਂ ਇਹ ਸਾਰਾ ਦਰਬਾਰ ਸਾਹਿਬ ਦਾ ਰਸਤਾ ਜਾਂਦਾ, ਉੱਥੇ ਉਹ ਬੈਠੇ ਨੇ। ਹੋਰ ਵੀ ਬਹੁਤ ਸਾਰੀ ਸੰਗਤ ਹਮਾਇਤ ਦੇ ਵਿੱਚ ਆ ਕੇ ਬੈਠ ਰਹੀ ਹੈ। ਔਰ ਇਹ ਜਿਹੜਾ ਈਵਨ ਮੈਂ ਇੱਕ ਪੋਸਟ ਦੇਖ ਰਿਹਾ ਸੀ ਵੀ ਈਵਨ ਇਹ ਡੀਸੀ ਜਿਹੜਾ ਘਣਸ਼ਾਮ ਥਿਊਰੀ ਹੈ, ਇਹਨੇ ਮਾਤਾ ਬਲਵਿੰਦਰ ਕੌਰ ਨਾਲ ਬਦਸਲੂਕੀ ਵੀ ਕੀਤੀ ਹੈ ਔਰ ਹੈਵੀ ਪੁਲਿਸ ਸਿਕਿਉਰਿਟੀ ਹੈ ਸਾਰੇ ਪਾਸੇ। ਔਰ ਹੋਰ ਵੀ ਜਿਹੜੇ 9 NSA ਦੇ ਥੱਲੇ ਬੰਦ ਨੇ, ਉਹਨਾਂ ਦੇ ਰਿਸ਼ਤੇਦਾਰ ਵੀ ਜਿਹੜੇ ਨੇ ਉਹ ਵੀ ਨਾਲ ਆ ਕੇ ਬੈਠੇ ਨੇ। ਔਰ ਸਿੱਖ ਸੰਗਤ ਨੂੰ ਵੀ ਉਹਨਾਂ ਨੇ ਕਿਹਾ ਭਾਈ ਇਸ ਨੂੰ ਜੁਆਇਨ ਕਰੋ। ਔਰ ਈਵਨ 30 ਹੋਰ ਸਿੰਘ ਜਿਹੜੇ ਕਿ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਬੰਦ ਨੇ, ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਉਹਨਾਂ ਦਾ ਸੰਬੰਧ ਜੋੜ ਕੇ ਉਹਨਾਂ ਨੂੰ ਗ੍ਰਿਫਤਾਰ, ਉਹ ਵੀ ਭੁੱਖ ਹੜਤਾਲ ਤੇ ਚਲੇ ਗਏ ਨੇ। ਔਰ ਇਹ ਸਾਰਾ ਆਪਣੇ ਆਪ ਦੇ ਵਿੱਚ, ਜਿਹਦੇ 'ਚ ਹੁਣ ਮਾਤਾ ਜੀ ਦੀ ਆਪਣੀ ਸਟੇਟਮੈਂਟ ਹੈ, ਇੰਗਲਿਸ਼ ਟ੍ਰਿਬਿਊਨ ਦੀ ਕਵਰੇਜ ਹੈ, we have no faith in the administration. The demand letter given to DC Amritsar was being overlooked. What heinous crime have they committed? They have already undergone 1 year imprisonment in Assam and not given bail, she said. और उन्होंने ये कहा कि भी ये
ਕੋਈ ਇਹਨਾਂ ਨੂੰ ਪਰਵਾਹ ਨਹੀਂ ਹੈ। ਹੁਣ ਅਸੀਂ ਜਿਹੜਾ ਉਹ ਭੁੱਖ ਹੜਤਾਲ ਦੇ ਉੱਤੇ ਇਸ ਦੇ ਜਿਹੜੇ ਮੁੱਦੇ ਤੇ ਆਏ ਔਰ ਇਸ ਦੇ ਉੱਤੇ ਹੀ ਈਵਨ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਆਪਣੇ ਆਫੀਸ਼ੀਅਲ ਲੈਟਰ ਹੈਡ ਦੇ ਉੱਤੇ ਇੱਕ ਮੈਮੋਰੈਂਡਮ ਵੀ ਕੱਢਿਆ ਜਿਹੜਾ ਕਿ ਅੱਡ-ਅੱਡ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਦਿੱਤਾ ਜਾਏਗਾ ਔਰ ਉਸ ਦਾ ਵਿਸ਼ਾ ਇਹ ਹੈ ਕਿ ਵਾਰਿਸ ਪੰਜਾਬ ਦੇ ਮੌਜੂਦਾ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਖਿਲਾਫ ਦਰਜ NSA ਦੇ ਬਣਾਏ ਗਏ ਝੂਠੇ ਕੇਸ ਨੂੰ ਤੁਰੰਤ ਰੱਦ ਕੀਤਾ ਜਾਏ, ਡਿਬਰੂਗੜ੍ਹ ਜੇਲ੍ਹ ਤੋਂ ਤੁਰੰਤ ਪੰਜਾਬ ਵਿੱਚ ਉਹਨਾਂ ਨੂੰ ਤਬਦੀਲ ਕੀਤਾ ਜਾਏ ਔਰ ਝੂਠੇ ਕੇਸਾਂ ਨੂੰ ਵਾਪਸ ਲੈ ਕੇ ਤੁਰੰਤ ਰਿਹਾ ਕਰਨ ਦੇ ਹੁਕਮ ਦਿੱਤੇ ਜਾਣ। ਸੋ ਉਹਦੇ 'ਚ ਉਹਨਾਂ ਨੇ ਪੂਰਾ ਜੋ KP ਗਿੱਲ ਦੇ ਜ਼ੁਲਮਾਂ ਦੀ ਕਹਾਣੀ, 3 ਸ਼ਮਸ਼ਾਨ ਘਾਟਾਂ ਦੇ ਵਿੱਚ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ, ਇਹ ਸਾਰੇ ਵੇਰਵੇ ਦੇ ਕੇ ਉਹਨਾਂ ਨੇ ਕਿਹਾ ਵੀ ਇਹ ਸਾਰਾ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਜੋ ਸਿੱਖਾਂ ਦੇ ਜ਼ੁਲਮ ਪਿਛਲੇ 4 ਦਹਾਕਿਆਂ ਤੋਂ ਚੱਲ ਰਹੇ ਨੇ, ਹੁਣ ਵੀ ਮੌਜੂਦਾ ਪੰਜਾਬ ਸਰਕਾਰ ਅਜਿਹੀਆਂ ਗੈਰ ਵਿਧਾਨਕ ਤੇ ਸਮਾਜ ਵਿਰੋਧੀ ਅਮਲ ਤੇ ਕਾਰਵਾਈਆਂ ਕਰਕੇ ਪੰਜਾਬ ਦੇ ਮਾਹੌਲ ਨੂੰ ਫਿਰ ਤੋਂ ਵਿਸਫੋਟਕ ਬਣਾ ਕੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ 'ਚ ਫਸਾਉਣ ਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦੀ ਸਾਜ਼ਿਸ਼ ਉੱਤੇ ਕੰਮ ਕਰ ਰਹੀ ਹੈ ਔਰ ਅਸੀਂ ਇਸ ਦੇ ਖਿਲਾਫ ਆਵਾਜ਼ ਚੁੱਕਦੇ ਹਾਂ ਔਰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਡਿਬਰੂਗੜ੍ਹ ਜੇਲ੍ਹ 'ਚ ਨਜ਼ਰਬੰਦ ਕੀਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਖਿਲਾਫ ਦਰਜ ਕੀਤੇ NSA ਦੇ ਝੂਠੇ ਕੇਸ ਨੂੰ ਤੁਰੰਤ ਰੱਦ ਕਰਕੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ 'ਚ ਤਬਦੀਲ ਕੀਤਾ ਜਾਏ ਔਰ ਇੱਥੋਂ ਉਹਨਾਂ ਨੂੰ ਰਿਹਾ ਕੀਤਾ ਜਾਏ। ਸੋ ਇਹ ਬੜਾ ਜਿਹੜਾ ਜ਼ਰੂਰੀ ਹੈ ਕਿ ਸਿੱਖ ਕੌਮ ਜਿੱਥੇ ਬਾਕੀ ਇਸ਼ੂ ਵੀ ਨਾਲ ਨੇ ਜੀ, ਲੇਕਿਨ ਇਹ ਇਸ ਵੇਲੇ ਅਣਖ ਗੈਰਤ ਦਾ ਇਸ਼ੂ ਹੈ ਔਰ ਇਸ ਦੇ ਉੱਤੇ ਈਵਨ ਬਲਜੀਤ ਸਿੰਘ ਖਾਲਸਾ ਵੰਗਾਰ ਮੁੱਖ ਸੰਪਾਦਕ ਉਹਨਾਂ ਨੇ ਵੰਗਾਰ ਵੀ ਪਾਈ ਹੈ ਔਰ ਇਸੇ ਨਾਲ ਹੀ ਮੈਂ ਸੈਗਮੈਂਟ ਨੂੰ ਜਿਹੜਾ ਕਲੋਜ਼ ਵੀ ਕਰਾਂਗਾ ਜੀ। ਉਹਨਾਂ ਨੇ ਕਿਹਾ ਕਿ ਜਦੋਂ ਜਿਉਂਦੀਆਂ ਕੌਮਾਂ ਦੇ ਜੇਲ੍ਹੀਂ ਡੱਕੇ ਗੱਭਰੂ ਅਨਿਆਂ ਤੇ ਧੱਕੇਸ਼ਾਹੀ ਵਿਰੁੱਧ ਭੁੱਖ ਹੜਤਾਲ ਵੀ ਕਰਦੇ ਹਨ ਤਾਂ ਜ਼ਾਬਰ ਹਕੂਮਤਾਂ ਅੰਦਰੋਂ ਅੰਦਰ ਕੰਬਦੀਆਂ ਜ਼ਰੂਰ ਹਨ। ਬਿਲਕੁਲ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜੇਕਰ ਭੁੱਖ ਹੜਤਾਲ ਨਾਲ ਕਿਸੇ ਨੌਜਵਾਨ ਦਾ ਕੋਈ ਵੀ ਸਰੀਰਕ ਰੂਪ ਵਿੱਚ ਨੁਕਸਾਨ ਹੁੰਦਾ ਹੈ ਤਾਂ ਉਹਦੀ ਕੌਮ ਦਾ ਅੰਦਰੋਂ ਇੱਕ ਜ਼ਲਜ਼ਲਾ ਉੱਠ ਪਵੇਗਾ। ਪਰ ਜਿਉਂਦੀਆਂ ਕੌਮਾਂ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਉਡੀਕ ਨਹੀਂ ਕਰਦੀਆਂ ਕਿ ਜੇਕਰ ਕੋਈ ਭਾਣਾ ਵਰਤ ਗਿਆ ਤਾਂ ਫੇਰ ਸੰਘਰਸ਼ ਕਰਾਂਗੇ, ਬਲਕਿ ਆਪਣੇ ਸੰਘਰਸ਼ੀ ਵੀਰਾਂ ਦੀ ਭੁੱਖ ਹੜਤਾਲ ਦੀ ਖਬਰ ਹੀ ਉਹਨਾਂ ਲਈ ਸੰਘਰਸ਼ ਦਾ ਬਿਗਲ ਵਜਾ ਦੇਣ ਲਈ ਬਹੁਤ ਹੁੰਦੀ ਹੈ। ਸਮੂਹ ਪੰਥਕ ਜਥੇਬੰਦੀਆਂ ਸਿਰ ਵੱਡੀ ਜ਼ਿੰਮੇਵਾਰੀ ਹੈ। ਇਤਿਹਾਸ ਸਾਹ ਰੋਕ ਕੇ ਵੇਖ ਰਿਹਾ ਹੈ ਕਿ ਸਿੱਖ ਕੌਮ ਆਪਣੇ ਜਿਉਂਦੇ ਹੋਣ ਦਾ ਸਬੂਤ ਕਦੋਂ ਤੇ ਕਿਵੇਂ ਦਿੰਦੀ ਹੈ। ਸੋ ਅਸੀਂ ਵੀ ਇਹੀ ਗੁਜ਼ਾਰਿਸ਼ ਕਰਨਾ ਚਾਹੁੰਦੇ ਕਿ ਭਾਈ ਕਦੋਂ ਤੱਕ ਅਸੀਂ ਜ਼ੁਲਮ ਸਹਾਰਦੇ ਰਹਾਂਗੇ, ਦੇਖਾਂਗੇ, ਗਿਣਤੀ ਗਿਣੀ ਜਾਵਾਂਗੇ ਕਿ ਉਹ ਵੀ ਚਲਾ ਗਿਆ, ਉਹ ਵੀ ਚਲਾ ਗਿਆ, ਫਿਰ ਬਰਸੀਆਂ ਮਨਾਵਾਂਗੇ, ਭੋਗ ਪਾਵਾਂਗੇ, ਉਹਨਾਂ ਦੀਆਂ ਫੋਟੋਆਂ ਲਾ ਦੇਵਾਂਗੇ ਲੰਗਰ ਹਾਲ 'ਚ, ਆਹੀ ਰਹਿ ਗਿਆ ਕੰਮ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਬੇਸ਼ਰਮ ਭਾਰਤ ਵੱਲੋਂ ਇੱਕ ਪਾਸੇ ਚੀਨ ਅੱਗੇ ਆਪਣਾ 4000 ਸਕੁਅਰ ਮੀਟਰ 에ਅਰਲਾਈਨ ਲਈ ਤਰਲੇ ਕੀਤੇ ਜਾ ਰਹੇ ਨੇ ਔਰ ਦੂਸਰੇ ਪਾਸੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਵਿੱਚ ਪਰਮਾਨੈਂਟ ਸੀਟ ਲੈਣ ਲਈ ਚੀਨ ਵੱਲੋਂ ਰੁਕਾਵਟ ਪਾਉਣ ਦੀ ਤੰਜ ਵੀ ਕੱਸ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਹ ਸੁਬਰਾਮਨੀਅਮ ਸਵਾਮੀ ਜਿਹੜਾ RSS ਦਾ ਆਈਡੀਆਲੋਗ ਹੈ ਉਹਦਾ ਦਾਅਵਾ ਹੈ
ਕਿ ਭਾਰਤ ਦਾ 4000 ਸਕੁਅਰ ਕਿਲੋਮੀਟਰ ਏਰੀਆ ਸੌਰੀ ਜਿਹੜਾ ਹੈ ਉਹ ਚੀਨ ਨੇ ਦੱਬਿਆ ਹੈ। ਔਰ ਉਹਨੇ ਕਿਹਾ ਵੀ ਮੋਦੀ ਜਿਹੜਾ ਹੈ ਉਹ 4-5 ਵਾਰ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ ਚੀਨ ਗਿਆ, ਉਸ ਤੋਂ ਬਾਅਦ ਵੀ 4 ਵਾਰ ਗਿਆ। ਉਹਨੇ ਕਿਹਾ ਵੀ ਮੈਨੂੰ ਪਤਾ ਹੈ ਵੀ ਮੋਦੀ ਕਿਉਂ ਜ਼ਬਾਨ ਨਹੀਂ ਖੋਲਦਾ, ਪਰ ਜੇ ਮੈਂ ਇਹ ਇੰਕਸ਼ਾਫ ਕੀਤਾ ਤੇ ਬੀਜੇਪੀ ਦਾ ਨੁਕਸਾਨ ਹੋਏਗਾ। ਸੋ ਜ਼ਾਹਰ ਹੈ ਇਸ ਦੇ ਉੱਤੇ ਜਦੋਂ ਉਹਨੂੰ ਇੰਟਰਵਿਊ ਕਰ ਰਹੀ ਹੈ ਬੀਬੀ, ਉਹਨੂੰ ਕਹਿੰਦੀ ਹੈ ਕਿ ਵੀ ਕੀ ਤੁਸੀਂ ਉਹਨੂੰ ਗੱਦਾਰ ਕਹੋਗੇ ਮੋਦੀ ਨੂੰ? ਉਹ ਕਹਿੰਦਾ ਹਾਂ, ਇਸ ਮਸਲੇ ਦੇ ਉੱਤੇ ਉਹ ਗੱਦਾਰੀ ਕਰ ਰਿਹਾ ਮੁਲਕ ਦੇ ਨਾਲ, ਔਰ ਮੈਂ ਜ਼ਬਾਨ ਨਹੀਂ ਖੋਲ ਸਕਦਾ ਕਿਉਂਕਿ ਬੀਜੇਪੀ ਦਾ ਨੁਕਸਾਨ ਹੋਏਗਾ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਸ ਹੱਦ ਤੱਕ ਜਾ ਕੇ ਇਹਨਾਂ ਨੇ ਮੁਲਕ ਵੇਚਿਆ ਹੋਇਆ। ਉਹ ਕੀ ਪਾਰਟ ਹੈ, ਕਿਸੇ ਵੇਲੇ ਹੋ ਸਕਦਾ ਇੱਕ ਸਟੇਜ ਦੇ ਉੱਤੇ ਉਹ ਮਰਨ ਤੋਂ ਪਹਿਲਾਂ ਕੋਈ ਕਿਤਾਬ ਲਿਖ ਦੇ ਉਹਦੇ 'ਚ ਹੋਏ, ਪਰ ਉਦੋਂ ਤੱਕ ਕੀ ਆਲਰੇਡੀ ਉਹਦਾ ਸੌਦਾ ਤੇ ਵਿਕ ਰਿਹਾ। ਉਹ ਤਾਂ ਹੱਥ ਖੜੇ ਕਰਾ ਕੇ ਜੇ ਪੰਜਾਬ 'ਚ ਕਿਸਾਨ ਉਹਨਾਂ ਦੇ ਉੱਤੇ ਗੋਲਾਬਾਰੀ ਹੋ ਰਹੀ ਹੈ, ਲਾਈਵ ਐਮਨੀਸ਼ਨ, ਰਬਰ ਬੁਲੇਟਸ, ਟੀਅਰ ਗੈਸ ਸ਼ੈਲਸ, ਤੇ ਉਹ ਗੁਜਰਾਤ ਦੇ ਵਿੱਚ 1 ਲੱਖ ਜਿਹੜੀ ਦੁੱਧ ਪ੍ਰੋਡਿਊਸ ਕਰਨ ਵਾਲੇ ਲੋਕ ਨੇ, ਦੁੱਧ ਦੀ ਇੰਡਸਟਰੀ ਆ, ਉਹ ਕਿਸਾਨਾਂ ਦੇ, ਉਹਨਾਂ ਨੂੰ ਵੀ ਕਿਸਾਨ ਕਹਿ ਕੇ ਜਿਹੜਾ ਉਹਨਾਂ ਨੂੰ ਐਡਰੈਸ ਕਰ ਰਿਹਾ। ਉਹ ਦੱਸ ਇਹ ਰਿਹਾ ਜੀ ਇੱਥੇ 10-15 ਹਜ਼ਾਰ ਬੈਠਾ, ਦੇਖੋ ਲੱਖ ਕਿਸਾਨ ਗੁਜਰਾਤ ਦਾ ਮੇਰੇ ਨਾਲ ਖੜੇ। ਔਰ ਇਹ ਵੀ ਕਿਸੇ ਨੇ ਕਿਹਾ ਸੀ ਵੀ ਪਤਾ ਇਹਨਾਂ ਨੂੰ ਵੀ ਹੈ ਵੀ ਅਲਟੀਮੇਟਲੀ ਭਾਰਤ ਨੇ ਟੁੱਟਣਾ ਹੈ, ਇਸ ਲਈ ਵੀ ਇਹ ਜਿੰਨੀ ਇਨਵੈਸਟਮੈਂਟ ਵੀ ਲੈ ਕੇ ਜਾਂਦੇ ਨੇ, ਜਿੰਨੇ ਟਾਟਿਆਂ ਨੂੰ ਦੂਜਿਆਂ ਨੂੰ ਲੈ ਕੇ, ਉਹ ਗੁਜਰਾਤ ਹੀ ਕਿਉਂ ਲਿਜਾ ਰਹੇ ਨੇ? ਕਿਉਂਕਿ ਇਹ ਅਲਟੀਮੇਟਲੀ ਉਹਨੂੰ ਵੀ ਪਤਾ ਹੈ ਵੀ ਜਿਹੜਾ ਗੁਜਰਾਤ ਹੀ ਸਾਡੇ ਕੋਲ ਰਹਿ ਜਾਣਾ ਹੈ, ਬਾਕੀ ਭਾਰਤ ਨਹੀਂ ਰਹਿਣਾ। ਇਹ ਹਾਲਾਂਕਿ ਦਿਲਚਸਪ ਗੱਲ ਹੈ ਕਿ ਵੀ ਜੇ ਸੱਚਮੁੱਚ ਭਾਰਤ ਦਾ ਵਿਜ਼ਨ ਹੋਏ ਇਹਨਾਂ ਕੋਲ, ਜਾਂ ਜਿਵੇਂ ਭਾਰਤ ਦਾ ਆਪਣਾ ਝੂਠ ਵੇਚਦੇ ਨੇ ਜੋੜ ਕੇ, ਤੇ ਉਹਨਾਂ ਦੇ ਲਈ ਤਾਂ ਕੋਈ ਫਰਕ ਨਹੀਂ ਹੋਣਾ ਚਾਹੀਦਾ। ਚਲੋ ਥੋੜੀ ਬਹੁਤ ਪਹਿਲ ਤੁਸੀਂ ਆਪਣੀ ਸਟੇਟ ਨੂੰ ਦਿੰਦੇ ਹੋ, ਪਰ ਹਰ ਚੀਜ਼। ਔਰ ਇਹ ਵੀ ਜਦੋਂ ਬ੍ਰਿਟਿਸ਼ ਬੋਰਿਸ ਜੌਨਸਨ ਗਿਆ ਸੀ ਔਰ ਉੱਥੇ ਜਾ ਕੇ ਜਿਹੜਾ ਉਹ ਬੁਲਡੋਜ਼ਰ ਦੇ ਉੱਤੇ ਉਹਨੂੰ ਬਿਠਾ ਕੇ ਔਰ ਫਲਾਣਾ, ਤਾਂ ਉਹਨਾਂ ਨੇ ਕਿਹਾ ਕਿ ਭਾਈ ਇਹੀ ਜਿਹੜੇ ਨੇ ਜਿਹਦੇ ਨਾਲ ਮੁਸਲਮਾਨਾਂ ਦੇ ਘੱਟ ਆ ਰਹੇ ਨੇ, JCT ਮਸ਼ੀਨਾਂ ਜਿਹੜੀਆਂ ਇਸਤੇਮਾਲ ਕਰ ਰਹੇ ਨੇ, ਔਰ ਦੂਸਰੀਆਂ ਜਿਹੜੀਆਂ ਤੁਸੀਂ ਇਹਨਾਂ ਨੂੰ ਦਿੱਤੀਆਂ ਹੋਈਆਂ। ਹੁਣ ਇੱਕ ਪਾਸੇ ਤਾਂ ਉਹ ਨੌਟੰਕੀ ਚੱਲ ਰਹੀ ਹੈ ਜੀ, ਦੂਸਰੇ ਪਾਸੇ ਇਹਨਾਂ ਦੀ ਇੰਟੈਲੀਜੈਂਸ ਦੀ ਕਿੰਨੀ ਫੇਲਿਅਰ ਸੀ। ਇਹ ਹਾਲਾਂ ਅਮਰੀਕਾ ਦੀ ਸਟੇਟ ਡਿਪਾਰਟਮੈਂਟ ਰਿਪੋਰਟ ਦੇ ਵਿੱਚ ਆਇਆ ਸੀ ਕਿ ਵੀ ਇਹ ਜਿਹੜਾ ਚੀਨ ਰੁਕਿਆ 2020 ਚ ਗਲਵਾਨ ਵੈਲੀ ਔਰ ਟੱਕਰ ਤੋਂ ਬਾਅਦ, ਕਿ ਅਮਰੀਕਾ ਨੇ ਬੜੀ ਕਰੂਸ਼ੀਅਲ ਇੰਟੈਲੀਜੈਂਸ ਭਾਰਤ ਨੂੰ ਦਿੱਤੀ, ਜਿਹੜੀ ਉਹਨਾਂ ਦੇ ਕੋਲ ਆਪਣੇ ਅਮਰੀਕਾ ਦਾ ਤਾਂ ਟੈਕਨੋਲੋਜੀ 'ਚ ਪਿਓ ਨੇ, ਟੈਕਨੋਲੋਜੀ ਦੇ ਸਾਰੇ ਉਹ ਦੇਖ ਰਹੇ ਹੋਣਗੇ। ਹੁਣ ਤੱਕ ਕਦੇ ਭਾਰਤ ਇਹ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਜੀ ਜਿਹੜਾ ਉਹਨੂੰ ਵੀ, ਉਹ ਤਾਂ ਇਹ ਦੱਸਦੇ ਸੀ ਹਮਾਰੇ ਬਹਾਦਰ ਜਵਾਨੋਂ ਨੇ ਇਹ ਕਰ ਦਿਆ ਉਹ ਕਰ ਦੇ। ਚੀਨੀਆਂ ਨੇ ਬਿਨਾਂ ਇੱਕ ਗੋਲੀ ਦਾਗਿਆਂ 20 ਇਹਨਾਂ ਦੇ ਮਾਰ ਦਿੱਤੇ, 10 ਤੋਂ 15 ਤੱਕ ਜਿਹਨਾਂ 'ਚ ਆਲਾ ਆਫੀਸਰ ਸੀ ਉਹ ਪ੍ਰਿਜ਼ਨਰ ਬਣਾ ਕੇ ਲੈ ਗਏ, ਜਿਹੜੇ ਉਹਨਾਂ ਨੇ 2 ਦਿਨ ਬਾਅਦ ਛੱਡੇ। ਹੁਣ ਇਹਨਾਂ ਦੀ ਖਬਰ ਹੈ ਇੰਡੀਆ ਦੇ ਹਵਾਲੇ ਨਾਲ, US ਵਾਜ਼ ਬਿਗ ਹੈਲਪ ਡਿਊਰਿੰਗ LAC ਸਟੈਂਡ ਆਫ, ਫਿਊਚਰ ਸਪੋਰਟ ਮਸਟ ਟੂ। ਇਹ ਹੁਣ ਇੰਡੀਆ ਦਾ ਡਿਫੈਂਸ ਸੈਕਟਰੀ ਇਹ ਕਹਿ ਰਿਹਾ ਕਿ ਜੀ ਇਹ ਜਿਹੜੀ ਇੰਟੈਲੀਜੈਂਸ ਸ਼ੇਅਰਿੰਗ ਸੀ ਅਮਰੀਕਾ ਦੀ, ਦੈਟ ਕੇਮ ਹੈਂਡੀ, ਔਰ ਅਸੀਂ ਬਚ ਗਏ। ਇਨ what could be the first official acknowledgement on the nature of India-US collaboration to tackle China along the line of actual control during the ongoing military standoff, Indian Defence Secretary Giridhar Armane today said intelligence sharing and situational awareness were key areas, adding that India hoped the US would support it in future too, ਕਿ ਸਾਨੂੰ ਭਵਿੱਖ 'ਚ ਵੀ ਸਪੋਰਟ ਕਰਨਗੇ। ਸਪੀਕਿੰਗ ਐਟ ਐਨ ਇਵੈਂਟ, ਕਿਉਂਕਿ ਅੱਜ ਕੱਲ੍ਹ ਰਾਇਸੀਨਾ ਡਾਇਲੌਗ ਚੱਲ ਰਿਹਾ, ਉਹਦੇ 'ਚ ਸਾਰੇ ਆਪਣੀਆਂ ਜਬਲੀਆਂ ਮਾਰ ਰਹੇ ਨੇ ਜੀ। Speaking at an event, he referred to India-US relations, saying, "One thing which aided us during the LAC standoff, एक चीज ने साड़ी बड़ी मदद की, was the intelligence, the situational awareness which the US equipment and US government helped us with, so that is the single most important area." कि भाई सानू तो उन्होंने इंटैलीजेंस ने बचा दिता है, नहीं तो ਉਹ ਕਹਿਣਾ ਚਾਹੁੰਦੇ ਤਾਂ ਲਦਾਖ ਲੈ ਚੱਲੇ ਸੀ, ਉਹ ਤਾਂ ਉਹਨਾਂ ਨੇ ਸਾਨੂੰ ਅਵੇਅਰ ਕਰਤਾ। ਔਰ ਉਹਨਾਂ ਨੇ ਕਿਹਾ ਕਿ ਜੀ ਵੀ ਆਰ ਸਟੈਂਡਿੰਗ ਦੇਅਰ ਅਲੋਂਗ ਦਾ LAC ਅਗੇਂਸਟ ਏ ਬੁਲੀ ਇਨ ਏ ਵੈਰੀ ਡਿਟਰਮਿਨਡ ਫੈਸ਼ਨ, Armane said, adding that we expect that our friend the US will be there with us
ਇਨ ਕੇਸ ਵੀ ਨੀਡ ਸਪੋਰਟ ਇਟ ਇਜ਼ ਮਸਟ ਫॉर ਮਤਲਬ ਉਹ ਤਰਲੇ ਕਰ ਰਿਹਾ ਅਮਰੀਕਾ ਨੂੰ ਵੀ ਕਿ ਜੀ ਅੱਗੇ ਤੁਸੀਂ ਬਚਾਤਾ ਤੁਹਾਡੀ ਇੰਟੈਲੀਜੈਂਸ ਤੁਹਾਡੇ ਤੁਸੀਂ ਸਾਡੇ ਨਾਲ ਖਲੋਣਾ ਨਹੀਂ ਤਾਂ ਸਾਨੂੰ ਜੁੱਤੀਆਂ ਵੀ ਪੈਣਗੀਆਂ ਤੇ ਸਾਡਾ ਇਲਾਕਾ ਵੀ ਜਾਏਗਾ। ਔਰ ਹੁਣ ਇੱਕ ਪਾਸੇ ਤਾਂ ਇਹ ਹੈ ਅਮਰੀਕਾ ਦੀ ਜਿਹੜੀ ਹੈ ਉਹ ਪੈਰਾਂ ਦੇ ਵਿੱਚ ਬੈਠੇ ਹੋਏ ਨੇ ਘੁਟਨੇ ਟੇਕ ਕੇ ਕਿ ਹਜ਼ੂਰ ਸਾਡੇ ਮਾਈ ਬਾਪ। ਦੂਸਰਾ ਪਾਸਾ ਚਾਈਨਾ ਦੇ ਨਾਲ ਗੱਲਬਾਤ ਦਾ ਕਿ ਜੀ ਸਾਡਾ ਜਿਹੜਾ ਉਹ ਇਲਾਕਾ ਸਾਨੂੰ ਦੇ ਦਿਓ, ਥੋੜਾ ਜਿਹਾ ਹੀ ਦੇ ਦਿਓ, ਵਾਪਸ ਹੀ ਕਰ ਦਿਓ। ਇੰਡੀਆ ਚਾਈਨਾ ਸ਼ੇਅਰ ਪਰਸਪੈਕਟਿਵਸ ਔਨ ਕੰਪਲੀਟ ਡਿਸਐਂਗੇਜਮੈਂਟ in 21st Corps Commander talks. Ministry of External Affairs said talks held in friendly and cordial atmosphere. ਹੁਣ ਇਹ 21ਵਾਂ ਰਾਉਂਡ 21ਵੀਂ ਵਾਰ ਗੱਲਬਾਤ ਹੈ ਪਿਛਲੇ 2020 ਤੋਂ ਤੁਸੀਂ ਦੇਖ ਲਓ ਵੀ ਇਹਨਾਂ 3 ਸਾਲਾਂ 'ਚ ਜਿੱਥੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਇਹਨਾਂ ਦੀ ਖੋਈ ਹੋਈ ਹੈ ਔਰ ਇਹ 21ਵਾਂ ਦੌਰ ਗੱਲਬਾਤ ਦਾ ਚੱਲਿਆ। ਪਰ ਉਹਦੇ 'ਚ ਉਹਨਾਂ ਨੇ ਕਿਹਾ ਦਾ 21st round of Corps Commander talks between India and China held on Monday failed to make progress in further disengagement in eastern Ladakh ਕਿ ਉਹਦੇ ਚੋਂ ਨਿਕਲਣਾ ਕੀ ਸੀ। ਲੇਕਿਨ ਜਿਹੜਾ ਦੂਸਰਾ ਪਾਰਟ ਹੈ ਵੀ ਚਾਈਨਾ ਨੂੰ ਇਧਰ ਤਾਂ ਅਮਰੀਕਾ ਦੇ ਗੋਡੇ ਫੜ ਕੇ ਥੈਂਕ ਯੂ ਕਰ ਰਹੇ ਨੇ ਵੀ ਤੁਸੀਂ ਸਾਨੂੰ ਬਚਾ ਦਿੱਤਾ। ਹੁਣ ਦੂਸਰੇ ਪਾਸੇ ਐਸ ਜੈ ਸ਼ੰਕਰ ਰਾਏ ਸੀਨੀਅਰ ਡਾਇਲੌਗ 'ਚ ਇਹ ਕਹਿ ਰਿਹਾ ਕਿ ਦੇਖੋ ਜੇ ਇਹ ਜਿਹੜੇ 5 ਬੈਠੇ ਹੋਏ ਨੇ ਸਿਕਿਉਰਿਟੀ ਕੌਂਸਲ ਦੇ ਵਿੱਚ ਇਹਨਾਂ ਨੂੰ ਇਹ ਨਹੀਂ ਲੱਗਦਾ ਕਿ ਜੀ ਜਦੋਂ ਬਣੀ ਸੀ UN ਉਦੋਂ 50 ਮੁਲਕ ਸੀ ਹੁਣ 194 ਨੇ 4 ਗੁਣਾ ਵੱਧ ਗਏ ਔਰ ਸੀਟ ਵੱਡੀ ਸਾਨੂੰ ਬ੍ਰਾਜ਼ੀਲ ਔਰ ਸਾਊਥ ਅਫਰੀਕਾ ਔਰ ਇਹਨਾਂ ਨੂੰ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ, ਜਾਪਾਨ ਔਰ ਇਟਲੀ ਇਹਨਾਂ ਦੇ ਲਈ। ਔਰ ਇਹਨੂੰ ਕੋਈ ਵੈਸਟਰਨ ਕੰਟਰੀ ਨਹੀਂ ਰੋਕ ਰਿਹਾ। ਨਾਲ ਹੀ ਇਹ ਕਹਿ ਕੇ ਹੁਣ ਕਿਉਂਕਿ ਜ਼ਾਹਰ ਹੈ ਵੀ ਜਿਹੜੇ ਚਾਰੋਂ ਹੀ ਨੇ ਅਮਰੀਕਾ ਔਰ ਯੂਕੇ ਔਰ ਫਰਾਂਸ ਔਰ ਜਿਹੜੇ ਇੱਕੋ ਹੀ ਉਹਨਾਂ ਦੇ ਵਿੱਚ ਸਿਕਿਉਰਿਟੀ ਕੌਂਸਲ ਦੇ ਵਿੱਚ ਨੌਨ ਵੈਸਟਰਨ ਜਾਂ ਨੌਨ ਵਾਈਟ ਮੁਲਕ ਹੈ ਜਿਨ੍ਹਾਂ ਦੇ ਵਿੱਚ ਚਾਈਨਾ ਉਹਨੇ ਕਿਹਾ ਕਿ ਜੀ ਉਹ ਨਹੀਂ ਰੋਕ ਰਹੇ। ਇਫ ਯੂ ਆਰ ਗੋਇੰਗ ਟੂ ਆਸਕ 5 ਕੰਟਰੀਜ਼ ਸੇਇੰਗ ਵੁੱਡ ਯੂ ਮਾਈਂਡ ਚੇਂਜਿੰਗ ਦਾ ਰੂਲਸ that you would have less power, guess what the answer is going to be। ਉਹਨਾਂ ਨੂੰ ਜੇ ਕਹੋ ਜੀ ਤੁਸੀਂ ਕਿਸੇ ਹੋਰ ਨੂੰ ਸ਼ਾਮਲ ਕਰੋ ਉਹਨਾਂ ਦਾ ਕੀ ਆਨਸਰ ਹੋਏਗਾ। ਉਹਨਾਂ ਕਹਿੰਦੇ ਜੀ if they are wise the answer would be something else, if they are short sighted the answer is what it is today। ਕਿ ਜੀ ਇਹ ਦੂਰਦਰਸ਼ੀ ਨਹੀਂ ਨੇ, ਇਹ ਤਾਂ ਪਾਵਰ ਛੱਡਣਾ ਨਹੀਂ ਚਾਹੁੰਦੇ। ਪਰ ਨਾਲ ਦੇ ਨਾਲ ਉਹ ਕਹਿ ਰਿਹਾ ਕਿ ਜੀ ਇਸ ਨੂੰ ਜਿਹੜਾ ਰੋਕ ਰਿਹਾ ਉਹ ਨੌਨ ਵੈਸਟਰਨ ਕੰਟਰੀ ਰੋਕ ਰਿਹਾ, ਚਾਈਨਾ। ਸੋ ਇੱਕ ਪਾਸੇ ਤੁਸੀਂ ਚਾਈਨਾ ਦੇ ਨਾਲ 21ਵਾਂ ਦੌਰ ਗੱਲਬਾਤ ਦਾ ਕਰ ਰਹੇ ਹੋ ਕਿ ਜੀ ਸਾਡਾ ਇਲਾਕਾ ਵਾ, ਉਧਰ ਅਮਰੀਕਾ ਦੇ ਗੋਡਿਆਂ 'ਚ ਵੀ ਬੈਠੇ ਹੋਏ ਹੋ ਕਿ ਜਨਾਬ ਅਗਲੀ ਵਾਰੀ ਵੀ ਸਾਨੂੰ ਇਵੇਂ ਹੀ ਬਚਾ ਲੈਣਾ। ਦੂਸਰੇ ਪਾਸੇ ਤੁਸੀਂ UN ਸਿਕਿਉਰਿਟੀ ਕੌਂਸਲ ਦੇ ਵਿੱਚ ਸੀਟ ਮੰਗਦੇ ਹੋ ਪਰਮਾਨੈਂਟ, ਪਰ ਚਾਈਨਾ ਨੂੰ ਅੱਖਾਂ ਦਿਖਾ ਰਹੇ ਹੋ ਜੋ ਜਾਂ ਚਾਈਨਾ ਦੇ ਉੱਤੇ ਤੁਸੀਂ ਇਸ ਕਿਸਮ ਦੀ ਤਨਜ਼ ਕਰ ਰਹੇ ਹੋ ਕਿ ਜੀ ਦੇਖੋ ਇਹ ਚਾਈਨਾ ਨਹੀਂ ਚਾਹੁੰਦਾ ਔਰ ਅੱਗੇ 50 ਮੁਲਕਾਂ ਦੀ ਸੀ, ਉਦੋਂ 5 ਸੀ, ਹੁਣ ਅਸੀਂ ਇੰਨੇ ਹੋ ਗਏ। ਸੋ ਇਹੀ ਹੁੰਦਾ ਹੈ ਕਿ ਜਦੋਂ ਕੋਈ ਬੇਈਮਾਨੀ ਕਰਦਾ ਝੂਠ ਬੋਲਦਾ ਇਸ ਲੈਵਲ ਤੇ ਪਹੁੰਚ ਜਾਂਦਾ ਹੈ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਜਿਹਨੂੰ ਅੱਜ ਜਨਾਬ ਕਹਿ ਰਹੇ ਨੇ ਕੱਲ ਉਹਨੂੰ ਕਰਸ ਕਰ ਰਹੇ ਹੁੰਦੇ ਨੇ ਤੇ ਜਿਹਨੂੰ ਕੱਲ ਕਰਸ ਕੀਤਾ ਹੁੰਦਾ ਉਹਦੇ ਪੈਰਾਂ 'ਚ ਬੈਠ ਕੇ ਹਜ਼ੂਰ ਸਾਡੇ ਮਾਈ ਬਾਪ ਕਰ ਰਹੇ ਹੁੰਦੇ ਨੇ। ਭਾਰਤ ਦੀ ਇਹੀ ਹਾਲਤ ਹੈ ਜੀ। ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਨੂਅਲ ਸੈਕਸ਼ਨ ਦੇ ਵਿੱਚ ਕਿ ਭਾਰਤ ਵਿੱਚ ਸਾਰੇ ਸਰਕਾਰੀ ਅਦਾਰੇ ਤਾਂ ਹਿੰਦੂਤਵਾ ਦੇ ਰੰਗ ਵਿੱਚ ਰੰਗੇ ਹੋਏ ਨੇ, ਪਰ ਜੁਡੀਸ਼ਰੀ ਵੀ ਪੂਰੀ ਤਰ੍ਹਾਂ ਹਿੰਦੂਤਵਾ ਨੂੰ ਪਰਨਾਈ ਹੋਈ ਹੈ। ਸੋ ਭਾਰਤੀ ਸੁਪਰੀਮ ਕੋਰਟ ਅਤੇ ਕਲਕੱਤਾ ਹਾਈ ਕੋਰਟ ਨਾਲ ਸੰਬੰਧਿਤ ਦੋ ਖਬਰਾਂ ਇਸ ਵਰਤਾਰੇ ਦੀ ਸ਼ਾਦੀ ਭਰਦੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਤੁਹਾਡੇ ਲਾਈਵ ਮੈਸੇਜ ਐਂਡ ਗੁਰਬਾਣੀ ਵਿਚਾਰਾਂ ਇਨਸਾਨ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਕਿਸੇ ਵੇਲੇ ਜਦੋਂ ਅੰਗਰੇਜ਼ ਪੰਜਾਬ ਦੇ ਉੱਤੇ ਅੱਖ ਰੱਖ ਕੇ ਬੈਠੇ ਸੀ ਔਰ ਇੱਕ ਖਾਸ ਮੌਕੇ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦੇ ਵਿਆਹ ਦੇ ਮੌਕੇ ਕੰਵਰ ਨੌਨਿਹਾਲ ਸਿੰਘ ਉਹਨਾਂ ਦੀ ਸ਼ਾਦੀ ਸੀ ਸਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਬੇਟੀ ਨਾਨਕੀ ਨਾਲ, ਜੀ, ਤੇ ਅੰਗਰੇਜ਼ ਵੀ ਇਨਵਾਈਟਡ ਸੀ ਐਜ਼ ਅ ਸਪੈਸ਼ਲ ਗੈਸਟ ਔਰ ਇਹ ਉਹਨਾਂ ਨੂੰ ਪੁਆਇੰਟ ਆਊਟ ਕੀਤਾ ਗਿਆ। ਉਹਨਾਂ ਨੇ ਦੇਖਿਆ ਕਿ ਵੀ ਜਿਹੜਾ ਇੱਕ ਅੰਗਰੇਜ਼ ਡੈਲੀਗੇਸ਼ਨ ਦੇ ਨਾਲ ਹੈ ਉਹਦੇ ਕੋਲ ਇੱਕ ਨਕਸ਼ਾ ਹੈ, ਜਿਹੜਾ ਨਕਸ਼ਾ ਸਾਰਾ ਲਾਲ ਹੈ, ਜਿਸ ਜਿਹੜੀ ਟੈਰੀਟਰੀ ਅੰਗਰੇਜ਼ਾਂ ਦੇ ਕੋਲ ਸੀ ਉਦੋਂ ਪੰਜਾਬ ਵੀ ਆਜ਼ਾਦ ਸੀ, ਬਾਕੀ ਤਾਂ ਸਾਰਾ ਭਾਰਤ ਉਹਨਾਂ ਦੇ ਕਬਜ਼ੇ 'ਚ ਸੀ 100 ਸਾਲ ਪਹਿਲਾਂ ਤੋਂ। ਔਰ ਉਸ ਨਕਸ਼ੇ ਦੀ ਇੱਕ ਕਾਪੀ ਜਾਂ ਕਿਸੇ ਤਰੀਕੇ ਨਾਲ ਜਿਹੜੀ ਇਹ ਸਿੱਖ ਇੰਟੈਲੀਜੈਂਸ ਵਾਲਿਆਂ ਨੇ ਵੀ ਕੱਢ ਲਈ ਔਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਦਿਖਾਈ ਤੇ ਉਹਨਾਂ ਦੇ ਮੂੰਹ ਚੋਂ ਇੱਕੋ ਗੱਲ ਨਿਕਲੀ ਕਿ ਸਭ ਲਾਲ ਹੋ ਜਾਏਗਾ। ਯਾਨੀ ਇਹ ਸੀ ਕਿ ਵੀ ਇਹ ਅਲਟੀਮੇਟਲੀ ਭਾਵੇਂ ਦੋਸਤੀ ਦੀ ਜਾਂ ਦੂਜੇ ਸਾਰਾ ਨਾਟਕ ਅਸੀਂ ਵੀ ਕਰ ਰਹੇ ਹਾਂ, ਉਹ ਵੀ ਕਰ ਰਹੇ ਹਾਂ, ਪਰ ਅਲਟੀਮੇਟਲੀ ਇਹਨਾਂ ਨੇ ਵੀ ਜਿਹੜਾ ਸਾਨੂੰ ਵੀ ਆਪਣੇ ਚ ਜਜ਼ਬ ਕਰ ਲੈਣਾ, ਸਭ ਲਾਲ ਹੋ ਜਾਏਗਾ ਕਿ ਵੀ ਇਹ ਅਲਟੀਮੇਟਲੀ ਇਹਨਾਂ ਦੀ ਇਹ ਬਦਨੀਤੀ ਹੈ ਵੀ ਇਹਨਾਂ ਨੇ ਪੰਜਾਬ ਦੇ ਉੱਤੇ ਵੀ ਕਬਜ਼ਾ ਕਰਨਾ। ਬਿਲਕੁਲ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਬੀਜੇਪੀ ਦੇ ਭਗਵੇ ਰੰਗ ਦੇ ਵਿੱਚ ਕੌਣ ਰੰਗਿਆ ਗਿਆ, ਕਹਿਣ ਨੂੰ ਤਾਂ ਅਸੀਂ RSS ਜਾਂ ਹਿੰਦੂਤਵੀ ਜਦੋਂ ਕਹਿੰਦੇ ਆ ਉਦੋਂ ਹੁੰਦਾ ਕਿ ਜੀ ਨਾਗਪੁਰ ਜਾਂ ਦੂਜਾ, ਪਰ ਤੁਸੀਂ ਅੱਜ ਦੇਖੋ ਸਾਰੀ ਆਪੋਜੀਸ਼ਨ ਰਾਹੁਲ ਗਾਂਧੀ ਤੋਂ ਲੈ ਕੇ ਰੀਜਨਲ ਪਾਰਟੀਆਂ ਤੱਕ ਸਭ ਭਗਵੇ ਰੰਗ 'ਚ ਰੰਗੀ ਹੋਈ ਹੈ। ਸਿਰਫ ਡਿਗਰੀ ਆਫ ਭਗਵਾਪਨ ਹੈ, ਉਹ ਵੀ ਉਹਨਾਂ ਦੀ ਜ਼ਿੰਦਗੀ 'ਚ ਤਾਂ ਕੋਈ ਕਿਸੇ ਧਰਮ ਦੀ ਖੁਸ਼ਬੂ ਨਹੀਂ ਹੈ, ਲੇਕਿਨ ਸਿਆਸੀਕਰਨ ਇਸ ਕਦਰ ਭਗਵਾਕਰਨ ਇਸ ਹਿੰਦੂਤਵਾ ਵਿਚਾਰਧਾਰਾ ਦਾ ਹੋਇਆ ਕਿ ਉੱਥੇ 20 ਕਰੋੜ ਮੁਸਲਮਾਨ ਵੀ ਕੰਨਾਂ 'ਚ ਪਾਇਆ ਨਹੀਂ ਰੜਕਦਾ, ਉਹਨਾਂ ਨੂੰ ਵੀ ਆਪਣਾ ਜਿਹੜਾ ਉਹ ਵਿਕੋ ਲਿਤਰਾਪਨ ਨਜ਼ਰ ਨਹੀਂ ਆਉਂਦਾ। ਮੈਜੋਰੀਟੇਰੀਅਨ ਹਿੰਦੂਆਂ 'ਚ ਤੁਹਾਨੂੰ ਮਿਲ ਜਾਣਗੇ ਯੂਟਿਊਬਰ ਨੇ ਜਾਂ ਦੂਜੇ ਨੇ ਜਿਹੜਾ ਮੋਦੀ ਦੀ ਜਾਂ ਦੂਜੇ ਦੀ ਕ੍ਰਿਟਿਸਾਈਜ਼ ਕਰਨਗੇ ਕਿ ਵੀ ਇਹ ਠੀਕ ਨਹੀਂ ਹੈ, ਉਹ ਠੀਕ ਨਹੀਂ ਹੈ, ਪਰ ਕੁੱਲ ਮਿਲਾ ਕੇ ਮੋਦੀ ਜਿਹੜਾ ਉਹ ਹਿੰਦੂ ਧਰਮ ਦੇ ਸੇਵੀਅਰ ਦੇ ਤੌਰ ਤੇ ਵਾਸਟ ਮੈਜੋਰਿਟੀ ਦੇ ਵਿੱਚ ਉਸਨੇ ਆਪਣੀ ਥਾਂ ਵੀ ਬਣਾਈ ਹੋਈ ਹੈ। ਔਰ ਇਕੱਲਾ ਇਹੀ ਨਹੀਂ, ਜਦੋਂ ਅਸੀਂ ਰੂਲ ਆਫ ਦਾ ਲਾਅ ਕਹਿੰਦੇ ਹਾਂ, ਹੁਣ ਫਰਾਂਸ ਡਿਕਲੇਅਰਡਲੀ ਲੈਸੈਟੇ ਹੈ ਉਹਨਾਂ ਦਾ ਫਾਰਮੂਲਾ ਕਿ ਧਰਮ ਔਰ ਰਾਜਨੀਤੀ ਬਿਲਕੁਲ ਅੱਡ ਹੈ, ਔਰ ਉਹਦੇ ਅਸੀਂ ਵੀ ਸਫਰ ਕੀਤਾ ਸਾਡੇ ਬੱਚਿਆਂ ਨੇ ਜਦੋਂ ਉਹਨਾਂ ਨੇ ਔਸਟੈਂਸਿਬਲ ਸਾਈਨਸ ਆਫ ਰਿਲੀਜਨ ਵਾਲਾ ਲਾਅ ਲਿਆਂਦਾ ਕਿ ਤੁਸੀਂ ਸਕੂਲਾਂ 'ਚ ਈਵਨ ਆਪਣੀ ਜਿਹਦੇ ਤੋਂ ਤੁਹਾਡੇ ਧਰਮ ਦੀ ਪਛਾਣ ਹੋਏ ਉਹ ਵੀ ਤੁਸੀਂ ਆਪਣਾ ਪਹਿਰਾਵਾ ਨਹੀਂ ਪਹਿਨ ਸਕਦੇ ਜਾਂ ਆਪਣਾ ਰੂਪ ਨਹੀਂ ਰੱਖ ਸਕਦੇ। ਲੇਕਿਨ ਇਹਦੇ ਬਾਵਜੂਦ ਘੱਟੋ ਘੱਟ ਜਦੋਂ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਕੋਈ ਪਿੱਛੇ ਜਿਹੇ ਯਹੂਦੀਆਂ ਦੇ ਖਾਸ ਮੌਕੇ ਦੇ ਉੱਤੇ ਕੁਛ ਉਸ ਕਿਸਮ ਦਾ ਕੀਤਾ ਤਾਂ ਸਾਰੀਆਂ ਧਿਰਾਂ, ਉਹਨਾਂ ਦੀ ਆਪਣੀ ਧਿਰ ਨੇ ਵੀ ਕਿਹਾ ਵੀ ਇਹ ਅਗੇਂਸਟ ਹੈ, ਇਹ ਫਰਾਂਸ ਦੀ ਪਾਲਿਸੀ ਦੇ ਅਗੇਂਸਟ ਹੈ। ਘੱਟੋ ਘੱਟ ਭਾਵੇਂ ਉਹ ਲੈਸੈਟੇ ਦੇ ਥੱਲੇ ਹੀ ਸਹੀ ਉਹਨਾਂ ਨੇ। ਹੁਣ ਦੂਜੇ ਪਾਸੇ ਜਦੋਂ ਭਾਰਤ ਨੂੰ ਸੈਕੂਲਰ ਸਟੇਟ ਦੇ ਤੌਰ ਤੇ ਜਾਂ ਕਾਨਸਟੀਟਿਊਸ਼ਨਲੀ ਗਵਰਨਡ ਸਟੇਟ ਦੇ ਤੌਰ ਤੇ ਦੇਖਿਆ ਜਾਂਦਾ ਤਾਂ ਉੱਥੇ ਜੋ ਕੁਝ ਹੋ ਰਿਹਾ ਅੱਜ ਹਿੰਦੂਤਵਾ ਦੇ ਨਾਂ ਥੱਲੇ, ਮੀਡੀਆ ਤਾਂ ਉਹਨਾਂ ਦੇ ਕੰਟਰੋਲ 'ਚ ਹੈ, ਜੁਡੀਸ਼ਰੀ ਇੱਕ ਹੁੰਦੀ ਹੈ ਜਿਹੜੀ ਇਹ ਕਹਿੰਦੀ ਹੈ ਵੀ ਇਹ ਚੀਜ਼ ਕਾਨਸਟੀਟਿਊਸ਼ਨਲ ਹੈ, ਅਨਕਾਨਸਟੀਟਿਊਸ਼ਨਲ ਹੈ, ਉਹ ਵੀ ਪੂਰੀ ਰੰਗੀ ਹੋਈ ਹੈ। ਬਿਊਰੋਕਰੇਸੀ ਤਾਂ ਸਾਹਮਣੇ ਹੈ ਜੋ ਡੇ ਟੂ ਡੇ ਚੱਲ ਰਿਹਾ। ਹੁਣ ਦੋ ਖਬਰਾਂ ਜਿਹੜੀਆਂ ਅੱਜ ਮੇਰੀ ਨਜ਼ਰ 'ਚੋਂ ਗੁਜ਼ਰੀਆਂ, ਮੈਨੂੰ ਲੱਗਾ ਕਿ ਵੀ ਹੁਣ ਜਦੋਂ ਇਹ ਚੰਦਰਚੂੜ ਜਿਹੜਾ ਚੀਫ ਜਸਟਿਸ ਹੈ ਭਾਰਤੀ ਸੁਪਰੀਮ ਕੋਰਟ ਦਾ, ਇਸ ਬਾਰੇ ਸੀ ਬੜਾ ਸਟੇਟ ਅਪਰਾਈਟ ਕਾਨਸਟੀਟਿਊਸ਼ਨਲ ਇਹ ਉਹ, ਲੇਕਿਨ ਕਿਵੇਂ ਜ਼ਰੂਰੀ ਨਹੀਂ ਹੈ ਵੀ ਕਿਸੇ ਨੇ ਬਾਹਰ ਆ ਕੇ ਹਿੰਦੂ ਭਾਰਤ ਜ਼ਿੰਦਾਬਾਦ ਦੇ ਨਾਅਰੇ ਲਾਣੇ ਹੁੰਦੇ ਨੇ। ਔਰ ਜੇ ਤੁਸੀਂ ਫੈਸਲਿਆਂ 'ਚੋਂ ਦੇਖੋਗੇ ਕੋਰਟਾਂ ਦੇ ਜੋ ਨਿਕਲ ਰਿਹਾ ਉਹ ਗਿਆਨ ਵਿਆਪੀ ਮੌਸਕ ਦਾ ਹੋਏ, ਉਹ ਅਦਰਵਾਈਜ਼ ਹੋਏ, ਰਫਾਲ ਡੀਲ ਦੇ ਵਿੱਚ ਕਿਵੇਂ 30,000 ਕਰੋੜ ਆਪਣੇ ਯਾਰ ਅਡਾਨੀ ਨੂੰ ਫਾਇਦਾ ਦਿਵਾਇਆ, ਜਾਂ ਬਾਕੀ ਇਲੈਕਟਰਲ ਬੌਂਡਸ ਦਾ ਭਾਵੇਂ ਬੜਾ ਗੁੱਡਾ ਬੰਨਿਆ ਗਿਆ ਜੀ ਬੜਾ ਫੈਸਲਾ, ਜਾਂ ਦੂਜਾ ਉਹਨਾਂ ਨੇ ਕਿਹਾ ਵੀ ਜਿਹੜੇ ਇਲੈਕਟਰਲ ਬੌਂਡਸ ਦੇ ਨੇ ਸਾਰੇ ਡਿਕਲੇਅਰ ਕਰਨ ਪੈਸਾ ਜਾਂ ਵਾਪਸ ਦਿਓ ਉਹਨਾਂ ਨੂੰ, ਜਦੋਂ ਕਿਉਂਕਿ ਸਾਰਾ ਤੁਸੀਂ ਇਲੀਗਲ ਨਹੀਂ, ਉਹ ਉਹਨਾਂ
ਕਰਦੇ ਨੇ ਵੀ ਇੰਨਾ ਕੁ ਲੱਗੇ ਕਿ ਜੀ ਅਸੀਂ ਵੀ ਆਰ ਟਰਾਈਂਗ ਟੂ ਬੀ ਇੰਪਾਰਸ਼ਲ। ਹੁਣ ਅੱਜ ਇਹ ਖਬਰ ਪਹਿਲੀ ਕਿ ਜੀ ਉਹਨੇ ਚੀਫ ਜਸਟਿਸ ਨੇ ਸੁਪਰੀਮ ਕੋਰਟ ਕੰਪਲੈਕਸ ਦੇ ਅੰਦਰ ਆਯੁਰਵੈਦਿਕ ਆਯੂਸ਼ ਹੋਲਿਸਟਿਕ ਵੈਲਨੈਸ ਸੈਂਟਰ ਖੁਲਵਾਇਆ। ਚਲੋ ਉਹ ਵੀ ਹੁਣ ਇਹਨਾਂ ਨੇ ਆਯੂਸ਼ ਦੇ ਨਾਂ ਥੱਲੇ ਮਾਡਰਨ ਮੈਡੀਸਨ ਦਾ ਗਲਾ ਘੁੱਟ ਕੇ ਉਹ ਆਪਣੀਆਂ ਜਿਹੜੀਆਂ ਜਾਲੀ ਜਿਹੀਆਂ ਜੜੀਆਂ ਬੂਟੀਆਂ ਜਿਨ੍ਹਾਂ ਥੱਲੇ ਰਾਮਦੇਵ ਦੀ $multi-billion ਦੀ ਇੰਡਸਟਰੀ ਖੜੇ ਉਹਨੂੰ ਬੜਾ ਪ੍ਰਮੋਟ ਕਰ ਰਹੇ ਨੇ। ਹਾਲਾਂਕਿ ਕੇਰਲਾ ਨੇ ਜਾਂ ਦੂਜਿਆਂ ਨੇ ਬੰਦ ਕਰ, ਉਹਨਾਂ ਨੇ ਕਿਹਾ ਅਸੀਂ ਆਯੂਸ਼ ਦੇ ਬੋਰਡ ਬਾਰਡ ਨਹੀਂ ਲਾਉਣੇ, ਪਰ ਉਹ ਸਾਰਾ ਹਿੰਦੂਕਰਨ ਦਾ। ਪਰ ਇਹ ਚੀਫ ਜਸਟਿਸ ਉੱਤੇ ਇਨੋਗਰੇਟ ਕਰ ਰਿਹਾ ਸੁਪਰੀਮ ਕੋਰਟ ਕੰਪਲੈਕਸ ਆਯੂਸ਼ ਹੋਲਿਸਟਿਕ ਪਾਰਟ। ਚਲੋ ਇਹ ਵੀ ਸਮਝ ਆ ਸਕਦਾ ਕਿ ਜੇ ਕਿਸੇ ਨੇ ਫੈਸਲਾ ਕੀਤਾ ਉਹ ਤੇ ਖੋਲ੍ਹਣਾ, ਪਰ ਉਹ ਕਹਿ ਰਿਹਾ ਫॉर मी this is a satisfying moment. I have been working on this ever since I took over as Chief Justice of India. I am personally a proponent of Ayurveda and holistic lifestyle. ਉਹ ਕਹਿੰਦਾ ਮੈਂ ਤਾਂ ਖੁਦ ਆਯੁਰਵੈਦਿਕ ਨੂੰ ਇਸਤੇਮਾਲ ਕਰਦਾ ਹਾਂ। I am a vegan, ਮੈਂ ਬਿਲਕੁਲ ਵੈਜੀਟੇਰੀਅਨ ਹੈ। And woke up at 3:30 AM to do yoga. ਮੈਂ 3:30 ਵਜੇ ਸਵੇਰੇ ਉੱਠਦਾ, ਯੋਗਾ ਕਰਦਾ, ਵੈਜੀਟੇਰੀਅਨ ਹੈ, ਆਯੁਰਵੈਦਾ ਕਰਦਾ। I did Panchkarma about a year ago and I am looking forward to doing some Panchkarma now, which is the turn of the season. ਹੁਣ ਪੰਚਕਰਮ ਇਹਨਾਂ ਦੀ ਇੱਕ ਪ੍ਰੋਸੈਸ ਹੈ ਕਿ 5 ਜਿਹੜੇ ਨੇ ਸਾਲ ਦੇ ਵਿੱਚ ਉਹ ਐਕਸ਼ਨ ਜਿਹਦੇ 'ਚ ਉਲਟੀਆਂ ਆਉਂਦੀਆਂ ਨੇ, ਉਹਨੂੰ ਦਸਤ ਲਵਾਏ ਜਾਂਦੇ ਨੇ ਔਰ ਕੁਛ ਹੋਰ ਕੀਤਾ ਜਾਂਦਾ। ਉਹ 5 ਕਿ ਜੀ ਇਹ ਬੋਡੀ ਨੂੰ ਪਿਉਰੀਫਾਈ ਕਰਦਾ। ਕੇਰਲਾ ਦੇ ਵਿੱਚ ਖਾਸ ਥਾਂ ਹੈ ਜਿੱਥੇ ਉਹ ਵੀ ਗਿਰੀ ਜਿਹੜਾ ਪ੍ਰੈਜ਼ੀਡੈਂਟ ਹੁੰਦਾ, ਹੁਣ ਉਹ ਇਹ ਕਹਿ ਰਿਹਾ ਚੰਦਰਚੂੜ ਕਿ ਜੀ ਮੈਂ ਤਾਂ ਵੈਜੀਟੇਰੀਅਨ ਵੀਗਨ 3:30 ਵਜੇ ਉੱਠ ਕੇ ਯੋਗਾ ਕਰਦਾ। ਪੰਚਕਰਮਾ ਮੈਂ ਪਿਛਲੇ ਸਾਲ ਵੀ ਕਰਵਾਇਆ, ਹੁਣ ਪੰਚਕਰਮਾ ਮੈਂ ਫੇਰ ਕਰਵਾਉਣਾ। ਔਰ ਇਹ ਜਿਹੜਾ ਮੈਨੂੰ ਤਾਂ ਮੈਂ ਸਮਝਦਾ ਕਿ ਵੀ ਇਹ ਬੜਾ ਜ਼ਰੂਰੀ ਹੈ ਕਿ ਮੈਂ ਤਾਂ ਆਯੁਰਵੈਦਿਕ ਨੂੰ ਹੀ ਮੰਨਣ ਵਾਲਾ। ਔਰ ਇਹ 2000 ਸਾਡੇ ਸਟਾਫ ਮੈਂਬਰ ਨੇ ਸੁਪਰੀਮ ਕੋਰਟ ਦੇ, 34 ਜੱਜ ਨੇ, ਬਹੁਤ ਸਾਰੇ ਸਟ੍ਰੈਸ ਦੇ ਵਿੱਚ ਰੋਜ਼ਾਨਾ ਕੰਮ ਕਰਦੇ ਨੇ, ਫਾਈਲਸ ਪੜ੍ਹਦੇ ਨੇ। ਤੇ ਅਸੀਂ ਜਿਹੜਾ ਹੋਲਿਸਟਿਕ ਪੈਟਰਨ ਆਫ ਲਿਵਿੰਗ ਹੈ ਜਿਹੜਾ ਆਯੁਰਵੈਦਾ ਚੋਂ ਹੀ ਨਿਕਲਦਾ, though the staff we cannot propagate this message for the rest of country on the benefits of this time honored tradition of Ayurveda. ਹੁਣ ਇਹੀ ਜੋ ਰਾਮਦੇਵਾ ਉਹ ਕੀ ਹੈ ਫਰੋਡੀਆ ਪੈਂਗਾ ਉਹ ਕਰਦਾ ਆ ਚੀਫ ਜਸਟਿਸ ਵੀ ਇਹ ਕਹਿ ਰਿਹਾ। ਹੁਣ ਇਸ ਤੋਂ ਵੀ ਦਿਲਚਸਪ ਖਬਰ ਜਿਹੜੀ ਗੁਜ਼ਰੀ, ਇੱਕ ਸ਼ੇਰ ਤੇ ਸ਼ੇਰਨੀ ਜਿਹੜੀ ਬੰਗਾਲ ਦੀ ਇੱਕ ਜ਼ੂ ਵਾਲਿਆਂ ਨੇ ਤ੍ਰਿਪੁਰਾ ਵਾਲਿਆਂ ਤੋਂ ਲਿਆਂਦੀ। ਹੁਣ ਤ੍ਰਿਪੁਰਾ ਇੱਕ ਸਟੇਟ ਹੈ ਇੰਡੀਆ ਦੀ ਅੱਡ, ਉਹਦੇ 'ਚ ਉਹਨਾਂ ਨੇ ਉਸ ਸ਼ੇਰ ਦਾ ਨਾਂ ਰੱਖਿਆ ਹੋਇਆ ਸੀ ਅਕਬਰ ਤੇ ਸ਼ੇਰਨੀ ਦਾ ਨਾਂ ਰੱਖਿਆ ਸੀਤਾ। ਹੁਣ ਜਦੋਂ ਆਏ ਇੱਧਰ ਇਹਨਾਂ ਨੇ ਬੰਗਾਲ ਦੇ, ਉੱਥੇ ਤਾਂ ਉਹਨਾਂ ਨੇ ਜਿਵੇਂ ਨਾਂ ਰੱਖਿਆ ਹੁੰਦਾ, ਇੱਥੇ ਤਾਂ ਪੂਰਾ ਵਿਸ਼ਵ ਹਿੰਦੂ ਪਰਿਸ਼ਦ ਦੂਜਾ ਪਟੀਸ਼ਨਾਂ ਕਰਤੀਆਂ। ਉਹਨਾਂ ਨੇ ਕਿਹਾ ਜੀ ਇਹ ਅਕਬਰ ਤਾਂ ਮੁਸਲਮਾਨ ਸ਼ੇਰ ਸਾਡੀ ਸੀਤਾ ਨੂੰ ਅਕਬਰ ਲੈ ਚੱਲਿਆ, ਇਹ ਕੀ ਹੋ ਗਿਆ? ਔਰ ਕੋਰਟ 'ਚ ਪਹੁੰਚ ਗਿਆ ਕੇਸ। ਹੁਣ ਹਾਲਾਂ ਅਕਬਰ ਜਲਾਲੂਦੀਨ ਦਾ ਇਹ ਟਾਈਟਲ ਸੀ ਜਿਹੜੇ ਮੁਸਲਮਾਨ, ਅਕਬਰ ਦਾ ਮਤਲਬ ਹੁੰਦਾ ਗ੍ਰੇਟ, ਮਹਾਨ। ਜਦੋਂ ਈਵਨ ਮੁਸਲਮਾਨ ਇਹ ਨਾਰਾ ਬੁਲੰਦ ਕਰਦੇ ਨੇ ਨਾਰਾਏ ਤਦਬੀਰ ਅੱਲਾਹੂ ਅਕਬਰ, ਹੁਣ ਅਕਬਰ ਦਾ ਮਤਲਬ ਅਰਬੀ ਦੇ ਵਿੱਚ ਹੈ ਗ੍ਰੇਟ, ਮਹਾਨ। ਔਰ ਉਹਦਾ ਨਾਂ ਜਲਾਲੂਦੀਨ ਸੀ। ਇਹ ਜਿੰਨੇ ਮੁਸਲਮਾਨ ਬਾਦਸ਼ਾਹ ਹੋਏ ਇਹਨਾਂ ਨੇ ਆਪਣੀ ਟਾਈਟਲ ਲਿਆ ਸੀ, ਅਕਬਰ ਵੀ ਟਾਈਟਲ ਹੈ। ਇਸੇ ਤਰ੍ਹਾਂ ਜਹਾਂਗੀਰ ਕਿ ਦੁਨੀਆ ਦਾ ਬਾਦਸ਼ਾਹ, ਇਹ ਵੀ ਉਹਨੇ ਜਿਹੜਾ ਉਹਦਾ ਨਾਂ ਨਹੀਂ ਹੈ, ਟਾਈਟਲ ਹੈ। ਇਸੇ ਤਰ੍ਹਾਂ ਔਰੰਗਜ਼ੇਬ, ਇਹ ਵੀ ਨਾਂ ਨਹੀਂ ਹੈ, ਦੁਨੀਆ ਦਾ ਗਹਿਣਾ ਜ਼ੇਬ, ਗਹਿਣੇ ਨੂੰ ਕਹਿੰਦੇ ਨੇ। ਹੁਣ ਇਹਦੇ ਤੇ ਪਟੀਸ਼ਨ ਬੰਗਾਲ ਹਾਈ ਕੋਰਟ 'ਚ ਹੋ ਗਏ ਜੀ ਇਹ ਕਿਵੇਂ ਸਾਡੀ ਸੀਤਾ ਦੇ ਨਾਲ ਅਕਬਰ ਨੇ, ਉਹਨਾਂ ਲਈ ਅਕਬਰ ਬਾਦਸ਼ਾਹ ਹੈ, ਉਹਨੇ ਕਿਹਾ ਜੀ ਫੇਰ ਲੈ ਗਿਆ ਸੀਤਾ ਸਾਡੀ। ਔਰ ਉਹਦੇ ਤੇ ਉਹਨਾਂ ਨੇ ਜੱਜਾਂ ਨੇ ਕਿਹਾ ਕਿ ਵੀ ਇਹ ਵਾਕਿਆ ਹੀ ਭਾਵੇਂ ਬੜਾ ਸੈਂਸਿਟਿਵ ਇਸ਼ੂ ਹੈ। Why name lioness Sita and Akbar to create controversy? Calcutta High Court to Bengal Zoo authorities. ਉਹਨਾਂ ਨੇ ਹਾਈ ਕੋਰਟ ਸੁਜੈਸਟ ਚੇਂਜ ਇਨ ਨੇਮਸ। ਹੁਣ ਇਹ ਪਟੀਸ਼ਨ ਹੋਏ, ਹਾਈ ਕੋਰਟ ਨੇ ਕਿਹਾ ਨਾ ਇਹਨੂੰ ਜਾਂ ਤਾਂ ਇਹਦਾ ਨਾਂ ਕੋਈ ਹੋਰ ਰੱਖੋ, ਇਹ ਸੀਤਾ ਦਾ ਫਿਰ ਤਾਂ ਰਾਮ ਹੀ ਹੋਇਆ। ਫਿਰ ਜੇ ਰਾਮ ਸੀਤਾ ਹੀ ਹੋ ਗਏ ਤੇ ਫਿਰ ਵੀ ਪਟੀਸ਼ਨ ਕਰ ਦੇਣਗੇ ਜੀ ਰਾਮ ਸੀਤਾ ਤੇ ਸਾਡੇ ਵਿਸ਼ਨੂੰ ਦੇ ਅਵਤਾਰ, ਅਸੀਂ ਮਾਤਾ ਜਾਨਕੀ ਹੈ ਸੀਤਾ ਔਰ ਰਾਮ ਭਗਵਾਨ ਹੈ, ਇਹ ਸ਼ੇਰ ਨਹੀਂ ਕਿਵੇਂ ਹੋ ਗਏ? ਸੋ ਅਸੀਂ ਤਾਂ ਕਿਹਾ ਵੀ ਚਲੋ ਉਹਨਾਂ ਦਾ ਨਾਂ ਸਿੰਘ ਸਿੰਘਣੀ ਰੱਖ ਦਿਓ, ਉਸਦਾ ਨਾਂ ਹੀ ਉੱਥੋਂ ਡਰਾਈਵ ਕਰਦੇ। ਪਰ ਇਹ ਅੱਗੇ ਲੰਬੀ ਚੌੜੀ ਖਬਰ ਹੈ, ਉਹ ਜੱਜਾਂ ਨੇ ਬੜਾ ਕਿਹਾ ਕਿ ਜੀ ਇਹ
ਇਹ ਜਿਹੜਾ ਇਹਨੇ ਨਹੀਂ, ਉਹਨਾਂ ਨੇ ਬੰਗਾਲਾਂ ਨੇ ਕਿਹਾ ਜੀ ਅਸੀਂ ਥੋੜੀ ਰੱਖਿਆ ਨਾ, ਜਿੱਥੋਂ ਸਾਨੂੰ ਅਸੀਂ ਲਏ ਨੇ ਉਹਨਾਂ ਦੀਆਂ ਫਾਈਲਾਂ ਇਹ ਬਣੀਆਂ ਹੋਈਆਂ। ਉਹ ਕਹਿੰਦਾ ਫਿਰ ਤ੍ਰਿਪੁਰਾ ਵਾਲਿਆਂ ਨੂੰ ਵੀ ਸੱਦੋ ਵੀ ਕਿਵੇਂ ਉਹਨਾਂ ਨੇ ਅਕਬਰ ਦਾ ਵਿਆਹ ਸੀਤਾ ਨਾਲ ਕਰਤਾ, ਵੀ ਹੱਦ ਹੋ ਗਈ ਹੈ ਤੁਸੀਂ। ਪਰ ਇਹ ਜੁਡੀਸ਼ਰੀ ਦਾ ਐਂਗਲ ਮੈਂ ਦੱਸ ਰਿਹਾ ਕਿ ਇੰਨੇ ਇੰਪੋਰਟੈਂਟ ਬਰਨਿੰਗ ਇਸ਼ੂ ਨੇ, ਉਹ ਮੈਟਰ ਨਹੀਂ ਕਰਦਾ। ਉਹਨੇ ਪੈਟੀਸ਼ਨ ਪਿਕ ਕੀਤੀ ਵਿਸ਼ਵ ਹਿੰਦੂ ਪਰਿਸ਼ਦ ਦੀ ਕਿ ਅਕਬਰ ਸਾਡੀ ਸੀਤਾ ਲੈ ਗਿਆ। ਹੁਣ ਤੁਸੀਂ ਇਹਦੇ ਤੋਂ ਕੀ ਕਹੋਗੇ ਕਿ ਵੀ ਜੁਡੀਸ਼ਰੀ ਕਿੱਥੇ ਚਲੀ ਗਈ? ਔਰ ਕਨਕਲੂਜਨ ਚ ਅਸੀਂ ਜਿਵੇਂ ਵਿਚਾਰ ਕਰਦੇ ਗੁਰਬਾਣੀ ਦਾ ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ ਔਰ ਉਸ ਦੇ ਨਾਲ ਪੌੜੀ, ਉਸ ਨੂੰ ਅਸੀਂ ਵਿਚਾਰਾਂਗੇ। ਮਹੱਲਾ ਤੀਜਾ, ਮਾਇਆ ਮੋਹ ਗੁਬਾਰ ਹੈ, ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ। ਮਨਮੁਖ ਅਗਿਆਨੀ ਮਹਾ ਦੁਖ ਪਾਏਂਦੇ, ਡੁੱਬੇ ਹਰ ਨਾਮ ਵਿਸਾਰ। ਭਲ ਕੇ ਉਠ ਬਹੁ ਕਰਮ ਕਮਾਵੇਂ, ਦੂਜੇ ਪਾਏ ਪਿਆਰ। ਸਤਿਗੁਰ ਸੇਵੈ ਆਪਣਾ, ਭੌਜਲ ਉਤਰੇ ਪਾਰ। ਨਾਨਕ ਗੁਰਮੁਖ ਸੱਚ ਸਮਾਵੇਂ, ਸੱਚ ਨਾਮ ਉਰਤਾਰ। ਕਿ ਮਾਇਆ ਇੱਕ ਉਸ ਅਗਿਆਨਤਾ ਦਾ, ਇੱਕ ਹਨੇਰੇ ਦਾ ਉਹ ਇੱਕ ਗੁਬਾਰ ਹੈ, ਜਿਹਨੂੰ ਜਦੋਂ ਗਸ਼ਤੇ ਗੁਬਾਰ ਕਹਿੰਦੇ ਆ, ਘੱਟਾ ਉੱਡਦਾ ਤੇ ਕਿਵੇਂ ਉਹ ਗੁਬਾਰ ਬਣਦਾ, ਇਵੇਂ ਦਾ। ਤੇ ਜਦੋਂ ਤੁਸੀਂ ਡਰਾਈਵ ਕਰਦੇ ਹੋ ਤੇ ਉਹ ਗਸ਼ਤੇ ਗੁਬਾਰ ਹੁੰਦਾ ਤੇ ਵਿਜ਼ਿਬਿਲਿਟੀ ਨਹੀਂ ਹੁੰਦੀ, ਸਾਹਮਣੇ ਤੁਹਾਨੂੰ ਨਜ਼ਰ ਨਹੀਂ ਆਉਂਦਾ। ਸੋ ਇਸੇ ਤਰ੍ਹਾਂ ਜਿਹੜੇ ਮਾਇਆ ਦੇ ਇਸ ਗੁਬਾਰ ਦੇ ਵਿੱਚ ਫਸੇ ਹੁੰਦੇ ਨੇ, ਉਹਨਾਂ ਨੂੰ ਉਰਲਾ ਜਾਂ ਪਾਰਲਾ ਕੰਡਾ ਨਜ਼ਰ ਨਹੀਂ, ਨਾ ਦਿਸੈ ਔਰ ਵਾਰ ਨਾ ਪਾਰ, ਉਹਨੇ ਹੁੰਦੇ ਨੇ। ਮਾਇਆ ਦੇ ਗੁਬਾਰ ਦੇ ਵਿੱਚ ਅੱਖਾਂ ਦੇ ਵਿੱਚ ਉਹਨਾਂ ਦੇ ਉਹ ਅੰਨਾਪਨ ਹੁੰਦਾ, ਉਹਨਾਂ ਨੂੰ ਕੁਛ ਨਹੀਂ ਨਜ਼ਰ ਆਉਂਦਾ ਸਵਾਏ ਲక్ష్ਮੀ ਦੇਵੀ ਦੇ। ਮਨਮੁਖ ਅਗਿਆਨੀ ਮਹਾ ਦੁਖ ਪਾਏਂਦੇ, ਡੁੱਬੇ ਹਰ ਨਾਮ ਵਿਸਾਰ। ਉਹ ਮਨਮੁਖ ਨੇ, ਅਗਿਆਨੀ ਨੇ, ਅੰਦਰ ਤਾਂ ਉਹਨਾਂ ਦੇ ਅਲਟੀਮੇਟਲੀ ਦੁੱਖ ਹੀ ਨਿਕਲੇਗਾ ਉਹਦੇ ਚੋਂ। ਔਰ ਕਿਉਂਕਿ ਉਹਨਾਂ ਨੇ ਰੱਬ ਦਾ ਨਾਮ ਵਿਸਾਰਿਆ ਹੋਇਆ ਹੈ, ਇਸ ਲਈ ਉਹਦੇ ਚੋਂ ਉਹਨਾਂ ਦੇ ਅੰਦਰ ਖੁਸ਼ੀ ਨਹੀਂ ਆਏਗੀ ਮਾਇਆ ਦਾ ਜੀਵਨ ਜੀ ਕੇ। ਭਲ ਕੇ ਉਠ ਬਹੁ ਕਰਮ ਕਮਾਵੇਂ, ਦੂਜੇ ਪਾਏ ਪਿਆਰ। ਔਰ ਇੱਕ ਉਹ ਨੇ ਜਿਹੜੇ ਸਵੇਰੇ ਜਾਗਦੇ ਨੇ, ਬਹੁਤ ਜਿਹੜੇ ਨੇ ਉਹ ਰਿਚੁਅਲਸ ਕਰਦੇ ਨੇ ਔਰ ਦੂਸਰੀਆਂ ਚੀਜ਼ਾਂ ਦੇ ਨਾਲ ਪਿਆਰ ਕਰਦੇ ਨੇ, ਪਰ ਅਲਟੀਮੇਟਲੀ ਉਹ ਫਸੇ ਮਾਇਆ ਦੇ ਵਿੱਚ ਹੀ ਹੁੰਦੇ ਨੇ। ਇਹ ਹਿਪੋਕਰੇਟ ਜਿਹੜੇ ਧਰਮ, ਇੱਕ ਤਾਂ ਉਹ ਨੇ ਜਿਨ੍ਹਾਂ ਨੇ ਅੱਖਾਂ ਬੰਦ ਕੀਤੀਆਂ, ਜਿਹੜੇ ਕਹਿੰਦੇ ਨੇ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ। ਇੱਕ ਉਹ ਨੇ ਜਿਹੜੇ ਪਿਆਰ ਮਾਇਆ ਨਾਲ ਕਰਦੇ ਨੇ ਪਰ ਦੂਜੇ ਰਿਚੁਅਲ ਕਰਦੇ ਨੇ ਝੂਠੇ, ਆਪਣੇ ਆਪ ਨੂੰ ਧਰਮੀ ਬਣਦੇ ਨੇ। ਸਤਿਗੁਰ ਸੇਵੈ ਆਪਣਾ, ਭੌਜਲ ਉਤਰੇ ਪਾਰ। ਜਿਹੜੇ ਸੱਚਮੁੱਚ ਰੱਬ ਨੂੰ, ਅਕਾਲ ਪੁਰਖ ਨੂੰ ਪਿਆਰ ਕਰਦੇ ਨੇ, ਉਸ ਦੀ ਸੇਵਾ 'ਚ ਜੁਟੇ ਹੁੰਦੇ ਨੇ, ਉਹ ਹੀ ਇਸ ਮਾਇਆ ਦੇ ਭਵਸਾਗਰ ਤੋਂ ਪਾਰ ਉਤਰਦੇ ਨੇ। ਨਾਨਕ ਗੁਰਮੁਖ ਸੱਚ ਸਮਾਵੇਂ, ਸੱਚ ਨਾਮ ਉਰਤਾਰ। ਉਰ ਕਹਿੰਦੇ ਨੇ ਦਿਲ ਨੂੰ। ਤੀਸਰੇ ਨਾਨਕ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ ਕਿ ਭਾਈ ਉਹ ਗੁਰਮੁਖ ਨੇ ਜਿਹੜੇ ਸੱਚ ਦੇ ਵਿੱਚ ਸਮਾ ਜਾਂਦੇ ਨੇ, ਕਿਉਂਕਿ ਉਹਨਾਂ ਦੇ ਧੁਰ ਅੰਦਰ ਸੱਚ ਵਸਿਆ ਹੁੰਦਾ ਹੈ। ਔਰ ਇਸੇ ਸ਼ਲੋਕ ਦੇ ਥਾਟ ਨੂੰ ਪੌੜੀ ਦੇ ਵਿੱਚ ਅੱਗੋਂ ਕਲੈਰੀਫਾਈ ਕੀਤਾ ਹੈ। ਪੌੜੀ, ਹਰ ਜਲ ਥਲ ਮਹੀਲ ਭਰਪੂਰ, ਦੂਜਾ ਨਾਹੀ ਕੋਏ। ਹਰ ਆਪ ਬਹਿ ਕਰੇ ਨਿਆਉ, ਕੂੜਿਆਰ ਸਭ ਮਾਰ ਕੱਢੋਏ। ਸਚਿਆਰਾਂ ਦੇ ਵਡਿਆਈ, ਹਰ ਧਰਮ ਨਿਆਉ ਕੀਓਏ। ਸਭ ਹਰ ਕੀ ਕਰੋ ਉਸਤਤ, ਜਿਨ ਗਰੀਬ ਅਨਾਥ ਰਾਖ ਲਿਓਏ। जयकार कियो धर्मिया का, पापी को दंड दियोए। ਉਹ ਵਾਹਿਗੁਰੂ ਹਰ ਜਲ ਥਲ ਮਈਲ ਭਰਪੂਰ, ਦੂਜਾ ਨਾਹੀ ਕੋਈ। ਉਹ ਜਲ ਦੇ ਵਿੱਚ ਵੀ ਹੈ, ਥਲ ਦੇ ਵਿੱਚ ਵੀ ਹੈ, ਸਾਰੀ ਕਾਇਨਾਤ ਦੇ ਵਿੱਚ ਰਮਿਆ ਹੋਇਆ ਹੈ। ਕੋਈ ਉਸ ਦੇ ਮੁਕਾਬਲੇ ਦਾ ਨਹੀਂ ਹੈ, ਕੋਈ ਉਸ ਦਾ ਸ਼ਰੀਕ ਨਹੀਂ ਹੈ। ਹਰ ਆਪ ਬਹਿ ਕਰੇ ਨਿਆਉ। ਉਹ ਰੱਬ ਇਨਸਾਫ ਕਰਨ ਵਾਲਾ ਹੈ, ਅਦਲ ਦੇਣ ਵਾਲਾ ਹੈ। ਔਰ ਅਦਲ ਔਰ ਇਨਸਾਫ ਜਦੋਂ ਅਸੀਂ ਦੁਨਿਆਵੀ ਰਜੀਮਸ ਦੇ ਵਿੱਚ ਵੀ ਕਿਸੇ ਦੀ ਫੇਅਰਨੈਸ ਦੇਖਦੇ ਹਾਂ ਤਾਂ ਇਹ ਹੁੰਦਾ ਵੀ ਅਦਲ ਹੈ ਕਿ ਨਹੀਂ, ਇਨਸਾਫ ਹੈ ਕਿ ਨਹੀਂ। ਪਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਇੱਥੇ ਧੱਕਾ ਕਰਨ ਵਾਲੇ ਰੂਲਰ ਹੋ ਸਕਦੇ ਨੇ, ਪਰ ਰੱਬ ਆਪ ਸੱਚਾ ਹੈ, ਨਿਆਂ ਕਰਨ ਵਾਲਾ ਹੈ, ਹੱਕ ਅਦਾ ਕਰਨ ਵਾਲਾ ਹੈ। ਹਰ ਆਪ ਬਹਿ ਕਰੇ ਨਿਆਉ, ਕੂੜਿਆਰ ਸਭ ਮਾਰ ਕੱਢੋਏ। ਦੁਨੀਆ ਦੇ ਵਿੱਚ ਕੂੜ ਚੱਲ ਸਕਦਾ ਹੈ, ਝੂਠ ਦਾ ਰਾਜ ਵੀ ਹੋ ਸਕਦਾ ਹੈ, ਝੂਠਿਆਂ ਦੀ ਜਿੱਤ ਵੀ ਹੋ ਸਕਦੀ ਹੈ, ਪਰ
ਗੁਰੂ ਨਾਨਕ ਸਾਹਿਬ ਨੇ ਯਾਦ ਦਹਾਨੀ ਕਰਵਾਈ, ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਇਹ ਅਲਟੀਮੇਟ ਰੱਬ ਦੀ ਦਰਗਾਹ ਦੀ ਗੱਲ ਹੈ। ਕੂੜਿਆਰ ਸਭ ਮਾਰ ਕੱਢੋਏ, ਕਿ ਝੂਠੇ ਜਿਹੜੇ ਨੇ ਸਾਰੇ ਉਹ ਬਾਹਰ ਮਾਰ ਖਾ ਕੇ ਜਿਹੜੇ ਨੇ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਹੈ। ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਓ ਕੀ ਹੋਏ, ਕਿ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸਚਿਆਰਿਆਂ ਨੂੰ ਵਡਿਆਈ ਮਿਲਦੀ ਹੈ। ਇਹੀ ਧਰਮ ਦਾ ਜਿਹੜਾ ਉਹ ਨਿਆਓ ਸਤਿਗੁਰੂ ਕਰਦੇ ਨੇ। ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ, ਕਿ ਹੈ ਉਹੇ ਭਾਈ ਸਾਰੇ ਰਲ ਕੇ ਉਸ ਵਾਹਿਗੁਰੂ ਦੇ ਗੁਣ ਗਾਇਨ ਕਰੋ, ਉਸ ਵਾਹਿਗੁਰੂ ਦੇ ਪਿਆਰ ਦੇ ਵਿੱਚ ਜੁੜੋ ਜਿਹੜਾ ਗਰੀਬਾਂ ਤੇ ਅਨਾਥਾਂ ਦੀ ਰੱਖਿਆ ਕਰਨ ਵਾਲਾ ਹੈ, ਉਹਨਾਂ ਦਾ ਸੱਚਾ ਰਖਵਾਲਾ ਹੈ। ਜੈਕਾਰ ਕੀਓ ਧਰਮੀਆਂ ਕਾ, ਕਿ ਉਹ ਵਾਹਿਗੁਰੂ ਅਲਟੀਮੇਟਲੀ ਜਿਹੜੇ ਠੀਕ ਰਸਤੇ ਤੇ ਤੁਰੇ ਹੋਏ ਨੇ, ਧਰਮੀ ਨੇ, ਰਾਈਟੀਅਸ ਲੋਕ ਨੇ, ਉਹਨਾਂ ਨੂੰ ਜਿੱਤ ਦਿੰਦਾ ਹੈ। ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓਏ, ਕਿ ਪਾਪੀਆਂ ਨੂੰ, ਸਿਨਰਸ ਨੂੰ ਉਹ ਸਜ਼ਾ ਯਾਫਤਾ ਕਰਦਾ ਹੈ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਕੇ ਦਿਓ। ਦੇਖਦੀ ਰਹੋ TV84। ਬੁਲਾ ਲਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।